ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ। ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਸਾਰੇ ਸਰੋਤਿਆਂ ਦਾ ਦਲਬੀਰ ਬਰਾੜ ਸਵਾਗਤ ਕਰਦਾ ਜੀ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ ਸ਼ਾਮ ਦੇ 6:30 ਤੇ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਮੇਰੇ ਨਾਲ ਯਾਨੀ ਕਿ ਦਲਬੀਰ ਬਰਾੜ ਦੇ ਨਾਲ ਜੁੜੇ ਹੋਏ ਹੋ। ਅੱਜ ਦਸੰਬਰ ਮਹੀਨੇ ਦੀ 24 ਤਰੀਕ ਤੇ ਦਿਨ ਸ਼ੁੱਕਰਵਾਰ। ਤੇ ਦੋਸਤੋ, ਸ਼ਮਾਦਾਨ ਦੇ ਵਿੱਚ ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਸੀਨੀਅਰ ਜਰਨਲਿਸਟ ਸਵਰਨ ਸਿੰਘ ਜੀ ਦਾਨੇਵਾਲੀਆ ਵੱਲੋਂ ਤੇ ਮੇਰੇ ਸਹਿਯੋਗੀ ਜਸਬੀਰ ਸਿੰਘ ਜੀ ਪੱਟੀ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪੱਟੀ ਸਾਹਿਬ, ਫਿਰ ਉਹੀ ਜਿਹੜਾ ਕੰਗਣਾ ਜਿਹੜੀ ਆ, ਆਖਰਕਾਰ ਕੰਗਣਾ ਨੂੰ ਪੁਲਿਸ ਅੱਗੇ ਖਾਰ ਥਾਣੇ ਵਿੱਚ ਪੇਸ਼ ਹੋਣਾ ਹੀ ਪਿਆ। ਸਿੰਘ ਸਭਾ ਵਾਲਿਆਂ ਨੇ ਕਰਾਇਆ ਸੀ ਮੁਕੱਦਮਾ ਦਰਜ। ਕੀ ਵਿਸਤਾਰ ਜਾਣਕਾਰੀ ਹੈ ਜੀ? ਇਹ ਕੰਗਣਾ ਰਣੌਤ ਦੇ ਖਿਲਾਫ ਪਿਛਲੇ ਮਹੀਨੇ ਤੁਹਾਨੂੰ ਯਾਦ ਹੋਏਗਾ ਜਦੋਂ ਇਹਨੇ ਸਿੱਖਾਂ ਤੇ ਕਿਸਾਨਾਂ ਤੇ ਕੋਈ ਭੱਦੀ ਟਿੱਪਣੀ ਕੀਤੀ ਸੀ, ਕੋਈ ਖਾਲਿਸਤਾਨੀ ਕਿਹਾ ਸੀ, ਅੱਤਵਾਦੀ ਕਿਹਾ ਸੀ, ਵੱਖਵਾਦੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਜਿਹੜਾ ਸੀ ਅੱਤਵਾਦੀਆਂ ਕੀ ਟਿੱਪਣੀਆਂ ਕੀਤੀਆਂ ਸੀ। ਇਹ ਵੀ ਟਿੱਪਣੀ ਕੀਤੀ ਸੀ ਵੀ ਇੰਦਰਾ ਗਾਂਧੀ ਨੂੰ ਭੁੱਲ ਗਏ ਜਿਨ੍ਹਾਂ ਨੇ ਮੱਛਰ ਨੂੰ ਕੁਚਲਤਾ ਸੀ ਨਾ ਜੀ। ਇਹ ਗੱਲਾਂ ਕੀਤੀਆਂ ਸੀ। ਉਹਦੇ ਵਿੱਚ ਫਿਰ ਇਹਦੇ ਘਰ ਦੇ ਅੱਗੇ ਜਾ ਕੇ ਉੱਥੋਂ ਦੇ ਬੰਬੇ ਦੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀਗਾ ਕਿ ਇਹਨੂੰ ਕਿਹਾ ਜੀ ਥੱਲੇ ਉੱਤਰ, ਆਪਣੇ ਫਲੈਟ ਤੋਂ ਥੱਲੇ ਆ ਜੀ, ਸਾਡੇ ਨਾਲ ਗੱਲ ਕਰ। ਇਹ ਥੱਲੇ ਨਹੀਂ ਸੀ ਉਤਰੀ। ਹੁਣ ਜੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਅੱਜ ਕੱਲ੍ਹ ਭਾਜਪਾ ਚਲੇ, ਉਦੋਂ ਅਕਾਲੀ ਦਲ ਚੁਣਦੇ ਸੀ, ਜੋ ਇੱਕ ਦਿਨ ਬਾਅਦ ਹੀ ਮੁੜ ਕੇ ਭਾਜਪਾ ਚਲੇ ਗਏ ਜੀ। ਤੇ ਉਹ ਮਨਜਿੰਦਰ ਸਿੰਘ ਸਿਰਸਾ ਪਹੁੰਚ ਗਏ ਉੱਥੇ। ਫਿਰ ਇਹਨਾਂ ਖਾਰ ਖਾਣੇ ਦੇ ਵਿੱਚ ਅਮਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ, ਇੱਕ ਜਿਹੜੇ ਸਿੰਘ ਸਭਾ ਦੇ ਇੱਕ ਮੈਂਬਰ ਸੀ, ਉਹਨਾਂ ਵੱਲੋਂ ਕੋਈ ਐਫ ਆਈ ਆਰ ਕਰਾਈ ਸੀਗੀ ਜੀ 295A ਦੀ ਜੀ। ਉਹ ਐਫ ਆਈ ਆਰ ਕਰਾਉਣ ਤੋਂ ਬਾਅਦ ਬਕਾਇਦਾ ਤੌਰ ਤੇ ਪੁਲਿਸ ਨੇ ਨੋਟਿਸ ਭੇਜਿਆ ਸੀ ਇਹਨੂੰ ਕਿ ਆ ਕੇ ਤੁਸੀਂ ਥਾਣੇ ਪੇਸ਼ ਹੋ ਜੀ। ਤੇ ਇਹ ਬੀਬੀ ਜੀ ਥਾਣੇ ਪੇਸ਼ ਹੋਣ ਦੀ ਬਜਾਏ ਬੰਬੇ ਹਾਈ ਕੋਰਟ ਚ ਗਿਆ ਸੀ ਕਿ ਮੇਰਾ ਫੰਡਾਮੈਂਟਲ ਰਾਈਟ ਆ ਜੀ, ਰਾਈਟ ਟੂ ਸਪੀਚ। ਇਹਨੂੰ ਇਹ ਨਹੀਂ ਪਈ ਪਤਾ ਵੀ ਤੁਹਾਨੂੰ ਬੋਲਣ ਦੀ ਤੁਹਾਡਾ ਅਧਿਕਾਰ ਸੀਗਾ, ਤੇ ਇਹ ਨਹੀਂ ਵੀ ਤੁਸੀਂ ਦੂਜਿਆਂ ਨੂੰ ਗਾਲਾਂ ਕੱਢੋ। ਬਿਲਕੁਲ, ਉਹ ਤੁਹਾਨੂੰ ਅਧਿਕਾਰ ਸਾਡਾ ਸੰਵਿਧਾਨ ਨਹੀਂ ਦਿੰਦਾ। ਹਾਈ ਕੋਰਟ ਕੋਲ ਇਹਨੇ ਇੰਟਰਮ ਬਿੱਲ ਮੰਗੀ ਸੀ, ਉਹਨਾਂ ਨੇ ਇੰਟਰਮ ਬਿੱਲ ਤੋਂ ਇਨਕਾਰ ਕਰਤਾ ਸੀ। ਇੰਨੀ ਗੱਲ ਕਹਿਤੀ ਸੀ ਕਿ ਤੈਨੂੰ 25 ਜਨਵਰੀ ਤੱਕ ਜਿਹੜੀ ਪੁਲਿਸ ਗ੍ਰਿਫਤਾਰ ਨਹੀਂ ਕਰੇਗੀ ਜੀ, ਤੇ ਤੂੰ ਜਾ ਕੇ 22 ਦਸੰਬਰ ਨੂੰ ਜਾ ਕੇ ਉੱਥੇ ਜਾ ਕੇ ਪੁਲਿਸ ਕੋਲੇ ਪੇਸ਼ ਹੋ ਕੇ ਤੇ ਆਪਣਾ ਪੱਖ ਪੇਸ਼ ਕਰ ਜੀ। ਇਹ 22 ਦੀ ਬਜਾਏ 23 ਨੂੰ ਉੱਥੇ ਗਏ ਤੇ ਇਹ ਜਾ ਕੇ ਆਪਣਾ ਪੱਖ ਪੇਸ਼ ਕੀਤਾ। ਕੀ ਕੀਤਾ ਉਹ ਤੇ ਗੱਲ ਬਾਹਰ ਨਹੀਂ ਆਈ, ਲੇਕਿਨ ਇਹ ਆ ਵੀ ਇਹਦਾ ਇੱਕ ਹੈਗਾ ਵਕੀਲ ਹੈਗਾ ਰਿਜ਼ਵਾਨ ਸਦੀਕੀ ਜੀ, ਉਹ ਵੀ ਨਾਲੇ ਦੇ ਬਕਾਇਦਾ ਤੌਰ ਤੇ ਜਨਾਬ ਉਹ ਗਿਆ ਤੇ ਉਹਨੇ ਕਿਹਾ ਜੀ ਅਸੀਂ ਬਕਾਇਦਾ ਤੌਰ ਤੇ ਆਪਣੀ ਸਟੇਟਮੈਂਟ ਰਿਕਾਰਡ ਕਰਾ ਦਿੱਤੀ। ਸ਼ੁਕਰ ਕਰੇ ਬੀਬੀ ਜੇ 22 ਨੂੰ ਜਾਂਦੀ ਹੋ ਸਕਦਾ ਸੀ ਕਿ ਉੱਥੇ ਜਾ ਕੇ ਜਥੇਬੰਦੀਆਂ ਦੇਖੀਆਂ ਹੁੰਦੀਆਂ ਤੇ ਫਿਰ ਦਾ ਪਿੱਟ ਛਾਪਾ ਕਰਦੇ ਜੀ। ਇਹ 23 ਨੂੰ ਗਈ ਇਸੇ ਕਰਕੇ ਹੀ ਕਿ ਮੇਰਾ ਪਿੱਟ ਛਾਪਾ ਨਾ ਹੋਵੇ ਉੱਥੇ ਜੀ। ਹੁਣ ਬੀਬੀ ਤੇ ਜਿਹੜੀ ਇਹਦਾ ਕੰਮ ਆ ਉਹ ਤੇ ਗਿਆ ਵਿਗੜ। ਇਹਨੂੰ ਹੁਣ ਤੇ ਕੇਸ ਭੁਗਤਣਾ ਹੀ ਪਊਗਾ, ਕੇਸ ਲੜਨੇ ਪਊਗਾ, ਅਦਾਲਤਾਂ ਨੂੰ ਚੱਕਰ ਕੱਟਣੇ ਹੀ ਪੈਣਗੇ। ਹਰ ਤਰੀਕ ਤੇ ਜਲੀਲ ਵੀ ਹੋਣਾ ਪਊਗਾ। ਹੁਣ ਇਹ ਕਹਿੰਦੇ ਜੀ ਮੈਂ ਤਾਂ ਸਿੱਖਾਂ ਨੂੰ ਕੋਈ ਆਈ ਕੁਛ ਨਹੀਂ, ਮੈਂ ਤੇ ਮੁਸਲਮਾਨਾਂ ਵਾਸਤੇ ਕੀਤਾ ਸੀ। ਮੈਂ ਉਹ ਮੁਸਲਮਾਨਾਂ ਵਾਸਤੇ ਕਿਉਂ ਕੀਤਾ ਜੀ, ਕਿਸੇ ਹੋਰ ਧਰਮ ਵਾਸਤੇ ਕਿਉਂ ਕੀਤਾ?
ਜੋ ਤੂੰ ਕੀਤਾ ਗਲਤ ਕੀਤਾ, ਹੁਣ ਸਜ਼ਾ ਭੁਗਤ। ਕੱਲ ਆਪਣੀ ਜਾ ਕੇ ਬਿਆਨ ਰਿਕਾਰਡ ਕਰਾਈ ਆ, ਅੱਗਾ ਵੇਖੋ ਜਿਹੜੀ ਆ ਉਹ ਨੋਟਿਸ ਭੇਜੀ ਆ, ਪੁਲਿਸ ਨੂੰ ਨਹੀਂ ਭੇਜਦੀ ਜਾਂ ਆਪਣੀ ਰਿਪੋਰਟ ਜਿਹੜੀ ਅਦਾਲਤ 'ਚ ਪੇਸ਼ ਕਰਦੀ। ਜੀ ਜੀ ਪੱਟੀ ਸਾਹਿਬ, ਸਰਸਾ ਸਾਹਿਬ ਦੀ ਗੱਲ ਫੇਰ ਅੱਗੇ ਆਉਂਦੀ ਹੈ। ਚੰਨੀ ਨੂੰ ਤੁਰੰਤ ਕਹਿੰਦੇ ਜੇ ਮਾਫੀ ਨਹੀਂ ਮੰਗਦਾ ਚੰਨੀ ਤਾਂ ਦਿੱਲੀ ਦੀ ਅਦਾਲਤ ਵਿੱਚ ਘਸੀਟਿਆ ਜਾਊਗਾ। ਕੀ ਹੈ ਜੀ ਪੂਰਾ ਮਾਮਲਾ? ਜਿਹੜੇ ਸਰਸਾ ਸਾਹਿਬ ਆ ਨਾ ਜੀ, ਬੰਦੇ ਤੇ ਵਧੀਆ ਨੇ, ਮਾੜੇ ਨਹੀਂ, ਲੇਕਿਨ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਉਹ ਬਦਮਾਸ਼ਾਂ ਵਾਲੀ ਹੁੰਦੀ, ਬਦਮਾਸ਼ਾਂ ਵਾਲੀ ਜੀ। ਇੱਕਦਮ ਬਾਜਣਾ ਰਿਐਕਸ਼ਨ ਨਾ ਕਰ ਦੂੰਗਾ ਮੈਂ, ਜੇ ਕਰ ਦੂੰ ਭਾਈ ਅਗਲਾ ਮੁੱਖ ਮੰਤਰੀ ਜੋ ਤੂੰ ਕੇਸ ਕਰ ਦੇਗਾ ਉਹ ਵੀ ਕੇਸ ਕਰਦਾ ਕਹੂਗਾ ਕੋਈ ਜੀ। ਸਿਰਫ ਚੰਨੀ ਨੇ ਇੰਨੀ ਗੱਲ ਕਹੀ, ਚੰਨੀ ਨੇ ਕਿਹਾ ਕਿ ਜਿਹੜਾ ਕੇਜਰੀਵਾਲ ਦਾ ਤੇ ਜਿਹੜਾ ਸਮਝੌਤਾ ਕਰਾਇਆ ਸੀ ਨਾ ਮਜੀਠੀਏ ਦਾ, ਉਹ ਸਰਸੇ ਦੇ ਵਿੱਚ ਪੈ ਕੇ ਕਰਾਇਆ ਸੀ ਜੀ। ਉਹਨਾਂ ਦਾ ਕਹਿਣ ਤੋਂ ਭਾਵੀ ਸਰਸਾ ਜਿਹੜਾ ਬੜਾ ਤਕੜਾ ਲੀਡਰ ਸੀ ਅਕਾਲੀ ਦਲ ਦਾ, ਇਹਨਾਂ ਦਾ ਉੱਥੇ ਦਿੱਲੀ ਕਮੇਟੀ ਦਾ ਪ੍ਰਧਾਨ ਸੀ ਤੇ ਉਹਦੇ ਅੱਛੇ ਸੰਬੰਧ ਕੇਜਰੀਵਾਲ ਨਾਲ ਹੈਗੇ ਜੀ। ਤੇ ਜੇ ਕਰਵਾਤਾ ਤੇ ਕਿਹੜੀ ਆਖਰ ਆ ਗਈ ਜੀ। ਉਹ ਕਹਿੰਦਾ, ਸਰਸਾ ਕਹਿੰਦਾ ਵੀ ਕੇਜਰੀਵਾਲ ਸਬੂਤ ਦੇ, ਮੈਂ ਉਹਦਾ ਸਮਝੌਤਾ ਕਰਾਇਆ। ਮੈਂ ਤਾਂ ਕਹਿੰਦੀ ਕੇਜਰੀਵਾਲ ਨੂੰ ਨਹੀਂ ਜੀ। ਇੱਥੋਂ ਉਹਨੇ ਕਿਹਾ ਕਿ ਆਪਣੀ ਇੰਟਰਵਿਊ ਦੇ ਵਿੱਚ ਕਿ ਜੇ ਕੇਜਰੀਵਾਲ ਨੇ ਇਮੀਡੀਏਟਲੀ ਮਾਫੀ ਨਾ ਮੰਗੀ ਤੇ ਮੈਂ ਇਹਦੇ ਖਿਲਾਫ ਉਦਾਂ ਹੀ ਕੇਸ ਕਰਾਂਗਾ ਜਦੋਂ ਮਜੀਠੀਏ ਨੇ ਕੀਤਾ ਜੀ। ਤੇ ਉਹਨੂੰ ਉਹਨਾਂ ਦੇ ਇੱਕ ਕਾਂਗਰਸੀ ਨੇ ਕਹਿਤਾ ਭਾਈ ਕੇਜਰੀਵਾਲ ਨੇ ਚੰਨੀ ਮਾਫੀ ਮੰਗੇ ਜੀ। ਉਹਨੇ ਕੋਈ ਚੰਨੀ ਨੇ ਕਿਹਾ ਸੀ ਨਾ ਵੀ ਇਹ ਕੇਜਰੀਵਾਲ ਦਾ ਸਮਝੌਤਾ ਜਿਹੜਾ ਇਹਨੇ ਕਰਾਇਆ ਸੀ, ਉਹਨੇ ਕਿਹਾ ਵੀ ਮੈਂ ਕੇਜਰੀਵਾਲ ਨੂੰ ਨਹੀਂ ਮਿਲਿਆ। ਚੰਨੀ ਦਾ ਦੋਸ਼ ਬਿਲਕੁਲ ਗਲਤ ਆ। ਜਾਂ ਤੇ ਚੰਨੀ ਤੁਰੰਤ ਮਾਫੀ ਮੰਗੇ, ਜੇ ਮਾਫੀ ਨਹੀਂ ਮੰਗਦਾ ਤੇ ਫਿਰ ਬਕਾਇਦਾ ਤੌਰ ਤੇ ਜਿੱਦਾਂ ਮਜੀਠੀਏ ਨੇ ਕੇਜਰੀਵਾਲ ਦੇ ਖਿਲਾਫ ਕੀਤਾ ਸੀ, ਮੈਂ ਕੇਸ ਪੇਸ਼ ਕਰੂੰਗਾ ਤੇ ਇਹਨੂੰ ਦਿੱਲੀ ਦੀ ਅਦਾਲਤ ਨੂੰ ਘਸੀਟੂੰਗਾ ਜੀ। ਇੱਕ ਕਾਂਗਰਸੀ ਨੇ ਅੱਗੇ ਨੇ ਗੱਲ ਕਹੀ ਸੀ ਭਾਈ ਇਹ ਤੇਰਾ ਅਧਿਕਾਰ ਆ, ਤੈਨੂੰ ਰੋਕ ਨਹੀਂ ਸਕਦਾ, ਲੇਕਿਨ ਇਹ ਗੱਲ ਸਪਸ਼ਟ ਆ ਵੀ ਤੂੰ ਸਮਝੌਤਾ ਕਰਾਇਆ, ਤੂੰ ਨਾਲ ਸੀ ਮਜੀਠੀਏ, ਤੂੰ ਪਰਛਾਵਾਂ ਚੋਂ ਨੱਦਣਾ ਦੇ ਵਿੱਚ, ਤੂੰ ਹੁਣ ਮੰਨ ਨਾ ਮੰਨ ਇਹੋ ਜਿਹੀ ਚੀਜ਼ਾਂ ਦੇ ਸਬੂਤ ਨਹੀਂ ਹੁੰਦੇ ਕਿ ਜਦੋਂ ਇਹੋ ਜਿਹੀ ਗੱਲ ਚੱਲਦੀ ਆ ਉਹ ਕਿਸੇ ਖੂੰਜੇ 'ਚ ਵੜ ਕੇ ਚੱਲਦੀ ਹੈ, ਨਾ ਕਿ ਕਿਸੇ ਮਤਲਬ ਹੋਟਲ 'ਚ ਲੈ ਕੇ ਕਰਦੇ ਆ ਜੀ। ਇਸ ਕਰਕੇ ਤੂੰ ਕਹਿ ਦੇ ਕਿਰਾਇਆ ਕਿ ਫਿਰ ਕਿਰਾਇਆ ਵਿੱਚ ਉਹਨੇ ਮਾਫੀ ਮੰਗ ਲਈ, ਬਾਕੀ ਕੀ ਰਹਿ ਗਿਆ ਜੀ। ਫਿਰ ਥੋੜਾ ਜਿਹਾ ਢਿੱਲਾ ਜ਼ਰੂਰ ਹੋਇਆ ਸੀ, ਲੇਕਿਨ ਇੱਕੋ ਹੀ ਉਹਨੇ ਕਹਿਤਾ ਵੀ ਜੇ ਚੰਨੀ ਨੇ ਮਾਫੀ ਨਾ ਮੰਗੀ ਤੇ ਇਹਦੀ ਦਿੱਲੀ ਦੀ ਜਾਂ ਕੋਰਟਾਂ 'ਚ ਮੈਂ ਘਸੀਟੂੰਗਾ, ਦੇ ਖਿਲਾਫ ਡੈਫਾਮੇਸ਼ਨ ਦਾ ਕੇਸ ਕਰੂੰਗਾ ਜੀ। ਜੀ ਪੱਟੀ ਸਾਹਿਬ, ਅਗਲੀ ਬੇਅਦਬੀ ਦੀ ਖਬਰ ਆਉਂਦੀ ਆ। ਨਿਜ਼ਾਮਪੁਰ ਦਾ ਗ੍ਰੰਥੀ ਸਿੰਘ ਹੈ ਜਿਹੜਾ ਅਮਰਜੀਤ ਸਿੰਘ, ਕਤਲ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜੀ। ਬਿਲਕੁਲ ਜੀ। ਪਹਿਲੇ ਜਿਹੜੀ ਜਦੋਂ ਉਹ ਗੱਲ ਆਈ ਸੀ ਸਾਹਮਣੇ ਤੇ ਬਕਾਇਦਾ ਤੌਰ ਤੇ ਇਹੀ ਲੱਗਦਾ ਸੀ ਕਿ ਉਹ ਬੇਅਦਬੀ ਦਾ ਕੇਸ ਨਹੀਂ ਜੀ। ਉਹ ਇੱਕ ਅਵਾਰਾ ਟਾਈਪ ਬੰਦਾ ਸੀਗਾ ਜਿਹੜਾ ਆ ਕੇ ਉਹਦੀ ਰਸੋਈ ਚੋਂ ਆ ਕੇ ਉਹਨੇ ਇੱਕ ਚਾਹ ਬਣਾਈ ਆ ਤੇ ਬਈਆਂ ਰੋਟੀਆਂ ਖਾਧੀਆਂ ਜਿਹੜੀਆਂ ਪਈਆਂ ਸੀਗੀਆਂ, ਬਾਕੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ। ਤੇ ਨਿਸ਼ਾਨ ਸਾਹਿਬ ਦੀ ਜਿਹੜਾ ਅਮਰਜੀਤ ਸਿੰਘ ਜੀ, ਅਮਰਜੀਤ ਦਾ ਗੁਰਦੁਆਰਾ ਕੋਈ ਸਰਕਾਰੀ ਨਹੀਂ ਹੈਗਾ ਜੀ, ਕੋਈ ਪਬਲਿਕ ਦਾ ਗੁਰਦੁਆਰਾ ਨਹੀਂ ਹੈਗਾ, ਨੇ ਆਪਣੇ ਘਰ 'ਚ ਗੁਰਦੁਆਰਾ ਬਣਾਇਆ ਜੀ। ਥੱਲੇ ਰਹਿਸ਼ ਹੈ, ਉੱਪਰਲੀ ਮੰਜ਼ਿਲ ਤੇ ਸ਼ਾਇਦ ਗੁਰਦੁਆਰਾ, ਕਿ ਥੱਲੇ ਦਾ ਹੈ ਥੱਲੇ ਗੁਰਦੁਆਰਾ, ਉੱਪਰ ਦੇ ਕੁਛ ਹੈ ਜੀ। ਹੁਣ ਇਹਨੇ ਕਹਿਤਾ ਜੀ ਉਹ ਬੇਅਦਬੀ ਕਰਨ ਵਾਲਾ ਸੀ, ਲੋਕ ਆ ਗਏ, ਕੋਈ ਦਰਬਾਰ ਸਾਹਿਬ ਤਾਈ ਦਾ ਵੀ ਬੇਅਦਬੀ ਹੋਈ ਸੀ, ਲੋਕ ਭੱਜੇ ਫਟਾਫਟ ਬੇਅਦਬੀ ਕਰਨ ਆਇਆ ਸੀ, ਫੜੋ ਜੀ ਮਾਰ ਦਿਓ ਜੀ ਕਰ ਦਿਓ, ਤੇ ਉਹ ਬੰਦੇ ਨੂੰ ਮਾਰ ਦਿੱਤਾ ਗਿਆ ਜੀ। ਉਹਦੀ ਸਾਰਾ ਗਵੜ ਦਿੱਤੀ ਗਈ, ਉਹਦੇ ਸਰੀਰ ਦੇ ਉਹ ਇਹੋ ਜਿਹੇ ਅੰਗ ਨਹੀਂ ਜਿੱਥੇ ਕੋਈ ਸੱਟ ਨਹੀਂ ਸੀ। ਜਦੋਂ ਪੋਸਟਮਾਰਟਮ ਹੋਇਆ ਉਸੇ ਵੇਲੇ ਜਿਹੜੇ ਉੱਥੇ ਹਰਕਮਲਪ੍ਰੀਤ ਸਿੰਘ ਜਿਹੜੇ SSP ਸੀ ਖਾਕੋ, ਉਹਨਾਂ ਨੇ ਕਹਿਤਾ ਸੀ ਵੀ ਇਹ ਬੇਅਦਬੀ ਦਾ ਕੇਸ ਸੀ, ਇਹ ਚੋਰੀ ਦਾ ਕੇਸ। ਇਸ ਕੇਸ ਵਿੱਚ ਜਦੋਂ ਬੰਦਾ ਚਲੇ ਗਿਆ, ਤੁਸੀਂ ਪਿੱਛੇ ਜਾ ਕੇ ਫੜ ਕੇ ਲੈ ਕੇ ਕਹਿਤਾ ਜੀ ਮੈਂ ਬੇਅਦਬੀ ਕਰਨ ਆਇਆ ਸੀਗਾ, ਉਹਦੇ ਵਿੱਚ 2 ਪਰਚੇ ਦਰਜ ਹੋਏ ਸੀ। ਇੱਕ 295A ਦਾ ਉਹਦੇ ਮਰਨ ਵਾਲੇ ਤੇ ਹੋਇਆ ਸੀ, ਤੇ ਇੱਕ ਜਿਹੜਾ ਹੋਇਆ ਸੀ 306 ਦਾ ਪਰਚਾ ਹੋਇਆ ਸੀ ਬਕਾਇਦਾ ਤੌਰ ਤੇ ਭੀੜ ਤੇ ਹੋਇਆ ਸੀ, ਤੇ ਨਾਲ 4-5 ਬੰਦੇ ਸੀ ਜਿਹਨਾਂ ਨੇ ਬੰਦਾ ਮਾਰਿਆ ਸੀ ਜੀ। ਉਹ ਭੀੜ ਨੇ ਰੌਲਾ ਪਾਤਾ ਤੇ ਇਮੀਡੀਏਟਲੀ IG ਗੁਰਿੰਦਰ ਸਿੰਘ ਢਿੱਲੋਂ ਨੇ ਕਹਿਤਾ ਸੀ ਅਸੀਂ ਇਹਦੀ ਜਾਂਚ ਕਰਾਂਗੇ, ਇੱਕ ਸਿੱਟ ਬਣਾ ਕੇ ਜਾਂਚ ਕਰਾਂਗੇ। ਲੇਕਿਨ ਅਗਲੇ ਦਿਨ ਹੀ ਬਕਾਇਦਾ ਤੌਰ ਤੇ ਸਾਡੇ ਹੋਮ ਮਿਨਿਸਟਰ ਜਿਹੜੇ ਸੁਖੀ ਰੰਧਾਵਾ ਸੀ, ਉਹਨਾਂ ਦਾ ਬਿਆਨ ਆ ਗਿਆ ਕਿ ਬਿਲਕੁਲ ਨਹੀਂ, ਕਿਸੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ, ਅਸੀਂ ਪੜਤਾਲ ਕਰਾ ਰਹੇ ਹਾਂ, ਜੇ ਇਹ ਕਤਲ ਹੋਇਆ ਤੇ ਕਤਲ ਦਾ ਮੁਕੱਦਮਾ ਦਰਜ ਹੋਊਗਾ। ਮੁੱਖ ਮੰਤਰੀ ਸਾਹਿਬ ਨੇ ਫਿਰ DGP ਨੂੰ ਕਿਹਾ ਵੀ ਤਾਈ ਤੁਸੀਂ ਆਪ ਜਾ ਕੇ ਦੇਖ ਕੇ ਆਓ ਵੀ ਗੱਲ ਤੇ ਕਤਲ ਕਿਵੇਂ ਹੋਇਆ ਜੀ। ਉਹਨਾਂ ਨੇ ਕਹਿਤਾ ਜੀ ਇਹ ਬੇਅਦਬੀ ਦਾ ਮਾਮਲਾ ਨਹੀਂ, ਇਹ ਕਤਲ ਆ। ਉਹ ਬੰਦਾ ਆਇਆ ਜ਼ਰੂਰ ਸੀ, ਉਹਨੇ ਆ ਕੇ ਪ੍ਰਸ਼ਾਦਾ ਛਕਿਆ, ਇਹਦੀ ਰਸੋਈ ਦੇ ਵਿੱਚ ਉਹਨੇ ਚਾਹ ਬਣਾ ਕੀਤੀ, ਬਾਕੀ ਉਹਨੇ ਕੋਈ ਗੁਨਾਹ ਨਹੀਂ ਕੀਤਾ
ਹੁਣ ਉਹਦੇ ਖਿਲਾਫ 302 ਦਾ ਪਰਚਾ ਦਰਜ ਕਰ ਦਿੱਤਾ ਗਿਆ। ਅਮਰਜੀਤ ਸਿੰਘ ਗ੍ਰੰਥੀ ਸੀ, ਉਹਨੂੰ ਅੱਜ ਫੜ ਲਿਆ ਗਿਆ। ਬਾਕੀ ਉਸਦੀ ਵੀ ਕਿੰਨੀ ਵਾਰੀ ਉਹਦੀ ਸਮਾਂ ਦੱਸੇਗਾ। ਲੇਕਿਨ ਵੇਖੋ, ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬੰਦਾ ਫੜਿਆ ਸੀ, ਮਾਰ ਕੇ ਇਹਨਾਂ ਲੋਕਾਂ ਦੇ ਸਾਰੇ ਸਬੂਤ ਮਿਟਾ ਦਿੱਤੇ ਜੀ। ਹਿੰਦੁਸਤਾਨ ਦੀ ਸਰਕਾਰ ਪਾਗਲ ਨਹੀਂ ਸੀਗੀ। ਜਦੋਂ ਬੰਬੇ ਤਾਜ ਤੇ ਟੈਬ ਵੈਸੀ ਤੇ ਕਸਾਬ ਨਾਮ ਦਾ ਇੱਕ ਜਿਹੜਾ ਅੱਤਵਾਦੀ ਸੀ ਫੜਿਆ ਗਿਆ ਸੀ ਜੀ, ਉਹਨੂੰ ਮਾਰਿਆ ਨਹੀਂ ਸੀਗਾ। ਉਹਨੂੰ ਕਰੋੜਾਂ ਰੁਪਏ ਲਾ ਕੇ ਇੱਕ ਲੰਮਾ ਸਮਾਂ ਜਿੰਦਾ ਰੱਖਿਆ ਗਿਆ, ਕਿਉਂਕਿ ਅਸਲੀ ਦਾ ਪਤਾ ਲੱਗ ਸਕੀ। ਅਸਲੀ ਸਾਹਮਣੇ ਆ ਗਈ ਸੀ ਕਿ ਉਹ ਪਾਕਿਸਤਾਨ ਦੀ ਚਾਲ ਸੀ, ਪਾਕਿਸਤਾਨ ਨੇ ਹਮਲਾ ਕਰਾਇਆ ਸੀ। ਜੀ, ਸਭ ਕੁਝ ਸਾਹਮਣੇ ਆ ਗਈ ਸੀ। ਜੇ ਸਾਡੇ ਝੂਠੇ ਵੀਰ ਥੋੜਾ ਜਿਹਾ ਸਿਆਣਪ ਕਰ ਲੈਂਦੇ, ਉਹਨੂੰ ਨਾ ਮਾਰਦੇ, ਉਹਦੀ ਇਨਵੈਸਟੀਗੇਸ਼ਨ ਪ੍ਰੋਪਰਲੀ ਕਰਦੇ, ਜਦੋਂ ਇਹ ਨਸ਼ੇ ਦਿੰਦੇ, ਨਸ਼ਿਆਂ ਦੇ ਟੀਕੇ ਟੂਕੇ ਲਾ ਦਿੰਦੇ, ਫਿਰ ਇਹਨੂੰ ਸਖਤ ਤੋਂ ਘੱਟ ਲੱਗਦੀ। ਜੀ, ਜਦੋਂ ਉਹਦਾ ਅਸਰ ਖਤਮ ਹੁੰਦਾ ਤੇ ਫਿਰ ਤੁਸੀਂ ਕਰਦੇ, ਵੱਖਰੀ ਗੱਲ ਸੀਗੀ। ਇਹਨਾਂ ਫਟਾਫਟ ਮਾਰ ਦਿਓ ਜੀ, ਇਸ ਦੀ ਸਿੱਖੀ ਪਰੰਪਰਾਵਾਂ ਦੇ ਦਿਓ ਜੀ ਸਜ਼ਾ। ਭਾਈ ਅੱਜ ਅਸੀਂ 18ਵੀਂ ਸਦੀ ਚ ਨਹੀਂ ਹੈਗੇ, ਅੱਜ 21ਵੀਂ ਸਦੀ ਚ ਜਿਉਂਦੇ ਅਸੀਂ। ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਉਹ ਬੰਦਾ ਮਾਰਿਆ ਗਿਆ ਸੀ, ਇਹ ਮੁਹੱਈਆ ਕਰ ਦਿੱਤਾ ਸੀ। ਬਕਾਇਦਾ ਤੌਰ ਤੇ ਵੀਰ ਤੇ ਪਾ ਕੇ ਉਹਨੂੰ ਦਫ਼ਤਰ ਚ ਲੈ ਕੇ ਗਏ, ਮੁੜ ਕੇ ਦਫ਼ਤਰ ਦੀ ਉੱਪਰਲੀ ਮੰਜ਼ਿਲ ਤੋਂ ਥੱਲੇ ਸੁੱਟਿਆ ਗਿਆ ਜੀ। ਉਹਦਾ ਸ਼ਾਇਦ ਮਾੜਾ ਮੋਟਾ ਕਿ ਸਾਹ ਉਹਦਾ ਵੱਜ ਜਾਂਦਾ, ਜੇ ਸੁੱਟਿਆ ਗਿਆ ਉਸ ਚਿੱਤਰ ਨੇ ਵੱਜਿਆ, ਸਿਰ ਦਾ ਸਿਰਾ ਖੜੀ ਹੋ ਗਿਆ, ਛਾਤੀ ਦੀ ਇੱਕ ਜਿਹੜੀ ਸੀ ਜਿਹੜੀ ਪੱਥਰੀ ਟੁੱਟ ਗਈ। ਤੇ ਮੈਨੂੰ ਦੱਸਣਾ ਕਿੱਥੋਂ ਸੀ ਉਹਦੇ ਵਿਚਾਰੇ ਨੇ, ਉਹ ਉਦੋਂ ਖਤਮ ਹੋ ਗਿਆ। ਇਸ ਕਰਕੇ ਜੇ ਕਿਤੇ ਇੱਕ ਝੂਠੇ ਥੋੜੀ ਸ਼ਰਾਬ ਕਰਦਾ ਤੇ ਮੇਰਾ ਖਿਆਲ ਸੀ ਵੀ ਉਹਦੀ ਜਿਹੜੀ ਸਲੀਮ ਸਾਹਮਣੇ ਆ ਜਾਣੀ ਸੀ ਕਿ ਜਿਹੜੀ ਸ਼ਕਤੀਆਂ ਕਿਹੜੀਆਂ ਕੰਮ ਕਰਦੀਆਂ, ਉਹ ਕੁਛ ਲੱਭ ਨਹੀਂ ਰਿਹਾ ਉਹਦੇ ਕੋਲ। ਪਿਛਲੇ ਪਾਸੇ ਕਿਹੜੀਆਂ ਸ਼ਕਤੀਆਂ ਲੱਭ ਨਹੀਂ ਰਿਹਾ ਕੁਛ। ਇਹਨਾਂ ਨੂੰ ਇਹਦੇ ਤੇ ਮੇਰੇ ਖਿਆਲ ਨਾਲ ਗੌਰ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਉਹਨੇ ਸਵਾਲ ਪੁੱਛਿਆ ਜਿਹੜੇ ਸਕੱਤਰ ਨੂੰ, ਪੜ੍ਹੇ ਲਿਖੇ ਸਕੱਤਰ ਨੂੰ, ਪੜ੍ਹੇ ਲਿਖੇ ਪ੍ਰਧਾਨ ਨੂੰ, ਸੌਰੀ, ਹਰਜਿੰਦਰ ਸਿੰਘ ਧਾਮੀ, ਕਹਿੰਦੇ ਮੈਂ ਐਡਵੋਕੇਟ ਹਾਂ ਜੀ, ਤੇ ਮੈਨੂੰ ਉੱਥੇ ਐਡਵੋਕੇਟ ਦੀ ਗੱਲ ਲੱਗੀ ਨਹੀਂ ਉਦੋਂ ਕੋਈ ਜੀ। ਆਪ ਹੀ ਸਾਰੀ ਗੱਲ ਦੱਸਦੀ ਜੀ, ਏਦਾਂ ਹੋਇਆ ਜੀ, ਏਦਾਂ ਹੋਇਆ ਜੀ, ਏਦਾਂ ਹੋਇਆ ਜੀ। ਆਪ ਹੀ ਸਾਰੀ ਮੰਨ ਲਈ ਕਿ ਸਾਡਾ ਕਸੂਰ ਸੀ ਜੀ। 4 ਵਾਰੀ ਤੁਸੀਂ ਬੰਦੇ ਤੇ ਸ਼ੱਕ ਕੀਤਾ, 2 ਵਾਰੀ ਤੁਸੀਂ ਉਹਨੂੰ ਬਾਹਰੋਂ ਮੋੜਿਆ, 1 ਵਾਰੀ ਤੁਸੀਂ ਅੰਦਰੋਂ ਮੋੜਿਆ, 4ਥੀ ਵਾਰ ਐਂਟਰ ਕੀਤਾ ਅੰਦਰ ਦਰਬਾਰ ਦੇ ਜੀ। ਤੇ ਤੁਸੀਂ ਉਹਨੂੰ ਰੋਕ ਨਹੀਂ ਸਕੇ। ਤੁਸੀਂ ਦਿੱਤਾ ਨਹੀਂ ਪੁਲਿਸ ਨੂੰ ਕਿ ਸ਼ੱਕੀ ਬੰਦਾ ਦੀ ਪੜਤਾਲ ਕਰੋ ਜੀ। ਜੀ, ਤੁਸੀਂ ਆਪਣੇ ਸੀਨੀਅਰ ਅਧਿਕਾਰੀ ਨੂੰ ਦੱਸਦੇ ਪੜਤਾਲ ਕਰੋ ਜੀ, ਵੀ ਕਿਸੇ ਨੇ ਕੁਛ ਨਹੀਂ ਕੀਤਾ ਉੱਥੇ। ਉਹ ਗਲਤੀ ਨਹੀਂ ਮੰਨਦੇ ਆਪਣੀ। ਦੂਜੀ ਗੱਲ ਕਹਿੰਦੇ ਸਿੱਖੀ ਪਰੰਪਰਾ ਅਨੁਸਾਰ ਸਜ਼ਾ ਦੇ ਦਿੱਤੀ ਆ। ਭਾਈ ਜੇ ਕਿਤੇ ਉੱਥੇ ਦਰਬਾਰ ਸਾਹਿਬ ਦਾ ਹੁੰਦਾ, ਥੋੜਾ ਬਹੁਤਾ ਬਾਹਰ ਹੁੰਦਾ, ਤੇ ਤੁਹਾਨੂੰ ਭਾਈਦਾਰਾਂ ਨਾਲ ਲੱਭਦਾ ਜੀ। ਅੱਜ ਵੀ ਮੈਂ ਕਹਿੰਦਾ ਕਿ ਉਹਦੀ ਪੂਰੀ ਪੜਤਾਲ ਹੋਣੀ ਚਾਹੀਦੀ ਹੈ, ਜਿਹੜੇ ਦੋਸ਼ੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਗੱਲ ਥੋੜੀ ਬਣਦੀ ਵੀ ਤੁਸੀਂ ਸਾਰੀ ਇੱਕੀ ਸਦੀ ਤੁਸੀਂ ਕਰੇ ਫਿਰਦੇ। ਜੋ ਉਹਨੇ ਕੀਤਾ ਬਿਲਕੁਲ ਗਲਤ ਕੀਤਾ, ਕੋਈ ਸ਼ੱਕ ਵਾਲੀ ਗੱਲ ਨਹੀਂ, ਗਲਤੀ ਸੀ ਉਹਨੇ। ਮੈਂ ਨਾ ਉਹਦੇ ਖਿਲਾਫ ਕਾਰਵਾਈ ਬਣਦੀ ਹੈ, ਸਖਤ ਤੋਂ ਸਖਤ ਕਾਰਵਾਈ ਬਣਦੀ ਹੈ। ਉਹਨੂੰ ਜਿਹੜਾ ਕਾਨੂੰਨ ਫਾਂਸੀ ਸਜ਼ਾ ਵਿੱਚ ਸੀ, ਮੰਨਦੇ ਇਸ ਗੱਲ ਨੂੰ। ਲੇਕਿਨ ਜਿਹੜੀ ਇਹਨਾਂ ਕਰਤੂਤ ਕੁੜੀ ਵੀ ਬਹੁਤੀ ਵਧੀਆ ਨਹੀਂ ਖੋਲੀ। ਇਹਨਾਂ ਨੂੰ ਚਾਹੀਦਾ ਸੀ ਵੀ ਪਹਿਲਾਂ ਉਹਨੂੰ ਮਾਰਨ ਤੋਂ ਪਹਿਲਾਂ ਉਹਦੀ ਪੜਤਾਲ ਕਰਦੇ। ਸਾਡੇ ਕੀ ਆਰਮੀ ਅਫਸਰ ਦੇ ਸਾਬਕਾ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਸੀ, ਉਹਨਾਂ ਨੂੰ ਬੁਲਾਉਂਦੇ ਨਾ, ਟ੍ਰੇਨਿੰਗ ਨਹੀਂ ਹੁੰਦੀ ਹੈ। ਕੋਈ ਸਾਬਕਾ ਪੁਲਿਸ ਅਫਸਰ ਇਹਨਾਂ ਨੂੰ ਭੇਜੇ ਸੀ ਜਿਹੜੇ ਉਹ ਬੁਲਾ ਕੇ ਉਹਦੀ ਪੜਤਾਲ ਕੀਤੀ ਜਾ ਸਕਦੀ। ਬਿਲਕੁਲ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆ ਜਾਂਦਾ। ਕੋਈ ਕਿੱਡਾ ਵੀ ਬੰਦਾ ਹੋਵੇ, ਉਹ ਤੋਂ ਕੁਛ ਨਾ ਕੁਛ ਪੁੱਛਗਿੱਛ ਕਰਕੇ ਉਹਦੇ ਫਿੰਗਰਪ੍ਰਿੰਟ ਲੈ ਕੇ ਉਹਦਾ ਐਡਰੈਸ ਬਾਹਰ ਆ ਸਕਦਾ ਸੀ। ਉਹਦਾ ਬੜਾ ਕੁਝ ਆਲਾ ਦੁਆਲਾ ਫਰੋਲਿਆ ਜਾ ਸਕਦਾ ਸੀ ਜਿੱਥੋਂ ਨੂੰ ਉਹ ਸੰਬੰਧ ਰੱਖਦਾ ਸੀ। ਮੈਨੂੰ ਇਹ ਨਹੀਂ ਆਉਂਦਾ ਵੀ ਉਸ ਪ੍ਰਧਾਨ ਨੂੰ ਸਵਾਲ ਉਹਨੂੰ ਪੁੱਛਿਆ ਮੈਂ ਜੀ। ਉਹ ਕਹਿੰਦਾ ਵੀ ਤੂੰ ਚਾਹੁੰਦਾ ਵੀ ਬੇਅਦਬੀ ਠੀਕ ਹੈ। ਮੈਂ ਕਿਹਾ ਜੀ ਮੈਂ ਬੇਅਦਬੀ ਦੀ ਗੱਲ ਕੀਤੀ, ਮੈਂ ਤੁਹਾਨੂੰ ਕਿਹਾ ਸੀ ਕੁਝ ਸਮਾਂ ਨੂੰ ਹੋਰ ਜਿੰਦਾ ਰੱਖ ਕੇ ਉਹਦੀ ਪੁੱਛ ਪੜਤਾਲ ਕਰਦੇ ਕਿ ਆਇਆ ਕਿੱਥੋਂ ਆ, ਬਿਲਕੁਲ ਇਹ ਕੌਨਸੀਕੁਐਂਸੀ ਕੀ ਹੈ। ਤੁਸੀਂ ਮਾਰਤਾ ਉਹਨੂੰ। ਕੀ ਪਤਾ ਕਿੰਨੇ ਕੁ ਬੰਦੇ ਜਿਹੜੇ ਹੈਗੇ ਆ ਜੀ, ਕਿੰਨੇ ਕੁ ਬੰਦਿਆਂ ਨੇ ਟ੍ਰੇਨਿੰਗ ਲਈ ਹੋਈ ਹੈ, ਤੇ ਕਿੰਨੇ ਕੁ ਬੰਦੇ ਹੋਰ ਜਿਹੜੇ ਹੈਗੇ ਆ ਉਹਦੇ ਨਾਲ ਵਾਲੇ ਹਜੇ ਵੀ ਉਹ ਜਿਉਂਦੇ ਜਾਗਦੇ ਫਿਰਦੇ ਨੇ, ਤੇ ਉਹ ਬੇਅਦਬੀ ਦੀ ਤਾਕ 'ਚ ਨੇ ਕਿਸੇ ਵੀ ਧਰਮ ਦੀ। ਜਿਹੜਾ ਇਹਨਾਂ ਦਾ ਮੈਨੇਜਰ ਆ, ਜਿਹਨੂੰ ਗੁੰਡਾ ਪ੍ਰਸਾਦ ਕਹਿੰਦੇ ਲੋਕ, ਉਹ ਬੰਦਾ ਬਾਅਦ ਦੇ ਵਿੱਚ ਆਇਆ ਜਦੋਂ ਬੰਦੇ ਨੂੰ ਖਤਮ ਕਰਤਾ ਜੀ। ਉਹ ਮਰੇ ਤੇ ਠੁੱਡੇ ਮਾਰਦਾ ਰਿਹਾ। ਤੇਰੀ ਸਗੋਂ ਜ਼ਿੰਮੇਵਾਰੀ ਬਣਦੀ ਤੇ ਆ ਕੇ ਸਗੋਂ ਇਹਨਾਂ ਨੂੰ ਕੋਈ ਦਿਸ਼ਾ ਨਿਰਦੇਸ਼, ਤੂੰ ਮਰੇ ਠੁੱਡੇ ਮਾਰਦਾ ਰਿਹਾ ਜੀ। ਤੇ ਸਾਡਾ ਇੱਕ ਪੱਤਰਕਾਰ ਇਹਦਾ ਮਰਦੇ ਮਜ਼ਾਇਦ ਫਲਾਣਾ ਮੈਨੇਜਰ ਫਲਾਣਾ ਮਰਦੇ ਮਜ਼ਾਇਦ। ਭਾਈ ਤੂੰ ਗੁਰੂ ਗੋਬਿੰਦ ਸਿੰਘ ਤੁਲਨਾ ਕਰਨੇ ਆ ਜੀ। ਬਿਲਕੁਲ ਇਹੋ ਜਿਹੇ ਸਾਡੇ ਪੱਤਰਕਾਰ ਵੀ ਹੈਗੇ, ਤੇ ਇਹੋ ਜਿਹੇ ਸਾਡੇ ਉੱਥੇ ਲੀਡਰ ਵੀ ਹੈਗੇ, ਤੇ ਸਾਡੇ ਉਹੋ ਜਿਹੇ ਅਧਿਕਾਰੀ ਵੀ ਹੈਗੇ ਆ। ਕਿਸੇ ਗੱਲ ਦਾ ਕੋਈ ਠੋਸ ਜਵਾਬ ਨਹੀਂ ਹੈਗਾ। ਪਤਾ ਨਹੀਂ ਆ ਗੱਲ ਕਿਵੇਂ ਕਰਨੀ ਹੈ, ਗੱਲ ਕਿਵੇਂ ਕਰਨੀ। ਬਸ ਠੀਕ ਬਹਿ ਕੇ ਕੋਈ ਪ੍ਰਧਾਨ ਬਣਾਤਾ, ਕੋਈ ਸਕੱਤਰ ਬਣਾਤਾ। ਮੇਰੇ ਦਿਮਾਗ 'ਚ ਇੱਕ ਹੋਰ ਜਿਹੜੀ ਹੈਗਾ ਸਵਾਲ ਉੱਠ ਰਿਹਾ, ਉਹ ਵੀ ਤੁਹਾਡੇ ਤੋਂ ਪੁੱਛ ਲਾਂ। ਤੁਸੀਂ ਸੀਨੀਅਰ ਪੱਤਰਕਾਰ ਹੋ ਔਰ ਅੰਮ੍ਰਿਤਸਰ ਦੀ ਸਿਆਸਤ ਨੂੰ ਵੀ ਤੇ ਪੰਜਾਬ ਦੀ ਸਿਆਸਤ ਨੂੰ ਨੇੜੇ ਤੋਂ ਦੇਖਿਆ। ਜਦੋਂ ਚੋਣਾਂ ਦਾ ਵਕਤ ਆਉਂਦਾ, ਉਦੋਂ ਹੀ ਬੇਅਦਬੀਆਂ ਜਿਹੜੀਆਂ ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਦੀਆਂ ਵੱਖ-ਵੱਖ ਧਰਮਾਂ 'ਚ ਹੋਣ ਲੱਗ ਜਾਂਦੀਆਂ ਨੇ। ਇਹਦੇ ਪਿੱਛੇ ਵੀ ਕਦੇ
ਕਦੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰੀ ਹੋਊਗੀ ਕਿ ਸਿਰਫ ਸਿਆਸਤ ਤੋਂ ਪ੍ਰੇਰਿਤ ਸਮਾਂ ਹੀ ਹੁੰਦਾ? ਦੇਖੋ, ਚੰਨੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਵਾ, ਅਸੀਂ ਉਹ ਸਿਆਸੀ ਗੱਲ ਨਾਲ ਸਹਿਮਤ ਨਹੀਂ ਹੁੰਦੇ ਜੀ, ਲੇਕਿਨ ਉਹ ਜ਼ਿੰਮੇਵਾਰ ਉਹਦੇ ਤੇ ਬੈਠੇ ਜੀ। ਉਹਨਾਂ ਕਿਹਾ ਕਿ ਮਜੀਠੀ ਦੇ ਖਿਲਾਫ ਕਾਰਵਾਈ ਕਰਨ ਤੋਂ ਬਾਅਦ ਇਹ ਦੋ ਵੱਡੀਆਂ ਘਟਨਾਵਾਂ ਕਿਉਂ ਵਾਪਰੀਆਂ? ਜੀ, ਉਹ ਮੰਦਭਾਗਾ, ਇਹ ਮੰਦਭਾਗਾ ਵਿਚਾਰਾਂ ਵਾਲੀ ਗੱਲ। ਉਹਨਾਂ ਨੇ ਜੋ ਸੰਕੇਤ ਅਸੀਂ ਉਹਦਾ ਸਹਿਮਤ ਨਹੀਂ ਜੀ। ਉਹਦੇ ਮਤਲਬ ਕਿ ਅਸੀਂ ਕਹਿੰਦੇ ਇਨਵੈਸਟੀਗੇਟ ਕਰੋ ਕਿਉਂ ਘਟਨਾ ਵਾਪਰੀ ਹੈ, ਸਰਕਾਰ ਦੀ ਜਾਂਚ ਦਾ ਵਿਸ਼ਾ ਜੀ। ਬਿਲਕੁਲ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਨੂੰ ਇਨਸਾਫ ਦੇਣਾ, ਲੋਕਾਂ ਦੀ ਜਿਹੜੀ ਰੱਖਿਆ ਕਰਨਾ, ਉਹਨਾਂ ਨੂੰ ਰੁਜ਼ਗਾਰ ਦੇਣਾ, ਉਹਨਾਂ ਨੂੰ ਸਾਰੇ ਖਾਣ ਪੀਣ ਦਾ ਪ੍ਰਬੰਧ ਕਰਨਾ ਸਰਕਾਰ ਦੀ ਡਿਊਟੀ ਹੈ। ਲੇਕਿਨ ਉਹ ਆਪਣੀ ਜ਼ਿੰਮੇਵਾਰੀ ਤੋਂ ਮੈਂ ਸਮਝਦਾ ਵੀ ਇਤਿਹਾਸ ਦੀ ਕਰੀ ਕਹਿੰਦੇ ਸਾਡੀਆਂ ਏਜੰਸੀ ਜਿਹੜੀਆਂ ਉਹ ਪੜਤਾਲ ਕਰ ਰਹੀਆਂ, ਲੇਕਿਨ ਜੋ ਮੈਨੂੰ ਏਜੰਸੀ ਨੇ ਦੱਸਿਆ ਕਿ ਇਹ ਕਿਤੇ ਮਜੀਠੀਏ ਨੂੰ ਫੜਨ ਤੋਂ ਬਾਅਦ ਘਟਨਾਵਾਂ ਇਮੀਡੀਏਟਲੀ ਵਾਪਰੀਆਂ, ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੇ ਜੀ। 31 ਜਨਵਰੀ 2017 ਨੂੰ ਇੱਕ ਕਾਂਡ ਹੋਇਆ ਸੀ ਮੌੜ ਦੇ ਵਿੱਚ ਜੀ, ਮੌੜ ਬੰਬ ਬਲਾਸਟ ਹੋਇਆ ਸੀ ਜੀ। ਉਹਦੇ ਵਿੱਚ ਮੇਰੇ ਖਿਆਲ ਉਸ ਬਲਾਸਟ ਦੇ ਵਿੱਚ ਜਿਹੜਾ ਸੀ 5 ਬੰਦੇ ਮਰੇ ਸੀਗੇ, 5 ਬੱਚੇ ਮਰੇ ਸੀ ਤੇ ਬਾਕੀ 7 ਬੰਦੇ ਮਰੇ ਸੀ ਜੀ। ਉਹ ਜਦੋਂ ਉਹਦੀ ਤਫਤੀਸ਼ ਹੋਈ, ਪੜਤਾਲ ਹੋਈ, ਪੜਤਾਲ ਤੋਂ ਬਾਅਦ ਉਹਦੀ ਜਿਹੜੀ ਪੜਤਾਲ ਸੀ, ਉਹਦੀ ਜਾਂਚ ਕਿੱਥੇ ਪੁੱਜੀ? ਸੱਚਾ ਸੌਦਾ ਤੇਰੇ ਡੇਰੇ ਦੇ ਵਿੱਚ ਜੀ। ਉੱਥੋਂ ਸਾਰੀ ਗੱਲ ਸਾਬਤ ਹੋ ਗਈ ਕਿ ਉਹ ਕਾਰ ਜਿਹੜੀ ਸੀ ਬਕਾਇਦਾ ਤੌਰ ਤੇ ਉੱਥੋਂ ਤਿਆਰ ਹੋ ਕੇ ਆਈ, ਉੱਥੋਂ ਰੰਗ ਹੋ ਕੇ ਆਈ, ਉੱਥੋਂ ਤੇ ਨੰਬਰ ਬਦਲ ਕੇ ਸਭ ਕੁਝ ਉੱਥੋਂ ਕਰਕੇ ਆਈ ਜੀ। ਬਲਾਸਟ ਉਹਨਾਂ ਕੀ ਕੀਤਾ ਅਜੇ ਤੱਕ ਨਹੀਂ ਪਤਾ, ਕਿਉਂਕਿ ਹਰਮਿੰਦਰ ਸਿੰਘ ਜੱਸੀ ਸੌਦਾ ਸਾਹਿਬ ਦਾ ਜਿਹੜਾ ਬਕਾਇਦਾ ਤੌਰ ਤੇ ਕੁਲਮ ਸੀਗਾ, ਲੇਕਿਨ ਸੌਦਾ ਸਾਹਿਬ ਦੀ ਤੇ ਹਰਮਿੰਦਰ ਜੱਸੀ ਦੀ ਕੋਈ ਟੀਮ ਸਹੀ ਨਹੀਂ ਸੀ ਜਿਹੜਾ ਦਿਨਾਂ ਦੇ ਵਿੱਚ ਜੀ। ਹੁਣ ਪੋਸੀਬਿਲਿਟੀ ਵੀ ਉਹ ਤੁਹਾਨੂੰ ਪਤਾ ਸੌਦਾ ਸਾਹਿਬ ਦਾ ਜਿੱਦਾਂ ਦਾ ਹੈਗਾ ਸੀ, ਫੜ ਲਓ, ਕਰਦੇ ਹੋ, ਮਾਰਦੇ, ਕੋਈ ਗੱਲ ਨਹੀਂ, ਸਰਕਾਰ ਆਪਣੇ ਨਾਲ ਸਭ ਆਪਾਂ ਹੀ ਇੱਥੇ ਹੈਗੇ ਜੀ। ਉਹ ਜਿਹੜੀ ਸਟੇਟ ਦਾ ਇੱਕ ਹੋਮ ਮਿਨਿਸਟਰ ਜਾ ਕੇ ਉਹਦੇ ਪੈਰਾਂ ਤੇ 51 ਲੱਖ ਦਾ ਚੈੱਕ ਰੱਖ ਕੇ ਮੱਥਾ ਟੇਕਦਾ, ਜੀ ਬਾਬਾ ਜੀ ਤੁਸੀਂ ਮਹਾਨ ਹੋ, ਤੁਹਾਡੇ ਤੋਂ ਵੱਡਾ ਦੁਨੀਆ ਤੇ ਨਾ ਕੋਈ ਬੰਦਾ ਜੰਮਿਆ ਤੇ ਨਾ ਜੰਮਣਾ ਜੀ। ਤੇ 10 ਦਿਨਾਂ ਬਾਅਦ ਜਦੋਂ ਉਹਨੂੰ ਫੜ ਕੇ ਅੰਦਰ ਦਿੰਦੇ ਆ ਤੇ ਫਿਰ 51 ਲੱਖ ਦਾ ਚੈੱਕ ਵੀ ਵਾਪਸ ਨਹੀਂ ਮਿਲਦਾ। ਬਿਲਕੁਲ ਸਹੀ। ਇਸ ਕਰਕੇ ਉਹ ਕੁਝ ਵੀ ਕਰ ਸਕਦਾ ਸੀ। ਅਜੇ ਤੱਕ ਮੌੜ ਬੰਬ ਧਮਾਕੇ ਦੀ ਪੂਰੀ ਸੱਚਾਈ ਸਾਹਮਣੇ ਲਿਆ ਕੇ ਰੱਖੀ ਗਈ ਕਿ ਉਹ ਬਲਾਸਟ ਤੇ ਕਿਉਂ ਹੋਇਆ ਸੀ, ਕਿਵੇਂ ਹੋਇਆ ਸੀ, ਸਭ ਕੁਝ ਦੱਸਿਆ ਸੀ ਜੀ। ਤੇ ਜੇ ਉਹਦਾ ਨਹੀਂ ਆਇਆ ਤਾਂ ਹੁਣ ਕਿੱਥੋਂ ਆਉਣਾ ਸਾਰਾ? ਹੁਣ ਜਿਹੜਾ ਕੱਲ ਲੁਧਿਆਣੇ 'ਚ ਬਲਾਸਟ ਹੋਇਆ, ਇਹ ਵੀ ਇੱਕ ਉਹਦਾ ਹਿੱਸਾ ਮੈਂ ਕਹਿੰਦਾ ਜੀ। ਇਹਦੀ ਵੀ ਜੇ ਕਿਤੇ ਸਹੀ ਪੜਤਾਲ ਹੋਵੇ ਕੋਈ ਦੋ ਇਹਦੇ ਚੱਲਦੀ। ਪਹਿਲੀ ਗੱਲ ਤੇ ਉਹ ਬੰਦਾ ਬੰਬ ਫਿੱਟ ਕਰ ਰਿਹਾ ਹੋਏਗਾ ਉੱਥੇ ਮੌਕੇ ਦੇ ਉੱਤੇ ਤੇ ਕੁਦਰਤੀ ਚੱਲ ਗਿਆ, ਬੜਾ ਸੈਂਸਿਟਿਵ ਤਾਰਾਂ ਤੁਰਾਂ ਦੀਆਂ ਹੁੰਦੀਆਂ, ਜਦ ਤੱਕ ਤਾਰ ਲੱਗੀ ਰੱਖੀ ਬਸ। ਜੇ ਉਹ ਆਪ ਹੀ ਹਿਊਮਨ ਬੰਬ ਬਣਦਾ, ਹਿਊਮਨ ਬੰਬ ਸੀ, ਆਪ ਆਪਣੇ ਆਪ ਹੀ ਫਿੱਟ ਕਰਨ ਡਿਆ ਸੀ, ਤੇ ਬਾਹਰ ਬਲਾਸਟ ਕਰਦਾ, ਲੋਕਾਂ ਚ ਕਰਦਾ ਕਿ ਵੱਧ ਲੋਕੀ ਮਰਦੇ ਜੀ। ਉਹਨਾਂ ਅੱਤਵਾਦੀ ਦਾ ਕੰਮ ਹੁੰਦਾ ਲੋਕਾਂ ਨੂੰ ਮਾਰਨਾ, ਪੈਨਿਕ ਫੈਲਾਉਣਾ, ਹੋਰ ਦਾ ਕੰਮ ਕੋਈ ਨਹੀਂ ਹੁੰਦਾ। ਇਹੋ ਜਿਹੇ ਸਾਡੇ ਸਮਾਜ 'ਚ ਵੀ ਲੋਕ ਹੈਗੇ ਨੇ। ਚਲੋ ਚੰਨੀ ਸਾਹਿਬ ਨੇ ਉਹਦੇ 'ਚ ਵੀ ਕਹਿ ਦਿੱਤਾ ਕਿ ਜਾਂਚ ਦਾ ਵਿਸ਼ਾ, ਜਾਂਚ ਅਸੀਂ ਕਰ ਰਹੇ, ਤਖਲੀਕ ਕਰ ਰਹੇ। ਇਸ ਕਰਕੇ ਬੇਅਦਬੀ ਨਹੀਂ ਘਟਨਾ ਵਾਪਰਦੀ ਆ। ਹੁਣ ਅਮਰਜੀਤ ਸਿੰਘ ਚਲਾ ਗਿਆ ਅੰਦਰ, ਉਹਦੇ ਨਾਲ ਕਿੰਨੇ ਹੋਰ ਜਾਣੇ, ਕਿੰਨੇ ਨੇ ਦੱਸਣੇ, ਜਦੋਂ ਦੀ ਇੰਟੈਰੋਗੇਸ਼ਨ ਲਈ ਉਹ ਸਾਰੇ ਅੰਦਰ ਜਾਣਗੇ ਤੇ ਕਤਲ ਦਾ ਮੁਕੱਦਮਾ ਹੋਏਗਾ ਤੇ 20 ਸਾਲ ਪੈ ਜਾਣਗੇ। ਇਹ ਕੋਈ ਸਧਾਰਨ ਗੱਲ ਨਹੀਂ ਹੈਗੀ ਜੀ। ਇਸ ਕਰਕੇ ਬੇਅਦਬੀਆਂ ਹੋ ਰਹੀਆਂ, ਸਾਨੂੰ ਪਤਾ ਜੀ। ਬੇਅਦਬੀਆਂ ਵੀ ਕਦੋਂ ਜ਼ਿਆਦਾ ਸ਼ੁਰੂ ਹੋਈਆਂ? ਰੰਧਾਵਾ ਸਾਹਿਬ ਗੱਲ ਕਹਿੰਦੇ ਹੁੰਦੇ, ਸੁੱਖੀ ਰੰਧਾਵਾ, ਉਹਨਾਂ ਕੱਲ ਇੱਕ ਬਿਆਨ ਦਿੱਤਾ ਸੀ, ਬੜਾ ਵਧੀਆ ਬਿਆਨ ਸੀ ਜੀ। ਉਹ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨੀਅਤ ਤੇ ਸ਼ੱਕ ਨਹੀਂ ਕਰਦੇ ਜੀ, ਕਿਉਂਕਿ ਜਿੰਨਾ ਚਿਰ ਉਹਨਾਂ ਦਾ ਕੰਟਰੋਲ ਰਿਹਾ, ਨਾ ਬੇਅਦਬੀ ਹੋਈ ਆ, ਨਾ ਕੋਈ ਨਜਾਇਜ਼ ਹੋਈ ਆ, ਨਾ ਕੋਈ ਸੈਂਡ ਮਾਫੀਆ ਆਇਆ, ਨਾ ਕੋਈ ਲੈਂਡ ਮਾਫੀਆ ਆਇਆ, ਨਾ ਕੇਬਲ ਮਾਫੀਆ ਆਇਆ, ਨਾ ਟਰਾਂਸਪੋਰਟ ਮਾਫੀਆ ਜੀ। ਜਦੋਂ ਉਹਨਾਂ ਤੋਂ ਕੋਈ ਸੁਪਰ ਸੀਐਮ ਬਣ ਗਏ, ਨਾਲ ਉਹਦੇ ਹੋਰ ਰਲ ਗਏ, ਮਾਝੇ ਦੇ ਜਰਨੈਲ ਰਲ ਗਏ, ਉਹਨਾਂ ਨੇ ਫਿਰ ਸਭ ਕੁਛ ਕੀਤਾ, ਫਿਰ ਪੂਰਾ ਲੁੱਟਿਆ ਪੁੱਟਿਆ, ਪੰਜਾਬ ਨੂੰ ਬਰਬਾਦ ਕੀਤਾ। ਕਹਿੰਦੇ ਅਸੀਂ ਉਸ ਗੱਲ ਦੀ ਗੱਲ ਕਰਦੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਨਹੀਂ ਕਰਦੇ। ਇਸ ਕਰਕੇ ਸਹੀ ਗੱਲ ਆ, ਜਦੋਂ ਵੀ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ, ਉਹਦੀ ਪੂਰੀ ਪਹਿਲਾਂ ਪੜਤਾਲ ਕੀਤੀ ਜਾਵੇ। ਪੜਤਾਲ ਕਰਨ ਤੋਂ ਬਾਅਦ ਜਿਹੜਾ ਅਸੀਂ ਤਕੜੀ ਕਾਰਵਾਈ ਕੀਤੀ ਜਾਵੇ। ਸਾਡੇ ਕੋਈ ਸ਼ਹੀਦ ਜਥੇਬੰਦੀ ਗਰਮਬਲੀ ਜਿਹੜੇ ਕਹਿੰਦੇ ਜੀ ਬੜਾ ਵਧੀਆ ਕੀਤਾ ਜੀ, 18 ਸਿੱਧਰ, ਉਹ ਭਾਈ 18ਵੀਂ ਸਦੀ ਸਾਡੀ ਲੜਾਈ ਜਿਹੜੀ ਮੈਨ ਟੂ ਮੈਨ ਸੀਗੀ ਜੀ। ਅੱਜ ਸਾਨੂੰ ਸਿਰ ਦੇਣ ਦੀ ਲੋੜ ਨਹੀਂ, ਸਿਰ ਵਰਤਣ ਦੀ ਲੋੜ ਆ। ਉਸ ਪਾਸੇ ਆਓ ਜੇ ਕੋਈ ਤਰੱਕੀ ਕਰਨੀ ਆ, ਤੇ ਨਹੀਂ ਤੇ ਫਿਰ ਤੁਸੀਂ ਜਿਸਮ ਦਾ ਬੰਦਾ ਵਰਿਆ ਨਾ,
जी ये ਸਾਬਤ ਨਹੀਂ ਆ ਕਿ ਹਿੰਦੂ ਸੀ, ਮੁਸਲਮਾਨ ਸੀ, ਸਿੱਖ ਸੀ, ਕੋਈ ਸਾਬਤ ਨਹੀਂ ਹੈ। ਲੇਕਿਨ ਆਮ ਲੋਕਾਂ ਦੇ ਵਿੱਚ ਪੱਕਾ ਪੈ ਗਿਆ ਕਿ ਉੱਥੇ ਇਹੋ ਜਿਹੀ ਘਟਨਾ ਵਾਪਰੀ, ਕੀ ਲੈਣ ਜਾਣਾ ਤੋਂ ਬਿਲਕੁਲ ਉਹਨਾਂ ਦੀ ਸ਼ਰਧਾਲੂਆਂ ਤੇ ਵੀ ਅਸਰ ਪੈ ਗਿਆ ਇਸ ਗੱਲ ਦਾ ਜੀ। ਤੁਸੀਂ ਸਹੀ ਕਿਹਾ ਜੀ। ਅਗਲੀ ਖਬਰ ਜਿਹੜੀ ਹੈਗੀ ਹੈ, 24 ਜਥੇਬੰਦੀਆਂ ਤਿਆਰ ਹੋ ਗਈਆਂ ਜੀ ਚੋਣਾਂ ਲੜਨ ਲਈ, ਤੇ ਪੰਜਾਬ ਦਾ ਸਿਆਸੀ ਗ੍ਰਾਫ ਜਿਹੜਾ ਹੈਗਾ, ਤਸਵੀਰ ਜਿਹੜੀ ਹੈਗੀ ਹੈ ਕਿੱਧਰ ਨੂੰ ਜਾਏਗੀ ਜੀ? ਕਿਸਾਨ ਜਥੇਬੰਦੀਆਂ, ਜੇਕਰ 24 ਕਿਸਾਨ ਜਥੇਬੰਦੀਆਂ ਚੋਣਾਂ ਲੜਦੀਆਂ ਨੇ। ਆਪਾਂ ਪਹਿਲਾਂ ਵੀ ਸ਼ਾਇਦ ਖਬਰ ਸਾਂਝੀ ਕੀਤੀ ਸੀ ਕਿ ਪਿਛਲੇ ਬੁੱਧ ਜਾਂ ਵੀਰਵਾਰ ਇਸ ਮੀਟਿੰਗ ਹੋਈ ਸੀ ਉਹਨਾਂ ਦੀ ਕਿਸਾਨ ਜਥੇਬੰਦੀਆਂ ਜੀ। 8 ਕਿਸਾਨ ਜਥੇਬੰਦੀਆਂ ਤੇ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਬਿਲਕੁਲ ਨਾ ਚੋਣਾਂ 'ਚ ਹਿੱਸਾ ਲੈਣਾ, ਵੋਟ ਪਾਵਾਂਗੇ, ਅਸੀਂ ਜੋ ਮਰਜ਼ੀ ਪਾਵਾਂਗੇ, ਅਸੀਂ ਆਪਣੀ ਵੋਟ ਪਾਵਾਂਗੇ ਜੀ ਨਾ, ਅਸੀਂ ਆਪਣੇ ਜਿਹੜੇ ਸਾਡੇ ਵਰਕਰ ਉਹ ਕਹਿੰਦੇ ਵੋਟ ਜਿਹਨੂੰ ਮਰਜ਼ੀ ਪਾਓ, ਜਿਹਨੂੰ ਜੀ ਕਰਦਾ ਪਾਓ ਜੀ। ਲੇਕਿਨ ਜਿਹੜੀ ਅਸੀਂ ਆਪਣੀ ਮੰਗ ਮਨਾਵਾਂਗੇ, ਆਪਣੇ ਹਿੱਕ ਦੇ ਜੋਰ ਮਨਾਵਾਂਗੇ ਇਹਨਾਂ ਸਰਕਾਰਾਂ ਕੋਲ ਜੀ ਲੇਕਿਨ ਉਹਦੇ ਵਿੱਚ ਰਾਜੇਵਾਲ ਸਾਹਿਬ ਨੇ ਕਹਿਤਾ ਸੀ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ। ਜੀ ਉਹਦੇ ਵਿੱਚ ਉਹਨਾਂ ਇਹ ਵੀ ਗੱਲ ਕਹੀ ਸੀ ਤੁਸੀਂ ਮੈਨੂੰ ਮੁੱਖ ਮੰਤਰੀ ਕਰਦੇ, ਮੈਨੂੰ ਤੇ ਇਹਨੇ ਰਾਸ਼ਟਰਪਤੀ ਦੀ ਆਫਰ ਹੋਈ ਹੈ, ਮੈਨੂੰ ਤੋਂ ਅੱਗੇ ਪਾਜਾ ਤੇ ਬਣਾ ਦਿੰਦੇ ਆ, ਭਾਵੇਂ ਉਹ ਇੱਕ ਵਿਅੰਗ ਸੀਗਾ, ਵੱਖਰੀ ਗੱਲ ਹੈ। ਜੀ ਲੇਕਿਨ ਪਿਛਲੇ ਹਫਤੇ ਵੀ ਇੱਕ ਮੀਟਿੰਗ ਹੋਈ ਸੀ, 24 ਜਥੇਬੰਦੀਆਂ ਬਣਾਈਆਂ ਗਈਆਂ ਸੀ ਤੇ 21 ਜਥੇਬੰਦੀਆਂ ਆਈਆਂ ਜੀ, ਜਿਹਦੇ ਵਿੱਚ 18 ਜਥੇਬੰਦੀਆਂ ਇਸ ਗੱਲ ਤੇ ਸਹਿਮਤ ਸੀ ਕਿ ਚੋਣ ਲੜੀਏ ਤੇ 3 ਜਥੇਬੰਦੀਆਂ ਕਹਿੰਦੀਆਂ ਨਹੀਂ, ਆਪਾਂ ਆਪਣੀ ਹੋਂਦ ਬਰਕਰਾਰ ਰੱਖੀਏ, ਸੰਯੁਕਤ ਕਿਸਾਨ ਮੋਰਚੇ ਨੂੰ ਬਰਕਰਾਰ ਰੱਖੀਏ ਆਪਾਂ ਜੀ। ਤੇ ਹੁਣ ਕੁਝ ਜਥੇਬੰਦੀਆਂ ਨੇ ਇਹ ਅਨਾਉਂਸ ਵੀ ਕਰਤਾ ਵੀ ਜਿਹੜਾ ਵੀ ਲੀਡਰ ਚੋਣ ਲੜੇਗਾ ਉਹਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਕੱਢ ਦਿੱਤਾ ਜਾਵੇਗਾ ਜੀ। ਇਹਦਾ ਮਤਲਬ ਸੰਯੁਕਤ ਕਿਸਾਨ ਮੋਰਚੇ ਦੀ ਕਹਾਣੀ ਖਤਮ ਹੋ ਜਾਏਗੀ। ਇਹ ਬਦਕਿਸਮਤੀ ਸਾਡੀ ਹੋਏਗੀ, ਕਿਸਾਨਾਂ ਦੀ ਹੋਏਗੀ, ਸਾਡੀ ਬਦਕਿਸਮਤੀ। ਬਿਲਕੁਲ ਜੀ। ਹੁਣ 8 ਜਥੇਬੰਦੀਆਂ ਨੇ ਭਾਗ ਨਹੀਂ ਲਿਆ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ। ਇਹ ਮੁੱਲਾਂਪੁਰ ਦੇ ਲੱਗੇ ਕੋਈ ਹਰਸ਼ਰਨ ਪੈਲਸ ਕਿਤੇ ਏਦਾਂ ਹੋਇਆ ਕਿ ਮੈਂ ਕਾਲ ਕੁੱਤੇ ਪੜ ਗਈ ਜੀ। ਉਹਦੇ ਮੀਟਿੰਗ ਦੇ ਵਿੱਚ ਜਿਹੜੀਆਂ 24 ਜਥੇਬੰਦੀਆਂ ਨੇ ਭਾਗ ਲਿਆ, 8 ਜਿਹੜੀਆਂ ਉਹ ਬਾਈਕਾਟ ਦੀ ਚੋਣਾਂ ਦੇ ਭਾਗ ਨਹੀਂ ਲੈਂਦੇ, ਉਹ ਤੇ ਆ ਗਏ। ਲੇਕਿਨ 24 ਜਥੇਬੰਦੀਆਂ ਲਗਭਗ ਸਹਿਮਤੀ ਬਣ ਗਈ ਸੀ ਕਿ ਆਪਾਂ ਚੋਣਾਂ 'ਚ ਭਾਗ ਲਈ। ਬਿਲਕੁਲ ਜੀ। ਕੇਜਰੀਵਾਲ ਸਾਹਿਬ ਬੜੇ ਖੁਸ਼ ਨੇ, ਉਹਨਾਂ ਨੇ ਹੁਣ ਤੱਕ ਮੇਰੇ ਖਿਆਲ 55 ਕਿ 60 ਆਪਣੀਆਂ ਸੀਟਾਂ ਅਨਾਉਂਸ ਕੀਤੀਆਂ, ਬਾਕੀ ਸੀਟਾਂ ਜਿਹੜੀਆਂ ਉਹ ਇਹਨਾਂ ਨੂੰ 40 ਸੀਟਾਂ ਦੇ ਸਕਦੇ ਨੇ ਕਿਸਾਨਾਂ। ਲੇਕਿਨ ਜਿਹੜੇ ਕੁਝ ਕਿਸਾਨ ਬਹੁਤੇ ਜਥੇਬੰਦੀਆਂ ਕਹਿੰਦੀ ਪਾਪਾ ਉਹਨਾਂ ਦੇ ਕਿਉਂ ਆ ਗਈ ਹੁਣ, ਆਪਾਂ ਬਕਾਇਦਾ ਤੌਰ ਤੇ ਆਪਣੀ ਜਥੇਬੰਦੀ ਚੋਣ ਬਣਾ ਕੇ ਚੋਣ ਲੜੀਏ। ਇਹਦੇ ਤੇ ਜੇ ਫੈਸਲਾ ਬਾਕੀ ਹੋਣਾ ਵਾ, ਅਗਲੇ 1-2 ਦਿਨਾਂ 'ਚ ਫੈਸਲਾ ਹੋ ਜਾਏਗਾ। ਪੋਸੀਬਿਲਿਟੀ ਹੈ ਵੀ ਇਹ ਆਪਣੀ ਜਥੇਬੰਦੀ ਬਣਾ ਕੇ ਲੜਨਗੇ ਤੇ ਕੁਛ ਇਹਨਾਂ ਦਾ ਆਧਾਰ ਹੋ ਜਾਊਗਾ। ਨਹੀਂ ਤੇ ਕੱਲ ਨੂੰ ਜੇ ਤੁਸੀਂ ਚੋਣ ਲੜ ਲਈ ਤੇ ਉਹਨੇ ਚੋਣ ਨਿਸ਼ਾਨ ਤੇ ਲੜੀ ਤੇ ਦਿੱਲੀ ਦੇ ਮੂਹਰੇ ਵੇਖਿਆ ਕਰੋ ਕਿ ਕੇਜਰੀਵਾਲ ਸਾਹਿਬ ਕੀ ਕਹਿੰਦੇ ਹੋ। ਇਸ ਕਰਕੇ ਜੇ ਚੋਣ ਲੜਨੀ ਹੈ ਤੇ ਆਪਣੀ ਇੱਕ ਵੱਖਰੀ ਤੁਸੀਂ ਆਪਣਾ ਚੋਣ ਨਿਸ਼ਾਨ ਲਓ, ਆਪਣੀ ਪਾਰਟੀ ਬਣਾਓ ਤੇ ਚੋਣ ਲੜੋ, ਉਹਦਾ ਕੋਈ ਫਾਇਦਾ ਹੋ ਜਾਊਗਾ। ਤੇ ਜੇ ਤੁਸੀਂ ਆਮ ਆਦਮੀ ਪਾਰਟੀ ਜਾਂ ਬੀਜੇਪੀ ਜਾਂ ਕਿਸੇ ਵੀ ਪਾਰਟੀ ਤੋਂ ਤੁਸੀਂ ਲੜੋਗੇ ਤੇ ਫਿਰ ਤੁਸੀਂ ਉਹਦਾ ਇੱਕ ਹਿੱਸਾ ਬਣ ਜਾਓਗੇ, ਤੁਸੀਂ ਫਿਰ ਵੀ ਕਿਸਾਨਾਂ ਦੇ ਜਿਹੜੇ ਨੁਮਾਇੰਦੇ ਨਹੀਂ ਰਹੇ ਜਾਓਗੇ। ਬਿਲਕੁਲ ਜੀ। MLA ਰਾਜਾ ਵੜਿੰਗ ਜਿਹੜਾ ਹੈਗਾ ਉਹਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਜੀ, ਕੇਜਰੀਵਾਲ ਨੂੰ ਮਿਲਣ ਗਏ ਸੀ ਕਹਿੰਦੇ। ਜੀ 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 ਰਾਜਾ ਵੜਿੰਗ ਦੀ ਬਕਾਇਦਾ ਤੌਰ ਤੇ ਗਏ ਸੀ ਕਿ ਸਾਡੀਆਂ ਬੱਸਾਂ ਜਿਹੜੀਆਂ ਦਿੱਲੀ ਜਾਂਦੀਆਂ ਉਹ ਕਿਉਂ ਬੰਦ ਕੀਤੀਆਂ ਜੀ। ਜਿਹੜੀ ਬਾਦਲਾਂ ਦੀ ਬੱਸ ਜਾਂਦੀ ਆ ਉਹ 2800 ਤੋਂ ਲੈ ਕੇ ਤੇ 3200 ਰੁਪਇਆ ਕਰ ਲੈਂਦੀ ਦਿੱਲੀ ਦਾ ਏਅਰਪੋਰਟ ਦਾ, ਤੇ ਇਹ ਕਹਿੰਦੇ ਸਾਡੀ ਬੱਸ ਜਿਹੜੀ 1200 ਚ ਪਹੁੰਚਾਏਗੀ ਜੀ। ਕਿੰਨਾ ਫਰਕ ਹੈ, ਕਿੰਨਾ ਫਰਕ ਤੁਸੀਂ ਦੇਖ ਲਓ ਆਪ ਹੀ, 100 ਰੁਪਏ ਦਾ ਫਰਕ ਹੈ, ਵੱਧ ਤੋਂ ਜ਼ਿਆਦਾ ਫਰਕ ਹੈ ਜੀ। ਹੁਣ ਇਹਨਾਂ ਨੇ ਕੇਜਰੀਵਾਲ ਨੇ ਸਾਡੀਆਂ ਬੱਸਾਂ ਬੰਦ ਕਰ ਦਿੱਤੀਆਂ ਤੇ ਕੈਪਟਨ ਸਾਹਿਬ ਦੇ ਟਾਈਮ ਤੇ ਕੋਈ ਚਿੱਠੀ ਲਿਖਤੀ, ਉੱਥੋਂ ਜ਼ਬਾਨ ਆਇਆ ਸੀ ਆਇਆ ਕਿ ਪੁੱਛਿਆ ਨਹੀਂ, ਕਹਿਤਾ ਚਿੱਠੀ ਲਿਖਤੀ ਹੈ ਜੀ। ਹੁਣ ਰਾਜਾ ਵੜਿੰਗ ਜਿਸ ਤਰੀਕੇ ਨਾਲ ਕੰਮ ਕਰਦਾ ਸੀ ਉਹਨੂੰ ਇਹ ਸੀ ਵੀ ਇਹ ਬੱਸਾਂ ਚੱਲਣੀਆਂ ਚਾਹੀਦੀਆਂ, ਸਾਨੂੰ ਕੋਈ ਫਾਇਦਾ ਹੋਵੇ, ਏਅਰਪੋਰਟ ਤੋਂ ਸਾਡੀ ਬੱਸ ਹੋਵੇ ਤੇ ਨਾਲੇ ਲੋਕ ਵੀ ਸਾਡੇ ਸੁਖੀ ਹੋ ਜਾਂਦੇ, ਤਰ੍ਹਾਂ ਕਰਦੇ ਸਕੇ ਵੀ ਸਾਨੂੰ ਇੰਨੇ ਪੈਸੇ ਕਿਉਂ ਦੇਣੇ ਪੈ ਰਹੇ ਜੀ। ਹੁਣ ਉਹ ਤੇ ਪੈਸੇ ਤੁਹਾਡੇ ਹੋ ਗਏ। ਹੁਣ ਰਾਜਾ ਵੜਿੰਗ ਰਾਜੋ ਦੇ ਕੇਜਰੀਵਾਲ ਦੇ ਬੂਹੇ ਅੱਗੇ ਗਏ, ਆਪਣੇ ਬੰਦੇ ਲੈ ਕੇ ਉੱਥੇ ਮੁਜ਼ਾਹਰਾ ਕੀਤਾ ਤੇ ਪਹਿਲਾਂ ਤੇ ਉਹਨਾਂ ਨੇ ਪੁਲਿਸ ਨੂੰ ਸਮਝਾਇਆ ਵੀ ਦੇਖੋ ਮਾਲੀ ਤੁਸੀਂ ਮੰਤਰੀ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਤੇ ਕੇਜਰੀਵਾਲ ਤੋਂ ਇੱਥੇ ਹੈ ਨਹੀਂ, ਉਹ ਵੀ ਤੁਹਾਨੂੰ ਮਾਰ ਦਿਆਂਗੇ। ਤੇ ਫਿਰ ਰਾਜੇ ਵੜਿੰਗ ਨੇ ਜਾਣ ਬੁੱਝ ਕੇ ਦਿਨ ਵਿੱਚ ਚਲਿਆ ਜਦੋਂ ਕੇਜਰੀਵਾਲ ਪੰਜਾਬ ਦੇ ਵਿੱਚ ਜੀ, ਉਹ ਅੱਜ ਵੀ ਗੁਰਦਾਸਪੁਰ ਦੇ ਵਿੱਚ, ਕੱਲ ਵੀ ਸ਼ਾਇਦ ਇੱਥੇ ਹੀ ਰਹਿਣਾ ਉਹਨੇ ਜੀ। ਉਹਨੇ ਵੀ ਕਈ ਅਨਾਉਂਸਮੈਂਟ ਕੀਤੀਆਂ ਕੁਛ ਇੱਥੇ। ਲੇਕਿਨ ਮੇਰਾ ਕਹਿਣ ਤੋਂ ਇਹ ਭਾਵ ਆ ਵੀ ਬਕਾਇਦਾ ਤੌਰ ਤੇ ਜੇ ਰਾਜੇ ਵੜਿੰਗ ਨੇ ਮਿਲਣਾ ਸੀ ਤੇ ਇੱਥੇ ਮਿਲ ਸਕਦਾ ਸੀਗਾ। ਜੇ ਆਪਾਂ ਮਸਲਾ ਹੱਲ ਕਰਨਾ ਤੇ ਜੇ ਆਪਾਂ ਰੌਲਾ ਪੜਦੇ ਉੱਥੇ ਹੀ ਗੱਲ ਜੀ।
ਜੇ ਸਿਰਫ ਆਪਣੇ ਨੰਬਰ ਬਣਾਉਣੇ ਜੀ, ਮੈਂ ਉੱਥੇ ਗਿਆ, ਉਹ ਇੱਕ ਵੱਖਰੀ ਗੱਲ ਆ। ਜੇ ਕਿਤੇ ਤੁਸੀਂ ਮਿਲ ਕੇ ਆਪਣਾ ਮਸਲਾ ਹੱਲ ਕਰਨਾ, ਉਹ ਇੱਕ ਵੱਖਰੀ ਗੱਲ। ਬਿਲਕੁਲ ਸਹੀ ਕਿਹਾ। ਇਸ ਕਰਕੇ ਕੇਜਰੀਵਾਲ ਨੂੰ ਨਹੀਂ ਚਾਹੀਦਾ ਕਿ ਇੱਕ ਤੁਸੀਂ ਬੱਸਾਂ ਜਿਹੜੀਆਂ ਕਿਸੇ ਪ੍ਰਾਈਵੇਟ ਨੂੰ ਜਾਣ ਦਿਓ ਤੇ ਸਰਕਾਰ ਦੀਆਂ ਰੋਕ ਦਿਓ। ਇਹਦਾ ਤੁਹਾਨੂੰ ਨੁਕਸਾਨ ਕੀ ਹੈ ਜੀ? ਉਹ ਸੜਕ ਤੇ ਜਿਹੜੀਆਂ ਡਬਲ ਤੇ ਚੱਲਦੀਆਂ ਨਹੀਂ ਗੀਆਂ, ਟਾਇਰ ਵੀ ਹੁੰਦੇ ਆ ਤੇ ਬੱਸਾਂ ਸੀਟਾਂ ਵੀ ਨਹੀਂ ਹੈਗੀਆਂ। ਜੇ ਤੁਹਾਡੀ ਹੋਰ ਕੋਈ ਟੈਕਸ ਦੀ ਗੱਲ ਹੋ, ਤੁਸੀਂ ਗੱਲ ਕਰ ਸਕਦੇ ਹੋ ਸਰਕਾਰ ਨਾਲ ਵੀ ਇੰਨਾ ਟੈਕਸ ਤੁਸੀਂ ਦਿਓ ਜੀ, ਫਿਰ ਚੱਲਣ ਦਾ ਨਾ। ਇਸ ਕਰਕੇ ਕੇਜਰੀਵਾਲ ਸਾਹਿਬ ਵੀ ਸਾਡੇ ਜਿਹੜੇ ਵੱਡੇ ਜਿਹਨਾਂ ਦੀ ਗਾਲਾਂ ਕਰਦੇ ਤੇ ਸਟੇਜਾਂ ਤੇ ਖਲੋ ਕੇ ਜੀ, ਉਹਨਾਂ ਦੀ ਪੁਸ਼ਤ ਪਨਾਹੀ ਕਰ ਰਹੇ ਆ। ਕੇਜਰੀਵਾਲ ਨੇ ਕਿਹਾ ਸੀ ਵੀ ਸਾਡੀ ਦਿੱਲੀ 'ਚ ਸਰਕਾਰ ਬਣੂ, ਅਸੀਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੱਡਾਂਗੇ ਜੀ। ਲੇਕਿਨ ਅੱਜ ਤੱਕ 3 ਵਾਰੀ ਸਰਕਾਰ ਬਣਨ ਦੇ ਬਾਵਜੂਦ ਕੇਜਰੀਵਾਲ ਨੇ ਭੁੱਲਰ ਨੂੰ ਛੱਡਿਆ ਜੀ। ਦਇਆ ਸਿੰਘ ਲੋਹਾਰੀਆ ਨੂੰ ਰਾਜਸਥਾਨ ਸਰਕਾਰ ਨੇ ਛੱਡਤਾ, 4 ਪੈਰੋਲ ਦਿੱਤੀ, ਚੌਥੀ ਪੈਰੋਲ ਤੋਂ ਬਾਅਦ ਛੱਡਤਾ, ਜਾਓ ਘਰ ਨੂੰ ਜੀ ਕਾਕਾ ਜੀ, ਤੁਸੀਂ ਕੋਈ ਗੱਲ ਨਹੀਂ ਜੀ। ਤੇ ਕੇਜਰੀਵਾਲ ਨੇ ਛੱਡਿਆ। ਫਿਰ ਕਿੱਥੋਂ ਕਰੀਏ ਵੀ ਸਾਡੇ ਪੰਜਾਬ ਦਾ ਤੇ ਸਿੱਖਾਂ ਦਾ ਬਣਾਰਦਾ ਹੈ। ਇਸ ਕਰਕੇ ਇਹਦੇ ਬਾਰੇ ਸੋਚਣਾ ਪਊਗਾ ਸਾਨੂੰ ਕਿ ਜੇ ਕੇਜਰੀਵਾਲ ਵਾਕਈ ਹਮਦਰਦ ਆ ਤੇ ਸਾਡੀਆਂ ਬੱਸਾਂ ਉੱਥੇ ਜਾਣ ਦੇਵੇ, ਪੰਜਾਬ ਦੇ ਰੋਡੀ ਬੱਸਾਂ ਜਾਣ ਦੇ, ਤੇ ਸਰਕਾਰ ਨੂੰ ਕੋਈ ਫਾਇਦਾ ਹੋ ਜਾਵੇ। ਰਾਜੇ ਵੜਿੰਗ ਨੇ ਕੰਮ ਕੀਤਾ, ਉਹਦੇ 'ਚ ਆਪਣੀ ਇੱਛਾ ਸ਼ਕਤੀ ਕੀ ਕੰਮ ਕਰਨ ਦੀ, ਉਹ ਕੰਮ ਵੀ ਤਰੀਕੇ ਤੇ ਸਲੀਕੇ ਨਾਲ ਕਰਦਾ, ਭਾਵੇਂ ਉਹ ਬਾਦਲਾਂ ਦੇ ਖਿਲਾਫ ਹੋ, ਕਿਉਂਕਿ ਉਹਨਾਂ ਦੀ ਪੋਲੀਟੀਕਲ ਲੜਾਈ ਵੀ ਉੱਥੇ ਹੈਗੀ ਹੈ ਜੀ। ਅਸੀਂ ਚਾਹੁੰਦੇ ਵੀ ਨਾ ਹੋਵੇ, ਤੁਸੀਂ ਮੈਰਿਟ ਤੇ ਕੰਮ ਕਰੋ, ਚੰਗੀ ਗੱਲ ਹੈ। ਪੋਲੀਟੀਕਲ ਮੁੱਦਾ ਨਾ ਬਣਾਓ ਇਹਨੂੰ, ਪੋਲੀਟੀਕਲ ਮੁੱਦਾ ਬਣਾਓਗੇ ਆਉਣ ਵਾਲੇ ਸਮੇਂ 'ਚ ਤੁਹਾਡਾ ਵੀ ਨੁਕਸਾਨ ਹੋਊਗਾ। ਇਸ ਕਰਕੇ ਕੇਜਰੀਵਾਲ ਸਾਹਿਬ ਇਹਨੂੰ 2 ਗੱਲਾਂ ਦਾ ਜਵਾਬ ਦੇ ਦੇਣ ਜੀ। ਇੱਕ ਉਹ ਬੱਸਾਂ ਜਿਹੜੀ ਜਾਂਦੀਆਂ ਗੋਰਖਪੁਰੀਆਂ ਤੇ ਇੱਕ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜਾ ਰਿਹਾਤ ਨਹੀਂ ਕੀਤਾ ਗਿਆ ਜੀ। ਤੇ ਜਿਹੜੇ ਰਾਜਾ ਸਾਹਿਬ ਸੀ ਉਹ ਸਿਰਫ ਗਿਆ ਹੀ ਇਸੇ ਕਰਕੇ ਵੀ ਕੇਜਰੀਵਾਲ ਤਾਂ ਹੈ ਨਹੀਂ, ਉੱਥੇ ਮੁਜ਼ਾਹਰਾ ਕਰਾਂਗੇ, ਸਵੇਰੇ ਅਖਬਾਰਾਂ 'ਚ ਖਬਰਾਂ ਛਪਣਗੀਆਂ ਵੀ ਇਹ ਗਿਆ ਸੀ ਉੱਥੇ ਬੱਸਾਂ ਚਲਾਉਣ ਵਾਸਤੇ ਤੇ ਕੇਜਰੀਵਾਲ ਨੇ ਗੱਲ ਹੀ ਨਹੀਂ ਕੀਤੀ। ਬਿਲਕੁਲ ਸਹੀ ਗੱਲ ਜੀ ਜੀ। ਦੂਸਰਾ, ਭੱਟੀ ਸਾਹਿਬ, ਮੱਧ ਪ੍ਰਦੇਸ਼ ਵਿੱਚ ਕਪਾਹ ਦੀ ਆੜ ਵਿੱਚ ਗਾਂਜੇ ਦੀ ਖੇਤੀ ਹੋ ਰਹੀ ਸੀ। 30 ਲੱਖ ਦਾ ਜਿਹੜਾ ਗਾਂਜਾ ਹੈਗਾ ਜ਼ਬਤ ਕੀਤਾ ਗਿਆ। ਕਿੱਧਰ ਨੂੰ ਜਾਂਦੀ ਹੈ ਗੱਲ ਜੀ? ਵੇਖੋ ਜੀ, ਮੱਧ ਪ੍ਰਦੇਸ਼ ਹੋਇਆ, ਰਾਜਸਥਾਨ ਹੋਇਆ, ਉੱਥੇ ਫੀਮ ਦੀ ਖੇਤੀ ਹੁੰਦੀ ਹੈ ਜੀ। ਫੀਮ ਦੀ ਖੇਤੀ ਏਦਾਂ ਨਹੀਂ ਵੀ ਤੁਸੀਂ ਫੀਮ ਲਾ ਦਿੱਤੀ ਆ, ਫੀਮ ਦੀ ਖੇਤੀ ਕਰ ਦਿੱਤੀ ਆ ਤੇ ਤੁਸੀਂ ਹੁਣ ਵਿਹਲੇ ਹੋ ਗਏ ਨਾ ਜੀ। ਉਸ ਫੀਮ ਦੀ ਖੇਤੀ ਦੀ ਰਾਖੀ ਬਕਾਇਦਾ ਤੌਰ ਤੇ ਉੱਥੇ ਪੁਲਿਸ ਕਰਦੀ ਹੈ ਜੀ। ਉਹਦੇ ਵਿੱਚੋਂ ਉਹਦੇ ਕੋਲ ਝਾੜ ਦੇ ਹਿਸਾਬ ਨਾਲ ਲਈ ਜਾਂਦੀ ਆ ਵੀ ਇੰਨੀ ਤੁਸੀਂ ਸਾਨੂੰ ਫੀਮ ਦੇਣੀ ਇਹਦੇ ਵਿੱਚ ਜੀ। ਉਹਨਾਂ ਨੂੰ ਫੀਮ ਦੇਣੀ ਪੈਂਦੀ ਆ। ਜੇ ਘੱਟ, ਜੇ ਉਹਨਾਂ ਦੀ ਫੀਮ ਘਟੇ ਤੇ ਉਹਨਾਂ ਤੇ ਬਕਾਇਦਾ ਤੌਰ ਤੇ ਪਰਚਾ ਦਰਜ ਨਵੇਂ ਪਾਈ ਤੇ ਬਾਕੀ ਫੀਮ ਕਿੱਥੇ ਗਈ ਜੀ। ਲੇਕਿਨ ਸਰਕਾਰ ਉਸ ਖੇਤੀ ਦੀ ਰਾਖੀ ਕਰਦੀ ਵੀ ਦੁਰਵਰਤੋਂ ਨਾ ਕਿਤੇ ਹੋਵੇ। ਜੀ। ਫੀਮ ਦੀ ਖੇਤੀ ਦਾ ਬਹੁਤ ਜ਼ਿਆਦਾ ਫਾਇਦਾ ਵਾ। ਜਿਹੜੀ ਅਸੀਂ ਕਣਕ ਝੋਨਾ ਬੀਜਦੇ ਕਿਤੇ ਕਈ ਗੁਣਾ ਵੱਧ ਉਹਦੀ ਆਮਦਨ ਹੈਗੀ ਜੀ। ਤੇ ਮੇਰੇ ਕੋਲ ਸਾਰੇ ਡਾਟੇ ਹੈਗੇ, ਕਿਤੇ ਆਪਾਂ ਇਕੱਠੇ ਕਰਾਂਗੇ ਕਿੰਨੀ ਨਿਕਲਦੀ ਹੈ ਤੇ ਕਿੰਨਾ ਵਿਕਦੀ, ਕੀ ਕਰਦੀ ਆ। ਤੇ ਅਮਰੀਕਾ ਨੇ ਇੰਨੀ ਗੱਲ ਕਹੀ ਆ ਵੀ ਇਹ ਦਵਾਈਆਂ 'ਚ ਵਰਤੀ ਜਾਂਦੀ ਜਿੰਨੀ ਫੀਮ ਦੀ ਤਰਫ ਹੈਗੀ ਹੈ ਸਾਨੂੰ ਸਾਰੀ ਦੇ ਜੀ। ਉਹ ਸਾਡੀ ਖਰੀਦਦਾਰ ਅਮਰੀਕਾ ਦੀ, ਅਮਰੀਕਾ ਵਾਲੀ। ਹੁਣ ਇੱਥੇ ਇਹਨਾਂ ਨੇ ਕੀ ਕੀਤਾ, ਗਾਂਜਾ ਬੀਜਤਾ। ਇੱਕ ਪਿੰਡ ਹੈਗਾ ਇੰਦੌਰ ਦੇ ਲਾਗੇ, ਇੰਦੌਰ ਜ਼ਿਲ੍ਹੇ 'ਚ ਪਿੰਡ ਪੈਂਦਾ ਵਾ, ਉੱਥੇ ਇਹਨਾਂ ਨੇ ਬਕਾਇਦਾ ਤੌਰ ਤੇ ਗਾਂਜਾ ਬੀਜਤਾ। ਪਿੰਡ ਦਾ ਨਾਂ ਹੈਗਾ 75 ਕਿਲੋਮੀਟਰ ਦੂਰ ਆ ਉੱਥੋਂ, ਆਪਣੇ ਤੋਂ ਇੰਦੌਰ ਤੋਂ। ਪਿੰਡ ਦਾ ਨਾਂ ਹੈਗਾ ਬੱਕੀ ਚੌਕੀ। ਉੱਥੇ ਉਹਨਾਂ ਨੇ ਬਕਾਇਦਾ ਤੌਰ ਤੇ, ਕਿ ਇਹਦੀ ਜਿਹੜੀ ਬੂਟਾ ਹੁੰਦਾ ਉਹ ਕਪਾਹ ਦੀ ਸ਼ਕਲ ਦਾ ਹੁੰਦਾ, ਉਹਨਾਂ ਨੇ ਕਪਾਹ ਦੀ ਸ਼ਕਲ ਦਾ ਬੂਟਾ ਬੀਜਤਾ ਤੇ ਉਹ ਪਤਾ ਲੱਗ ਗਿਆ ਕਿ ਇੱਥੇ ਖੇਤੀ ਕੀਤੀ ਹੈ ਤੇ ਪੁਲਿਸ ਆ ਗਈ ਤੇ ਉਹਨਾਂ ਨੇ 3 ਕੁਇੰਟਲ ਗਾਂਜਾ ਬਰਾਮਦ ਕੀਤਾ। ਤੇ 3 ਕੁਇੰਟਲ ਗਾਂਜੇ ਦੀ ਕੀਮਤ 30 ਲੱਖ ਰੁਪਇਆ ਬਕਾਇਦਾ ਤੌਰ ਤੇ ਮਾਰਕੀਟ ਜਲਾਉਂਦੀ ਜੀ। ਇਸ ਕਰਕੇ ਉਹ ਗਾਂਜਾ ਬਰਾਮਦ ਕਰਤਾ। ਹੋ ਸਕਦਾ ਸਰਕਾਰ ਨੇ ਗਾਂਜੇ ਦੀ ਇਜਾਜ਼ਤ ਨਾ ਦਿੱਤੀ ਹੋਵੇ। ਬਾਕੀ ਜਿਹੜੀ ਆ ਫੀਮ ਤੇ ਕੁਝ ਜਗ੍ਹਾ ਤੇ ਹੈਗੀ ਹੈ, ਕੁਝ ਜਗ੍ਹਾ ਤੇ ਪਰਮਿਟ ਲੈ ਕੇ ਫੀਮ ਦੀ ਖੇਤੀ ਕਰਦੇ, ਆਮਦਨ ਅੱਛੀ ਹੁੰਦੀ ਇਹਦੇ ਵਿੱਚ ਜੀ। ਜੀ ਵਿਰਾਟ ਸਾਹਿਬ। ਬਿਲਕੁਲ। ਭੱਟੀ ਸਾਹਿਬ, ਅਗਲੀ ਗੱਲ ਆਉਂਦੀ ਆ ਫਿਰ ਸੁਮੇਧ ਸਿੰਘ ਸੈਣੀ ਦੀ। ਸੁਮੇਧ ਸਿੰਘ ਸੈਣੀ ਨੂੰ ਅਦਾਲਤ ਨੇ ਝਾੜ ਪਾਈ ਆ, ਮਰਿਆਦਾ ਵਿੱਚ ਰਹਿਣ ਦਾ ਪਾਠ ਵੀ ਪੜ੍ਹਾਇਆ। ਕੀ ਕਹਿਣਾ ਚਾਹੋਗੇ? ਦੇਖੋ, ਸੁਮੇਧ ਸਿੰਘ ਸੈਣੀ ਨੂੰ ਬਕਾਇਦਾ ਤੌਰ ਤੇ ਇੱਕ ਕੇਸ ਹੈਗਾ ਸੀ, ਇਹਦਾ 3 ਕਤਲ ਕੀਤੇ ਸੀ ਜੀ। ਇਸ ਬਾਤ ਪੁੱਛਣਾ ਤੁਹਾਨੂੰ ਪਤਾ ਹੋਏਗਾ ਜੀ। ਜੀ। ਉਹ 3 ਕਤਲ ਕਰਨ ਤੋਂ ਬਾਅਦ ਉਹ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਇਹਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ, ਸੈਸ਼ਨ ਕੋਰਟ ਨੇ ਦਿੱਤੀ ਸੀ। ਫਿਰ ਇਹਦੇ ਜਿਹੜੇ ਸੈੱਲ ਨੇ ਉਹ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਹੈਗੇ, ਸਭ ਨੂੰ ਪਤਾ।
ਉਹਨਾਂ ਸੈੱਲਾਂ ਦੇ ਰਹੀ ਨੇ ਉਦੋਂ ਸੁਪਰੀਮ ਕੋਰਟ ਤੋਂ ਬੇਲ ਲਈ ਸੀ, ਉਦੋਂ ਇਹ ਵੀ ਆਪਣਾ ਬੋਰੀਆ ਪਿਸਤਰਾ ਬੰਨ੍ਹ ਕੇ ਗਿਆ ਸੀ ਕਿ ਅੱਜ ਜਿਹੜੀ ਆ ਆਪਣੀ ਅਦਾਲਤ ਤੋਂ ਉਹਨੇ ਜੇਲ੍ਹ ਭੇਜਣਾ ਤੇ ਆਪਣਾ ਇੱਥੋਂ ਨਾਲ ਬੋਰੀਆ ਪਿਸਤਰਾ ਲੈ ਕੇ ਗਿਆ। ਲੇਕਿਨ ਇਹਦੇ ਕਾਫੀ ਸੈੱਲ ਸੀ, ਉਹਨਾਂ ਸੈੱਲਾਂ ਨੇ ਜਿਹੜੀ ਸੀ ਉਹਦੀ ਜ਼ਮਾਨਤ ਉੱਥੋਂ ਕਰਵਾ ਦਿੱਤੀ ਜੀ। ਉਹਦੇ ਵਿੱਚ ਕੋਰਟ ਨੇ ਕਿਹਾ ਵੀ ਭਾਈ ਜੇ ਤੂੰ ਆਪ ਨਹੀਂ ਆ ਸਕਦਾ ਤੇ ਬਕਾਇਦਾ ਤੌਰ ਤੇ ਵਰਚੁਅਲ ਮੀਟਿੰਗ ਭਾਲਦਾ। ਵਰਚੁਅਲ ਪੇਸ਼ੀ ਹੋਈ ਤੇ ਵਰਚੁਅਲ ਪੇਸ਼ੀ ਦੇ ਵਿੱਚ ਜਵਾਨ ਨੇ ਕੀ ਕੀਤਾ, ਰਜ਼ਾਈ 'ਚ ਬੈਠਾ ਵਾ, ਅਗਲੇ ਪਾਸੇ ਕੈਮਰਾ ਲੱਗਾ ਤੇ ਬੈਠਾ ਉੱਤੇ ਬੈਠਾ ਵੇਖੀ ਜਾ ਰਿਹਾ ਜੀ, ਜਵਾਬ ਦੇਈ ਜਾਂਦੇ ਜੀ। ਤੇ ਕੋਰਟ ਨੇ ਝਾੜ ਪਈ ਇਹ ਮਰਿਆਦਾ ਨਹੀਂ, ਜੋ ਸਾਡੇ ਨਿਯਮਾਂ ਦੇ ਮੁਤਾਬਕ ਬਕਾਇਦਾ ਤੌਰ ਤੇ ਤੂੰ ਅੱਗੇ ਬੈਠਣਾ ਵਾ, ਆਪਣੇ ਜਿਹੜੇ ਫਾਰਮਲੀ ਕੱਪੜੇ ਪਾ ਕੇ ਨਹੀਂ ਜਾਈ 'ਚ ਬੈਠਾ ਰਹੋ ਜੀ, ਉਹ ਗੱਲ ਨਹੀਂ ਚੱਲਣੀ। ਜੇ ਨਹੀਂ ਤੇ ਫਿਰ ਇਸ ਨੂੰ ਇੱਥੇ ਬੁਲਾਵਾਂਗੇ ਅਸੀਂ। ਉਹਦੇ ਵਿੱਚ ਉਹਨੇ ਸਵਾਰੀ ਵੀ ਕੀਤੀ ਕਿ ਮੈਂ ਅੱਗੇ ਤੋਂ ਜਿਹੜੀ ਮੈਂ ਬਿਮਾਰ ਸੀ ਕਿ ਮੈਨੂੰ ਬੁਖਾਰ ਸੀਗਾ, ਇਸ ਕਰਕੇ ਮੈਂ ਰਜਾਈ 'ਚ ਪਿਆ ਕਿ ਮੈਂ ਅੱਗੇ ਤੋਂ ਜਿਹੜਾ ਬਕਾਇਦਾ ਤੌਰ ਤੇ ਫਾਰਮਲੀ ਬੈਠੂੰਗਾ, ਇਸ ਕਰਕੇ ਮੈਨੂੰ ਝਾੜ ਇਸਕਲ ਵੀ ਪਾਈ ਹੈ ਵੀ ਤੈਨੂੰ ਪੇਸ਼ ਹੋਣਾ ਪੈਣਾ। ਉਸ ਕੇਸ ਦੇ ਵਿੱਚ ਉਹ 3 ਆਪਣੇ ਰਿਸ਼ਤੇਦਾਰ ਸੀ, 2 ਰਿਸ਼ਤੇਦਾਰ ਭਰਾ ਮਾਰੇ ਸੀ, ਤੀਜਾ ਡਰਾਈਵਰ ਮਾਰਿਆ ਸੀ ਜੀ। ਮੇਰੇ ਖਿਆਲ ਇਸ ਸਾਨੂੰ ਕੇਸ ਨੂੰ ਹੋਏ ਘੱਟੋ ਘੱਟ ਮੇਰੇ ਖਿਆਲ ਇਸ ਕੇਸ ਨੂੰ 25-30 ਸਾਲ ਹੋ ਗਏ ਹੋਣੇ, 25 ਸਾਲ ਨੂੰ ਹੋ ਗਏ। ਅਜੇ ਤੱਕ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਜੀ। ਅਗਲੀ ਗੱਲ ਮਜੀਠੀਏ ਦੀ ਜ਼ਮਾਨਤ ਨਾਲ ਜੁੜੀ ਹੈ ਜੀ। ਮੋਹਾਲੀ ਦੀ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਜੀ, ਕੀ ਹੈ ਪੂਰਾ ਮਾਮਲਾ? ਦੇਖੋ ਜੀ, ਮੇਰੇ ਕੋਲ ਅਜੇ ਤੱਕ ਕੋਈ ਡਿਟੇਲ ਨਹੀਂ ਆਈ ਕਿ ਮਜੀਠੀਏ ਦੀ ਬੇਲ ਦਾ ਕੀ ਬਣਿਆ ਜੀ, ਲੇਕਿਨ ਉਹਨਾਂ ਰਾਖਵਾਂ ਰੱਖ ਲਿਆ ਸੀਗਾ। ਜੇ ਰਾਖਵਾਂ ਰੱਖ ਲਿਆ ਸੀ, ਪੂਰੀ ਬਹਿਸ ਅੱਜ ਵੀ ਕੱਲ ਵੀ ਹੋਈ ਤੇ ਅੱਜ ਵੀ 4 ਘੰਟੇ ਬਹਿਸ ਸੰਬੰਧ ਵਿੱਚ ਜਿਹੜੇ ਵਕੀਲ ਸਰਕਾਰੀ ਵਕੀਲ ਦੀ ਤੇ ਵਕੀਲ ਦੀ ਹੋਈ ਹੈ ਜੀ। ਉਹਦੇ ਬਾਰੇ ਹਾਲ ਵੀ ਕਰੀ ਅਜੇ ਕੋਈ ਜਾਣ ਅਜੇ ਤੇ ਆਈ ਨਹੀਂ, ਮੇਰੇ ਕੋਲ ਖਬਰ ਕੋਈ ਨਹੀਂ ਆਈ। ਜੇ ਤੁਹਾਡੇ ਕੋਲ ਆਈ ਤਾਂ ਤੁਸੀਂ ਵੇਖ ਲਓ। ਇਸ ਕਰਕੇ ਉਹਨੇ ਆਪਣਾ ਜਿਹੜਾ ਫੈਸਲਾ ਰਾਖਵਾਂ ਰੱਖ ਲਿਆ ਸੀਗਾ ਕੋਰਟ ਨੇ, ਤੇ ਕੋਈ ਫੈਸਲਾ ਉਹ ਕੀ ਦਿੰਦੀ ਅੱਜ ਦਿੰਦੀ ਹੈ ਕੋਰਟ, ਕੱਲ ਦੀ ਕੋਈ ਅਧਿਕਾਰ ਆ। 10 ਦਿਨ ਵੀ ਰਾਖਵਾਂ ਰੱਖ ਸਕਦੇ, 1 ਦਿਨ ਵੀ ਰੱਖ ਸਕਦੇ, 2 ਦਿਨ ਵੀ ਰੱਖ ਸਕਦੇ, ਕਿਉਂਕਿ ਹਾਈਫਾਈ ਕੇਸ ਆ। ਉਮੀਦ ਨਹੀਂ ਕਿ ਉਹਨੂੰ ਸੈਸ਼ਨ ਕੋਰਟ ਤੋਂ ਬੇਲ ਮਿਲੇ। ਜੇ ਬੇਲ ਮਿਲੇਗੀ ਤਾਂ ਉਹਨੂੰ ਬਕਾਇਦਾ ਤੌਰ ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਮਿਲ ਸਕਦੀ ਹੈ। ਸੈਸ਼ਨ ਕੋਰਟ ਤੋਂ ਚਾਂਸ ਬਹੁਤ ਘੱਟ ਹੈ, 1% ਚਾਂਸ ਹੈਗੇ ਆ, ਕਿਉਂਕਿ ਤੁਹਾਨੂੰ ਪਤਾ ਹੋਏਗਾ ਜਿਹੜੇ ਮਾਸਟਰ ਮੋਹਨ ਲਾਲ ਨਾ ਜੀ, ਸਾਬਕਾ ਜਿਹੜੇ ਸਾਡੇ ਟਰਾਂਸਪੋਰਟ ਮਿਨਿਸਟਰ ਸੀ ਅਕਾਲੀ ਭਾਜਪਾ ਦੇ ਵਾਲੇ ਜੀ, ਉਹਨਾਂ ਨੇ ਇੱਕ ਗੱਲ ਕਹੀ ਸੀ ਰਾਜੇ ਵੜਿੰਗ ਨੂੰ, ਰਾਜਾ ਵੜਿੰਗ ਕਾਕਾ ਤੂੰ ਕੰਮ ਬਹੁਤ ਸੋਹਣੇ ਕਰਦਾ ਜੀ, ਲੇਕਿਨ ਇਹ ਟਰਾਂਸਪੋਰਟ ਜਿੰਨੇ ਮਾਫੀਏ ਨੇ ਬੜੇ ਸਟਰੋਂਗ ਜੀ। ਇਹਨਾਂ ਦੇ ਸਭ ਜਗ੍ਹਾ ਸੈੱਲ ਹੀ, ਇਹਨਾਂ ਦੀ ਕਾਰਜਪਾਲਿਕਾ ਦੀ ਸੈੱਲ ਆ, ਵਿਧਾਨ ਪਾਲਿਕਾ ਦੀ ਖਬਰ ਹੈ ਕਿ 4 ਪਾਲਿਕਾ ਹੈਗੀਆਂ ਜੀ, ਇੱਕ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤੇ ਖਬਰ ਪਾਲਿਕਾ ਜੀ। ਇਹ 4 ਹੈਗੀਆਂ ਤੇ 4 ਜਿਹਨਾਂ ਦੇ ਸੈੱਲ ਪੂਰੇ ਮੱਝੇ ਸੈੱਲ ਦੇ ਹੈਗੇ, ਇਹ ਕੁਝ ਵੀ ਕਰ ਸਕਦੇ ਆ। ਇਹਨਾਂ ਦਾ ਜੇ ਟਾਕਰਾ ਕਰਨਾ ਹੈ ਤੇ ਬਰਾਬਰ ਤੇ ਬੱਸਾਂ 4-5 ਹਜ਼ਾਰ ਪਾ ਕੇ ਇਹਨਾਂ ਦੀ ਬੱਸ ਦੇ ਬਰਾਬਰ ਬੱਸ ਖੜੀ ਕਰਦੇ, ਫੇਰ ਤੇਰਾ ਬਚਾਅ ਹੋ ਸਕਦਾ। ਅਦਰਵਾਈਜ਼ ਇਹਨਾਂ ਤੈਨੂੰ ਥੱਲੇ ਲਾ ਦੇਣਾ, ਲਾਤਾ ਅਗਲੇ ਬਿਲਕੁਲ ਜੀ। ਉਹ ਬਦਨਾਮੀ ਜ਼ਿਆਦਾ ਹੋ ਪੋਸੀਬਿਲਿਟੀ ਹੈ। ਹਾਂਜੀ ਹਾਂਜੀ, ਪੋਸੀਬਿਲਿਟੀ ਹੈ ਵੀ ਉਹਨਾਂ ਨੂੰ ਸ਼ਾਇਦ ਸੈਸ਼ਨ ਕੋਰਟ ਇਹਦੇ ਬਿਹਾਫ ਤੇ ਕੋਈ ਦੇ ਦੇਵੇ ਵੱਖਰੀ ਰਹਿਤ, ਲੇਕਿਨ ਅਕੋਰਡਿੰਗ ਟੂ ਲਾ ਜੋ ਤੇ ਧਾਰਾ ਨਹੀਂ ਉਹਦੇ ਮੁਤਾਬਕ ਬੰਦ ਹੀ ਨਹੀਂ ਰਹੇ ਤੇ ਫਿਰ ਵੀ ਜੇ ਦੇਣ ਉਹਨਾਂ ਨੂੰ ਐਂਟੀਸਿਪੇਟਰੀ ਬੇਲ ਮਿਲਣੀ ਜੀ। ਉਹ ਇਹੋ ਸਿਆਸੀ ਪੈਂਤੜੇ ਦੀ ਗੱਲ ਕਰਦੇ ਆ ਕਿ ਜਿਸ ਸਿਆਸੀ ਪੈਂਤੜੇ ਕਰਕੇ ਤੁਹਾਡੇ ਸੁਮੇਧ ਸੈਣੀ ਨੂੰ ਬੇਲ ਮਿਲੀ ਆ, ਸਾਨੂੰ ਵੀ ਜਿਹੜਾ ਹੈਗਾ ਇਹ ਸਿਆਸੀ ਇੱਕ ਜਿਹੜੀ ਸੁਮੇਧ ਸੈਣੀ ਦੀ ਗੱਲ ਹੈ ਨਾ ਜੀ, ਸੁਮੇਧ ਸੈਣੀ ਦੇ 2 ਵੱਡੇ ਮਹਾਂਪੁਰਖੀ ਦਿੱਲੀ ਅੱਜ ਬੈਠੇ ਨੇ ਜੀ ਜੀ ਜੀ, ਜਿਨ੍ਹਾਂ ਦਾ ਪੂਰਾ ਹਿੰਦੁਸਤਾਨ ਦੀ ਸਰਕਾਰ ਤੇ ਕੰਟਰੋਲ ਆ, ਹਰ ਮਹਿਕਮੇ ਤੇ ਕੰਟਰੋਲ ਆ। ਇੱਕ ਕਾਲਰ ਆਪਣੇ ਕੋਲ ਆ ਜੀ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ, ਆਵਾਜ਼ ਆ ਰਹੀ ਹੈ ਜੀ? ਕਾਲਰ ਦੀ ਆਵਾਜ਼ ਸ਼ਾਇਦ ਸਾਡੇ ਤੱਕ ਨਹੀਂ ਪਹੁੰਚ ਰਹੀ। ਬਿਲਕੁਲ। ਹੁਣ ਵੇਖੋ ਤੌਰ ਤੇ ਸਿਆਸੀ ਕਰਨਾ ਮੁਕੱਦਮਾ ਕੀਤਾ ਤੇ ਫਿਰ ਅਸੀਂ ਨਿੰਦਾ ਕਰਦੇ, ਅਸੀਂ ਵੀ ਨਿੰਦਾ ਕਰਦੇ, ਗਲਤ ਹੈ ਜੀ। ਜੇ ਮੈਰਿਟ ਦੇ ਆਧਾਰ ਤੇ ਕੀਤਾ ਫਿਰ ਠੀਕ ਜੀ। ਸਿਆਸੀ ਤੌਰ ਤੇ ਕਿਸੇ ਨੇ ਇਹੋ ਜਿਹੀ ਜਿਹੜੀ ਆ ਉਹ ਨਿਕਲਦੀ ਜਾਣੀ ਚਾਹੀਦੀ, ਕੋਈ ਜ਼ਿੰਦਗੀ ਬਰਬਾਦ ਕਰਦੇ ਤੁਸੀਂ। ਜੇ ਸਿਆਸੀ ਤੌਰ ਤੇ ਕੀਤਾ ਫਿਰ ਤਾਂ ਬਿਲਕੁਲ ਮਿਲਣੀ ਚਾਹੀਦੀ ਹੈ। ਜੇ ਮੈਰਿਟ ਦੇ ਆਧਾਰ ਤੇ ਕੀਤਾ ਤੇ ਫਿਰ ਅਸੀਂ ਕਹਿੰਦੇ ਕਾਨੂੰਨ ਆਪਣਾ ਕੰਮ ਕਰੇ, ਅਸੀਂ ਕਿਸੇ ਦੇ ਹੱਕ ਤੇ ਖਿਲਾਫ ਹੈਗੇ ਆ। ਲੇਕਿਨ ਕੱਲ ਵੀ ਬਹਿਸ ਹੋਈ ਤੇ ਅੱਜ ਵੀ ਬਹਿਸ ਹੋਈ ਤੇ ਆਪਣਾ ਜੱਜ ਨੇ ਫੈਸਲਾ ਰਾਖਵਾਂ ਰੱਖ ਲਿਆ
ਤੁਹਾਨੂੰ ਪਤਾ ਇਹੋ ਜਿਹੇ ਹਾਈ ਫਾਈ ਕੇਸ ਹੁੰਦੇ ਆ, ਫਿਰ ਹਾਈ ਕੋਰਟ ਦੇ ਜੱਜਾਂ ਨੂੰ ਪੁੱਛਦੇ ਵੀ ਅਸੀਂ ਕੀ ਕਰੀਏ, ਸਾਨੂੰ ਡਾਇਰੈਕਸ਼ਨ ਦਿਓ ਤੁਸੀਂ ਜੀ। ਤੁਹਾਨੂੰ ਪਤਾ ਹੋਏਗਾ ਜਦੋਂ ਸੌਦਾ ਸਾਹਿਬ ਨੂੰ ਸਜ਼ਾ ਹੋਈ ਹੈ ਜੀ, ਜਿਹੜੇ ਜਸਟਿਸ ਜਗਦੀਪ ਸਿੰਘ ਸੀਗੇ ਜੀ, ਉਹਨਾਂ ਨੇ ਬਕਾਇਦਾ ਤੌਰ ਤੇ ਜਸਟਿਸ ਜਿਹੜੇ ਸੀ ਲਗੇ, ਉਹਨਾਂ ਦੇ ਐਕਟਿੰਗ ਚੀਫ ਜਸਟਿਸ ਸੀ ਐਸਐਲ ਸਾਰੋ ਸਾਹਿਬ। ਜੀ, ਜੀ, ਐਸਐਲ ਸਾਰੋ ਜਿੰਨਾ ਚਿਰ ਹਾਈ ਕੋਰਟ ਜੱਜ ਰਹੇ ਉਹਨਾਂ ਨੇ ਆਪਣੀ ਜਿਹੜੀ ਸੀ ਤਨਖਾਹ ਨਹੀਂ ਸੀ ਜੀ, ਤਨਖਾਹ ਸਾਰੀ ਉਹਨਾਂ ਦੀ ਜਿਹੜੀ ਸੀ ਸਰਕਾਰ ਦੇ ਖਾਤੇ ਜਾਂਦੀ ਸੀ। ਜੀ, ਬੜੇ ਇਮਾਨਦਾਰ ਬੰਦੇ। ਅੱਜ ਕੱਲ ਉਹ ਗੁਰਦੁਆਰਾ ਚੋਣ ਕਿਸੇ ਚੇਅਰਮੈਨ ਨੇ ਜਿਨ੍ਹਾਂ ਨੂੰ ਤੱਕ ਨਾ ਦਫ਼ਤਰ ਦਿੱਤਾ ਨਾ ਸਟਾਫ ਦਿੱਤਾ ਗਿਆ। ਹੁਣ ਉਹ ਜਿਹੜੇ ਨਾ ਉਹਨਾਂ ਮਨੀਟਰ ਨੂੰ ਉਹਨਾਂ ਨੇ ਕੀਤਾ ਸੀ ਜੀ, ਉਹਨੂੰ ਪੁੱਛਿਆ ਜਿੱਥੋਂ ਮੈਂ ਸਰ ਕੀ ਕਰਾਂ, ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਆ ਜਿਹੜੀ ਆ ਬਣਦੀ ਕੋਈ ਇਸ ਤਰੀਕੇ ਨਾਲ ਦੇਖੀ ਮਨੀਟਰ ਉਹਨਾਂ ਕੀਤਾ ਸੀ। ਇਸ ਕਰਕੇ ਇਹੋ ਜਿਹੇ ਹਾਈ ਫਾਈ ਕੇਸ ਦੇ ਵਿੱਚ ਵਾਕਿਆ ਹੀ ਉਹ ਹਾਈ ਦੇ ਉੱਪਰ ਜੱਜ ਨੂੰ ਪੁੱਛਦੇ ਨੇ ਜੀ ਮੈਨੂੰ ਕੀ ਦੱਸਦਾ ਕਰਨਾ ਚਾਹੀਦਾ ਦੇ ਵਿੱਚ ਜੀ। ਇੱਕ ਕਾਲਰ ਮਨੀਟਰ ਉਹ ਕਰਦੇ ਫਿਰ ਜੀ ਜੀ ਕਾਲਰ ਆਪਾਂ ਦੇਖਦੇ ਹਾਂ ਜੁੜ ਰਹੇ ਨੇ ਆਪਣੇ ਨਾਲ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਬਰਾੜ ਸਾਹਿਬ, ਪੱਟੀ ਸਾਹਿਬ ਗੁਰਦਰਸ਼ਨ ਬੋਲਦਾ ਜੀ ਗਰੇਵਾਲ। ਜੀ 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 ਕੀ ਸਵਾਲ ਹੈ? ਹਾਂਜੀ ਹਾਂ, ਉਹ ਇਤਲਾਹ ਸਹੀ ਹੈ ਜੀ ਬਰਾੜ ਸਾਹਿਬ ਦੀ। ਉਹਨਾਂ ਦੀ ਜਿਹੜੀ ਹੈਗੀ ਹੈ ਪਟੀਸ਼ਨ ਖਾਰਜ ਹੋ ਗਈ ਜੀ ਮਜੀਠੀਆ ਸਾਹਿਬ ਦੀ। ਉਹ ਤਾਂ ਠੀਕ ਖਾਰਜ ਹੋ ਜਾਣੀ ਸੀ ਜੀ। ਮੈਂ ਤਾਂ ਪਹਿਲਾਂ ਕਹਤਾ ਕਿ ਉਹਨਾਂ ਨੂੰ ਬਕਾਇਦਾ ਤੌਰ ਤੇ ਸੈਸ਼ਨ ਕੋਰਟ ਤੋਂ ਮਿਲਣ ਦੇ ਚਾਂਸ ਬਹੁਤ ਘੱਟ ਸੀ ਜੀ। ਹਾਂ ਆ ਖਬਰਾਂ ਇੱਥੇ ਦੱਸੀ ਜਾਂਦੀਆਂ ਜੀ, ਤਾਂ ਕਰਕੇ ਮੈਂ ਕਿਹਾ ਵੀ ਚਲੋ ਇਹਨਾਂ ਕੋਲੇ ਹੈਗੀ ਹੈ ਲੇਕਿਨ ਬਾਕੀ ਐ ਸੀ ਤੁਸੀਂ ਬੁਲਾਵਾਂਗੇ, ਕਈ ਦਿਨ ਹੋ ਗਏ ਸੀ। ਜੀ 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 ਬਹੁਤ ਚੰਗਾ ਲੱਗਦਾ ਹੈ, ਬਹੁਤ ਚੰਗਾ ਲੱਗਦਾ, ਬਹੁਤ ਮਿਹਰਬਾਨੀ। ਚਲੋ ਜੀ ਵੇਖੋ ਇਸ ਕੇਸ ਦੇ ਵਿੱਚ ਬਰਾੜ ਸਾਹਿਬ ਜਿਹੜਾ ਕੇਸ ਹੈ ਨਾ, ਇਹ ਜਿਹੜਾ ਕੇਸ ਬੜਾ ਐਨਡੀਪੀਸੀ ਦਾ ਕੇਸ ਬੜਾ ਭੈੜਾ ਹੁੰਦਾ ਜੀ। ਇਹ ਚ ਬੇਲ ਮਿਲਣੀ ਬੜੀ ਮੁਸ਼ਕਿਲ ਸੀ। ਬੇਲ ਮਿਲ ਵੀ ਜਾਵੇ, ਫਰਜ਼ ਕੀਤਾ ਐਂਟੀਸਪਿਕਟਰੀ ਬੇਲ ਮਿਲ ਵੀ ਜਾਵੇ ਇਹਨਾਂ ਜੀ। ਐਂਟੀਸਪਿਕਟਰੀ ਬੇਲ ਦਾ ਮਤਲਬ ਇਹ ਗਾਉਂ ਜ਼ਬਾਨ ਦਾ ਆ ਵੀ ਤੁਹਾਨੂੰ ਕੋਰਟ ਗਏ ਵੀ ਜਾਓ ਜਾ ਕੇ ਤੁਸੀਂ ਨਾ ਪੇਸ਼ ਹੋ ਥਾਣੇ ਜਾ ਕੇ ਉਹਨਾਂ ਜਿਹੜੀ ਸਿੱਟ ਦੇ ਕੋਲ ਪੇਸ਼ ਹੋ, ਆਪਣੇ ਬਿਆਨ ਨੋਟ ਕਰਾਓ ਜੀ। ਉੱਥੇ ਤੁਹਾਨੂੰ ਸਵਾਲ ਜਵਾਬ ਹੋਣੇ ਆ। ਉਹ ਲਿਖ ਕੇ ਦੇ ਸਕਦੇ ਆ ਵੀ ਸਾਨੂੰ ਇਹ ਸਹਿਯੋਗ ਨਹੀਂ ਕਰ ਰਿਹਾ, ਸਾਨੂੰ ਇਹਦਾ ਰਿਮਾਂਡ ਦਿੱਤਾ ਜਾਵੇ ਜੀ। ਜਦੋਂ ਉਹ ਰਿਮਾਂਡ ਮਿਲਣਾ ਫਿਰ ਉਦੋਂ ਪੁੱਛ ਪੜਤਾਲੂ ਨਾ ਫਿਰ ਕਹਿਣਾ ਜੀ ਆ ਵੀ ਪੁੱਛਿਆ ਜੀ ਨਹੀਂ ਆ ਵੀ ਦੱਸਿਆ ਜੀ ਇੰਨਾ ਵੀ ਦੱਸਿਆ ਜੀ, ਫਿਰ ਜਿਹੜਾ ਉਹ ਜੇਲ੍ਹ ਵੀ ਭੇਜ ਸਕਦੇ ਜੀ। ਤੇ ਜੇ ਨਹੀਂ ਉਹ ਕੋਰਟ ਤੇ ਡਿਪੈਂਡ ਕਰਦਾ ਉਹਦੀ ਜ਼ਬਾਨ ਤੋਂ ਪੱਕੀ ਕਰਨੀ ਹੈ ਜਾਂ ਨਹੀਂ ਕਰਨੀ। ਇਸ ਕਰਕੇ ਮੈਨੂੰ ਨਹੀਂ ਉਮੀਦ ਹਾਈ ਕੋਰਟ ਤੋਂ ਵੀ ਸ਼ਾਇਦ ਉਹਨੂੰ ਬੇਲ ਮਿਲੇ, ਪੋਸੀਬਿਲਿਟੀ। ਸੁਪਰੀਮ ਕੋਰਟ ਕੋਈ ਰਾਇਤ ਕਰ ਦੇਵੇ ਤਾਂ ਵੱਖਰੀ ਗੱਲ, ਹਾਈ ਕੋਰਟ ਤੋਂ ਪੋਸੀਬਿਲਿਟੀ ਨਹੀਂ ਹੋਈ ਇਸ ਕੇਸ ਵਿੱਚ ਬੇਲ ਮਿਲਣ ਦੀ। ਫਿਰ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਵੱਧ ਗਈਆਂ। ਨੌਜਵਾਨ ਮੁੰਡਾ ਸੀਗਾ, ਪੁੱਠੇ ਪਾਸੇ ਪੈ ਗਿਆ, ਸਿੱਧੇ ਪਾਸੇ ਕੰਮ ਕਰਦਾ ਤੇ ਬੜੀ ਤਰੱਕੀ ਕਰ ਸਕਦਾ ਸੀ ਜੀ। ਜਿੰਨਾ ਉਹਨੇ ਅਕਾਲੀ ਦਲ ਵਾਸਤੇ ਕੰਮ ਕੀਤਾ, ਜੂਥ ਨੂੰ ਖੜਾ ਕੀਤਾ, ਲੇਕਿਨ ਆ ਜਿਹੜੇ ਨਸ਼ੇ ਨੁਸ਼ੇ ਸੀ ਲੈਂਡ ਬੈਕ ਤੇ ਬੇਸੈਂਡ ਮਾਰਕੀਟ ਦੇ ਪੈ ਗਿਆ, ਉਹਦੇ ਬਿੜਾ ਗਰ ਕਰਕੇ ਜੀ ਜੀ। ਬਿਲਕੁਲ। ਦੂਸਰੀ ਖਬਰ ਪਾਕਿਸਤਾਨ ਗੁਆਂਢੀ ਮੁਲਕ ਆਪਣਾ ਪਾਕਿਸਤਾਨ ਵਿੱਚ ਪਿਸ਼ਾਵਰ ਹਾਈ ਕੋਰਟ ਨੇ ਪੱਟੀ ਸਾਹਿਬ ਸਰਕਾਰੀ ਦਫ਼ਤਰਾਂ ਵਿੱਚ ਸਿੱਖਾਂ ਤੇ ਗਾਤਰਾ ਪਾ ਕੇ ਜਾਣ ਤੇ ਲਗਾਈ ਪਾਬੰਦੀ। ਸ਼੍ਰੋਮਣੀ ਕਮੇਟੀ ਨੇ ਰੋਸ ਪ੍ਰਗਟ ਕੀਤਾ ਜੀ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਿਲਕੁਲ। ਪਾਕਿਸਤਾਨ ਦੇ ਵਿੱਚ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਵਾ। ਹਾਲੀ ਕਿ ਤੁਸੀਂ ਇਹ ਵੇਖੋ ਜੀ ਪਾਕਿਸਤਾਨ ਦੀ ਕੋਰਟ ਨੇ ਕੀ ਕੀਤਾ। ਬਕਾਇਦਾ ਤੌਰ ਤੇ ਉੱਥੇ 2300 ਸਾਲ ਪੁਰਾਣਾ ਇੱਕ ਮੰਦਿਰ ਲੱਭਾ ਤੇ ਉਹਨੂੰ ਉਹਨਾਂ ਨੇ ਦਿੱਤਾ ਸੀ ਇਹ ਸਾਡਾ ਹੈਰੀਟੇਜ। 99 ਸਾਲ ਦੀ ਇੱਕ ਸਾਡੇ ਇੱਥੇ ਹੈਗੀ ਸੀ ਪਿਸ਼ਾਵਰ ਦੇ ਵਿੱਚ ਹੈਗੀ ਸੀ ਇੱਕ ਹਿੰਦੂ ਧਰਮਸ਼ਾਲਾ ਸੀ। ਉੱਥੇ ਢਾਹ ਕੇ ਕੁਝ ਸਰਕਾਰੀ ਅਫਸਰ ਜਿਹੜੇ ਸੀ ਇੱਥੇ ਮਾਲ ਬਣਾਉਣਾ ਚਾਹੁੰਦੇ ਸੀ ਤੇ ਉਹ ਕੋਰਟ ਚਲੇ ਗਏ ਤੇ ਕੋਰਟ ਨੇ ਕਿਹਾ ਨਹੀਂ ਇਹ ਸਾਡੀ ਵਿਰਾਸਤ ਵਾ। ਪ੍ਰਾਪਤ ਵਿਭਾਗ ਨੂੰ ਆਪ ਬੁਲਾ ਕੇ ਕੋਰਟ ਨੇ ਕਿਹਾ ਵੀ ਤੁਸੀਂ ਇਹਦੀ ਸੰਭਾਲ ਕਰਨੀ, ਇਹ ਕੁੱਟਣੀ ਨਹੀਂ ਚਾਹੀਦੀ, ਰੱਖਣੀ ਨਹੀਂ ਚਾਹੀਦੀ। ਮਤਲਬ ਕੁਝ ਕੰਮ ਚੰਗੇ ਵੀ ਕੀਤੇ ਆ, ਲੇਕਿਨ ਆਹ ਜਿਹੜੀ ਖਬਰ ਆਈ ਇਹ ਖਬਰ ਦੀ ਸੱਚਾਈ ਕਿੰਨੀ ਹੈ ਇਹ ਤੇ ਪਤਾ ਕਰੂੰਗਾ ਵੀ ਕੀ ਹੈ ਕੀ ਨਹੀਂ, ਕਿਉਂਕਿ ਸਾਡੇ ਪੱਤਰਕਾਰ ਉੱਤਰ ਹੈਗੇ ਖਬਰ ਲਾ ਦਿੰਦੇ ਅਸੀਂ ਵੀ ਜਿਹੜੀ ਕੋਈ ਬਿਆਨ ਦੱਸ ਹੁੰਦੀ ਹੈ ਉਹਦੀ ਡੂੰਘਾਈ ਤੱਕ ਜਾਣ ਦੀ ਲੋੜ ਹੁੰਦੀ ਹੈ ਕਿ ਉਹਨੇ ਇਹ ਗਾਤਰੇ ਦੀ ਪਾਬੰਦੀ ਲਾਈ ਆ ਕਿ ਵੱਡੀ ਕਿਰਪਾਨ ਤੇ ਲਾਈ ਹੈ ਕਿ ਲਾਈ ਵੇਖਣਾ ਪਊਗਾ ਸਾਨੂੰ। ਚਲੋ ਖੈਰ ਜੋ ਵੀ ਐਸਜੀਪੀਸੀ ਨੇ ਕਿਹਾ ਅਸੀਂ ਉਹਨੂੰ ਫੋਲੋ ਕਰਦੇ ਆ ਕਿ ਇਹ ਜਿਹੜੀ ਪਿਸ਼ਾਵਰ ਹਾਈ ਕੋਰਟ ਆ ਉਹਨੇ ਬਿਲਕੁਲ ਗਲਤ ਕੀਤਾ। ਇਮਰਾਨ ਖਾਨ ਸਰਕਾਰ ਨੂੰ ਇਮੀਡੀਏਟਲੀ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਆਪਣਾ ਬਕਾਇਦਾ ਤੌਰ ਤੇ ਕਾਨੂੰਨ ਪਾਸ ਕਰਨਾ ਚਾਹੀਦਾ ਆਪਣੀ ਪਾਰਲੀਮੈਂਟ ਦੇ ਵਿੱਚ, ਜਿਹਨੂੰ ਐਮਐਨਏ ਕਹਿੰਦੇ ਜੀ। ਉਹਦੇ ਵਿੱਚ ਕਾਨੂੰਨ ਪਾਸ ਕਰਨਾ ਚਾਹੀਦਾ ਬਕਾਇਦਾ ਤੌਰ ਤੇ ਵੀ ਇਹ ਜਿਹੜੇ ਸਿੱਖ ਨੇ ਕਿਤੇ ਵੀ ਗਾਤਰਾ ਇਹਨਾਂ ਦਾ ਜਿਹੜਾ ਧਾਰਮਿਕ ਚਿੰਨ੍ਹ ਇਹ ਪਾ ਕੇ ਕਿਤੇ ਵੀ ਜਾ ਸਕੇ, ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਬਿਲਕੁਲ। ਪਰ ਅਫਸੋਸ ਨਾ ਕਹਿਣਾ ਪੈ ਰਿਹਾ ਵਾ। ਅੱਜ ਤੁਸੀਂ
ਕੈਨੇਡੀਅਨ 에ਅਰਲਾਈਨ ਦੀ ਬਿਠੋ ਤੇ ਤੁਹਾਨੂੰ ਕੋਈ ਲੋੜ ਨਹੀਂ ਗਾਤਰਾ ਲਾਉਣ ਦੀ। ਬਿਲਕੁਲ ਇੰਡੀਅਨ 에ਅਰਲਾਈਨ ਦੇ ਬਿਠੋ ਤੁਹਾਡਾ ਗਾਤਰਾ ਲਵਾ ਦੇਣਾ ਉੱਥੇ ਉਹਦੇ ਨਾਲ। ਗਾਤਰਾ ਰੱਖ ਲਓ ਜੀ ਆਪਣੇ ਪਾ ਦਿਓ ਵਿੱਚ ਆਪਣੇ ਨਸਲ ਦੇ ਸਮਾਨ ਪਾ ਦਿਓ, ਨਹੀਂ ਤਾਂ ਤੁਸੀਂ ਨਹੀਂ ਚੜ ਜਾਏਗਾ। ਕੈਨੇਡਾ ਦੇ ਵਿੱਚ ਚੱਲ ਜਾਓ ਤੁਸੀਂ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੁਸੀਂ ਬਾਈ ਜਾਂਦੇ, ਤੁਹਾਨੂੰ ਕੋਈ ਗਾਤਰਾ ਲਾਉਣ ਲੋੜ, ਕੋਈ ਨਹੀਂ ਪੁੱਛਦਾ ਤੁਹਾਨੂੰ। ਸਾਡੀਆਂ ਸਰਕਾਰਾਂ ਗਾਤਰਾ ਲਾਉਂਦੀਆਂ। ਐਸ ਜੀ ਤੁਸੀਂ ਕਈ ਵਾਰੀ ਮੰਗ ਕਰ ਚੁੱਕੀ ਹੈ ਭਾਈ ਸਾਡੇ ਇਹ ਗਾਤਰੇ ਤੇ ਕੋਈ ਖਤਰਾ ਨਹੀਂਗਾ, ਜੇ ਖਤਰਾ ਹੈ ਤਾਂ ਤੁਹਾਡੀ ਛੁਰੀ ਕੱਟ ਕੇ ਸੀਨੇ ਹੋ ਤੇ ਇਹਨੂੰ ਜ਼ਿਆਦਾ ਖਤਰਨਾਕ ਨੇ। ਬਿਲਕੁਲ ਜੀ, ਜਿਹਨੇ ਕੁਛ ਕਰੋ ਉਹਨੇ ਨੂੰ ਕਰ ਦੇਣਾ, ਮਤਲਬ ਤੁਸੀਂ ਸਾਡੇ ਗਾਤਰੇ ਤੇ ਕੋਈ ਸ਼ੱਕ ਕਰਦੇ ਹੋ। ਜੇਕਰ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਪ੍ਰੋਪਰਲੀ ਤੱਕ ਉਠਾਈ ਨਹੀਂ ਸਕੀਆਂ, ਉਹਨਾਂ ਨੂੰ ਕੋਰਟ ਜਾ ਕੇ ਵੀ ਜਿਹੜੀ ਇਜਾਜ਼ਤ ਮਿਲ ਸਕਦੀ ਹੈ। ਲੇਕਿਨ ਕੌਣ ਆਖੇ ਇਹਨਾਂ ਨੂੰ ਵੀ ਮੈਂ ਉਹੀ ਗੱਲ ਫੇਰ ਕਹਾਂ ਵੀ ਜਿਹੜੇ ਕੰਮ ਕਰਨੇ ਤੇ ਕਰਦੇ ਨਹੀਂ, ਫਜ਼ੂਲ ਦੇ ਕੰਮਾਂ ਚ ਪੈਸੇ ਬੋਲ ਜਾਂਦੇ ਸਾਡੀ ਐਸੀ ਜੀ। ਇੱਕ ਕਾਲਰ ਆਪਣੇ ਨਾਲ ਆ ਪੱਟੀ ਸਾਹਿਬ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਤੇ ਪੱਟੀ ਸਾਹਿਬ, ਮੈਂ ਧਾਲੀਵਾਲ ਬੋਲਦਾ ਜੀ ਕੈਨੇਡਾ ਤੋਂ। ਤੇ ਜੀ ਧਾਲੀਵਾਲ ਕਹਿ ਰਹੇ ਹੋ ਇਹ ਤਾਂ ਇਹਨਾਂ ਨੇ ਅਕਾਲੀ ਦਲ ਨੂੰ ਤਾਂ ਮਤਲਬ ਕੀ ਹੈ ਵੀ ਬਹੁਤ ਕਹਿੰਦਾ ਪਵਿੱਤਰ ਸ਼ਬਦ ਸੀਗਾ, ਜਿਵੇਂ ਪਾਰਟੀ ਸੀ, ਜਿਵੇਂ ਤੁਸੀਂ ਕਹਿੰਦੇ ਆ ਵੀ ਕੁੰਜੀਆਂ ਦਾ ਮੋਰਚਾ ਲੱਗਾ, ਕਿਤੇ ਕੁਛ ਲੱਗਾ। ਪਰ ਇਹਨਾਂ ਨੇ ਤਾਂ ਨਾ, ਮੈਂ ਇੱਕ ਗੀਤ ਲਿਖਿਆ ਸੀ ਪੂਰਾ, ਮੈਂ ਤੁਹਾਨੂੰ ਪੂਰਾ ਨਹੀਂ, ਮੈਂ ਥੋੜਾ ਜਿਹਾ ਤੁਹਾਨੂੰ ਸੁਣਾਉਣਾ ਉਹਦਾ, ਕਿਉਂਕਿ ਮੈਨੂੰ ਹੁਣ ਮਤਲਬ ਪ੍ਰੋਪਰ ਯਾਦ ਵੀ ਨਹੀਂ, ਪਰ ਮੈਂ ਤੁਹਾਨੂੰ ਦੱਸਦਾ ਮਤਲਬ ਕੀ ਉਹ ਗੱਲ। ਕਿਉਂਕਿ ਜਿਵੇਂ ਹੁਣ ਕੈਪਟਨ ਸਾਹਿਬ ਵੀ ਆ, ਲੋਕੀ ਸਾਡੇ ਦੇਖੋ ਇੰਨੇ ਲੋਕਾਂ ਨੇ ਸਾਡਿਆਂ ਨੇ ਕਾਲੀਆਂ ਗੂੜੀਆਂ ਐਨਕਾਂ ਲਾਈਆਂ, ਕੋਈ ਫੁੱਲ ਉਹਦੇ ਉੱਤੇ ਗੁਲਾਬ ਦੇ ਫੁੱਲ ਸੁੱਟ ਰਹੇ, ਮੈਂ ਦੇਖ ਰਿਹਾ ਉੱਥੇ ਵੀਡੀਓ ਪਾਈ ਵੀ ਆ। ਜੇ ਸਾਡੇ ਲੋਕਾਂ ਨੂੰ ਥੋੜੀ ਬਹੁਤੀ ਸੂਝ-ਬੂਝ ਹੁੰਦੀ ਨਾ, ਅੱਜ ਸਾਡਾ ਪੰਜਾਬ ਦਾ ਇਹ ਹਾਲਾਤ ਨਹੀਂ ਹੋਣਾ ਸੀਗਾ। ਰੰਗਲਾ ਪੰਜਾਬ ਹੋਣਾ ਸੀ, ਜਿਹਨੂੰ ਕੰਗਲਾ ਪੰਜਾਬ ਇਹਨਾਂ ਨੇ ਬਣਾ ਦਿੱਤਾ ਹੈਗਾ ਲੋਕਾਂ ਨੇ। ਤੇ ਇਹਨਾਂ ਨੇ ਮਜੀਠੀਆ ਉਹਨਾਂ ਨੇ, ਤੁਸੀਂ ਦੇਖੋ ਬੱਚੇ ਸਾਡੇ ਜਿਹੜੇ ਸੀਗੇ ਨੌਜਵਾਨ, ਜਿਨ੍ਹਾਂ ਦੇ ਮਾਣ ਸੀਗਾ ਹਨਾ, ਉਹਨਾਂ ਦੇ ਵਿੱਚੋਂ ਹੀ ਹਰੀ ਸਿੰਘ ਨਲੂਆ ਜੀ ਜਾਂ ਜੋ ਵੀ ਜਿੰਨੇ ਸਾਡੇ ਹੋਏ ਆ ਸ਼ਹੀਦ, ਭਗਤ ਸਿੰਘ ਹੋਣੀ, ਕਰਤਾਰ ਸਰਾਭੇ ਹੋਣੀ, ਤੇ ਉਹ ਰੂੜੀਆਂ ਤੇ ਲਿਟ ਰਹੇ ਆ, ਸਿਰਜਾਂ ਲੱਗੀਆਂ ਵੀਆਂ, ਮਾਵਾਂ ਪਿੱਟ ਰਹੀਆਂ ਉੱਥੇ ਨਹੀਂ। ਤੇ ਇਹਨਾਂ ਨੂੰ ਲੋਕਾਂ ਨੂੰ ਬਿਲਕੁਲ ਇਹਨਾਂ ਨੇ ਸ਼ਰਮ ਲਾ ਕੇ ਜਿਹੜੀ ਹੈ ਉੱਤੇ ਨਾ ਆਪਣੀ ਬੇਸ਼ਰਮੀ ਦੀ ਲੋਈ ਲਈ ਹੋਈ ਆ। ਤੇ ਮਤਲਬ ਹੱਸ ਕੇ ਗੱਲਾਂ ਕਰ ਰਹੇ, ਮੈਂ ਸੁਣ ਰਿਹਾ ਸੀ, ਉਹ ਹਰਸਿਮਰਤ ਦਾ ਬਦਲ ਉਹਨੂੰ ਪੁੱਛ ਰਿਹਾ ਸੀ ਵੀ ਉਹ ਨਹੀਂ ਜੀ ਸਾਡੇ ਤੇ ਬਦਲਾਖੋਰੀ ਹੈ, ਤੁਹਾਡੇ ਤੇ ਹੈਗੀ ਹੈ, ਤੇ ਫਿਰ ਤੁਸੀਂ ਆ ਕੇ ਸਪਸ਼ਟ ਕਰ ਦਿਓ ਉਸ ਗੱਲ ਨੂੰ, ਹਨਾ। ਤੇ ਮੈਂ ਉਹ ਤੁਹਾਨੂੰ ਗੱਲ ਕਰਦਾ ਸੀ ਕਿ ਇਹਨਾਂ ਨੇ ਉਹ ਗੱਲ ਕੀਤੀ ਸੀ ਕਿ ਲੋਕੀ ਲਾਤੇ ਸਾਰੇ ਗੁੱਠੇ, ਇਹਨੇ ਲੀਡਰ ਕੁਰਸੀ ਦੇ ਭੁੱਖੇ ਲਾਤੇ ਲੋਕ ਸਾਰੇ ਗੁੱਠੇ, ਹਨਾ ਜੀ। ਭੱਠੀ ਨਸ਼ਿਆਂ ਦੀ ਝੋਕਤਾ ਪੰਜਾਬ ਨੂੰ, ਇਹਨਾਂ ਸੱਚੀਆਂ ਹੀ ਰੋਲਤਾ ਪੰਜਾਬ ਨੂੰ, ਇਹਨਾਂ ਸੱਚੀਆਂ ਰੋਲਤਾ ਪੰਜਾਬ ਨੂੰ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ ਧਾਰੀਵਾਲ ਸਾਹਿਬ ਨੇ, ਕੋਈ ਚੱਕ ਵਾਲੀ ਗੱਲ ਨਹੀਂ ਹੈਗੀ। ਅਸੀਂ ਤੇ ਇਹ ਗੱਲ ਕਹਿੰਦੇ ਜਿਹੜੀ ਇਹ ਦੰਦ ਕਥਾ ਬਾਰ-ਬਾਰ ਚੱਲਦੀ ਹੈ, ਤੁਹਾਨੂੰ ਪਤਾ ਹੋਏਗਾ ਬਰਾੜ ਸਾਹਿਬ ਬਕਾਇਦਾ ਤੌਰ ਤੇ 2 ਬੰਦੇ ਸਾਡੀ ਵਿਧਾਨ ਸਭਾ ਦੇ ਚ ਰੋਏ ਸੀ। ਰੋਣ ਵਾਲਿਆਂ ਚ ਕੌਣ ਸੀ? ਇੱਕ ਬਿਕਰਮ ਸਿੰਘ ਮਜੀਠੀਆ ਤੇ ਇੱਕ ਰਾਜਾ ਵੜਿੰਗ, ਦੋਵੇਂ ਆਪਣੇ ਧੱਕੜ ਕਹਿੰਦੇ ਪਏ, ਬੜੇ ਧੱਕੜ ਸੀ। ਤੇ ਰਾਜੇ ਵੜਿੰਗ ਤੇ ਜਦੋਂ ਪਰਚਾ ਦਰਜ ਹੋਇਆ ਸੀ ਤੇ ਵਿਧਾਨ ਸਭਾ ਚ ਉਹਨੇ ਇੰਨੀ ਗੱਲ ਕਹੀ ਸੀਗੀ ਵੀ ਵੇਖੋ ਜੀ ਮੇਰਾ ਕੀ ਤੁਸੀਂ ਕਿਸੇ ਬੱਚੇ ਝੂਠਾ ਪਰਚਾ ਦਰਜ ਕਰ ਦਿਆ। ਰੋ ਪਿਆ ਸੀ ਬਿਲੇਡੂਆਂ ਨਾਲ। ਤੇ ਦੂਜੇ ਪਾਸੇ ਖੜਾ ਹੋ ਕੇ ਬਕਾਇਆ ਕਰਦੇ, ਉਹਦੀ ਅੱਖਾਂ 'ਚ ਅੱਥਰੂ ਆ ਗਏ ਸੀ ਬਕਾਇਤ ਤੇ ਮਜੀਠੀਆ ਤੇ ਵੀ ਰਾਜਾ ਵੜਿੰਗ ਤੂੰ ਤੇ ਇੱਕ ਪਰਚੇ ਦੀ ਗੱਲ ਕਰਦਾ, ਜੋ ਮੇਰੀ ਹਾਲਤ ਮੈਨੂੰ ਪੁੱਛਵੇ, ਮੇਰਾ ਦਿਲ ਅੰਦਰੋਂ ਰੋਂਦਾ ਵਾ। ਮੇਰੇ ਮਾਂ ਪਿਓ ਮੇਰੇ ਨਾਲ ਬੋਲ ਕੇ ਖੁਸ਼ ਨਹੀਂ ਹੈਗੇ ਵੀ ਤੇਰੇ ਤੇ ਇਲਜ਼ਾਮ ਲੱਗਦੇ, ਤੇ ਕਿਉਂ ਲੱਗਦੇ ਆ? ਤੂੰ ਸਾਡੀ ਵਿਰਾਸਤ ਨੂੰ ਬਰਬਾਦ ਕਰਕੇ ਰੱਖ ਦਿੱਤਾ। ਬਸ ਮੈਂ ਕਿਹੜੇ ਖੁਸ਼ ਪੈ ਜਾਗਾ, ਤੂੰ ਤੇ ਰੋਕਿਆ ਪਰ ਸੱਚਾ ਹੋ ਗਿਆ ਵੀ ਜਦੋਂ ਠੀਕ ਹੈ, ਮੇਰੇ ਝੂਠਾ ਪਰ ਦਿੱਤਾ, ਪਰਚਾ ਵਾਪਸ ਹੋ ਜਾਊਗਾ। ਲੇਕਿਨ ਮੈਨੂੰ ਦੱਸੋ ਮੈਂ ਕੀ ਕਰਾਂ? ਤੇ ਜੇ ਤੁਸੀਂ ਗਲਤ ਨਹੀਂ ਕੰਮ ਕੀਤੇ ਫਿਰ ਡਰ ਕਾਹਦਾ? ਫਿਰ ਆ ਕੇ ਪੇਸ਼ ਹੋ ਜਾਓ ਪੁਲਿਸ ਸਿੱਟ ਕੋਲੇ, ਕਹਿ ਦਿਓ ਜੀ ਮੈਂ ਕੁਛ ਨਹੀਂ ਕੀਤਾ, ਸਾਬਤ ਕਰੋ ਤੁਸੀਂ। ਅਗਲਿਆਂ ਨੇ ਸਾਰੇ ਦਾ ਸਾਰਾ ਰਿਕਾਰਡ ਕਾਇਮ ਕੀਤਾ ਪਹਿਲਾਂ, ਕਰੀਬ 15-20 ਦਿਨ ਜਿਹੜੇ 4 ਜ਼ਿਲ੍ਹਿਆਂ ਦੇ ਰਿਕਾਰਡ ਸੀ ਖੰਗਾਲ ਦੇ ਰਹੀਆਂ ਵੱਖ-ਵੱਖ ਪੁਲਿਸ ਦੀਆਂ ਟੀਮਾਂ ਸੀ। ਉਦੋਂ ਬਾਅਦ ਰਿਕਾਰਡ ਇਕੱਠਾ ਕਰਕੇ ਕਾਰਵਾਈ ਕੀਤੀ ਗਈ ਹੈ, ਐਵੇਂ ਨਹੀਂ ਕੀਤੀ ਗਈ। ਇਸ ਕਰਕੇ ਜੋ ਕਰੇਗਾ ਸੋ ਭਰੇਗਾ, ਠੀਕ ਹੈ ਨਾ, ਉਹਨੂੰ ਭਰਨਾ ਹੀ ਪਊਗਾ ਜੋ ਮਰਜ਼ੀ ਹੈ। ਪੰਜਾਬ ਨੂੰ ਬਚਾਉਣ ਦੀ ਲੋੜ ਆ। ਗਰੇਵਾਲ ਆਪਣੇ ਬਰਾੜ ਸਾਹਿਬ 1991 ਸਾਡੀ GDP 1 ਨੰਬਰ ਤੇ, 2001 ਤੇ ਅਸੀਂ 4 ਨੰਬਰ ਤੇ ਆ ਗਏ, ਅੱਜ ਅਸੀਂ 16 ਨੰਬਰ ਤੇ। ਤੇ ਸਾਡੀ ਪੰਜਾਬ ਦੀ ਜਿਹੜੀ ਪੁਲਿਸ ਹੈ ਕਿਸੇ ਨੰਬਰ 1 ਨੰਬਰ ਤੇ, ਅੱਜ ਅਸੀਂ 22 ਨੰਬਰ ਤੇ। ਪੰਜਾਬ ਦੀ ਹਾਲਤ ਇਹ ਆ ਵੀ ਮਨੀਪੁਰ ਤੋਂ ਪਰ ਬਾਕੀ ਸਭ ਤੋਂ ਸਾਡਾ ਸਭ ਤੋਂ ਥੱਲੇ ਹੀ ਥੱਲੇ ਇੱਕ ਮਨੀਪੁਰ ਸਟੇਟ ਹੈਗੀ ਹੈ, ਜਿਹਦੇ ਤੋਂ ਛੋਟੀ ਸਟੇਟ ਹੈ ਜਿੱਥੋਂ ਅਸੀਂ ਉੱਪਰ, ਬਾਕੀ ਸਭ ਥੱਲੇ ਹੈ। ਖਰੇ ਡਾਟੇ ਤੁਸੀਂ ਅਖਬਾਰਾਂ 'ਚ ਪੜ੍ਹ ਲਓ, ਅਖਬਾਰਾਂ 'ਚ ਵਿਦਵਾਨਾਂ ਦੀ ਜਿਹੜੀ ਮਾਹਿਰਾਂ ਨੇ ਲਿਖੀਆਂ ਰਿਪੋਰਟਾਂ ਪੜ੍ਹੋ ਤੁਸੀਂ ਸਾਰੀ। ਇਸ ਕਰਕੇ ਉਸ ਪੰਜਾਬ ਨੂੰ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ,
ਜਿਹੜੇ ਸਾਰੇ ਦੇਸ਼ ਨੂੰ ਬਕਾਇਦਾ ਹਰੀ ਕ੍ਰਾਂਤੀ ਲਾ ਕੇ ਜਿਹੜਾ ਸੀ ਅਨਾਜ ਦੇ ਭੰਡਾਰ ਸਾਡੇ ਭਰਤੇ, ਨੱਕੋ ਨੱਕ ਭਰਤੇ, ਬਾਹਰ ਵੀ ਨਾਲ ਲਾਤਾ ਵੀ ਭਰ ਲਓ, ਕਿਤੇ ਗੱਲ ਹੀ ਨਹੀਂ ਕੀਤਾ। ਅਸੀਂ ਬਰਬਾਦ ਹੋ ਗਏ, ਸਾਡੀਆਂ ਜ਼ਮੀਨਾਂ ਬਰਬਾਦ ਹੋ ਗਈਆਂ, ਸਾਡੇ ਬੱਚੇ ਬਰਬਾਦ ਹੋ ਗਏ, ਲੇਕਿਨ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾ ਲਿਆ। ਤੇ ਅੱਜ ਉਹਨਾਂ ਲੋਕਾਂ ਨੂੰ, ਬੱਚਿਆਂ ਨੂੰ ਜੇ ਤੁਸੀਂ ਨਸ਼ਿਆਂ 'ਚ ਲਾ ਕੇ, ਡਰੱਗ 'ਚ ਲਾ ਕੇ ਬਰਬਾਦ ਕਰੋਗੇ ਤੇ ਫਿਰ ਜ਼ਿੰਮੇਵਾਰੀ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਾ ਜੀ। ਜੀ ਬਰਾੜ ਸਾਹਿਬ। ਜੀ ਬਰਾੜ ਸਾਹਿਬ, ਵੋਟਾਂ ਜਿਹੜੀਆਂ ਹੈਗੀਆਂ ਵੰਗਾਰਦੀਆਂ ਹੀ ਰਹਿੰਦੀਆਂ ਨੇ, ਸਿਆਸੀ ਲੀਡਰ ਵੀ ਇੱਕ ਦੂਜੇ ਨੂੰ ਵੰਗਾਰਦੇ ਰਹਿੰਦੇ ਆ। ਪੱਟੀ ਸਾਹਿਬ, ਅਗਲੀ ਗੱਲ ਆਉਂਦੀ ਹੈ, ਕ੍ਰਿਕਟਰ ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਤੇ ਬਣ ਸਕਦੇ ਨੇ ਖਿਡਾਰੀ ਤੋਂ ਸਿਆਸੀ ਮਦਾਰੀ, ਕੀ ਕਹਿਣਾ ਚਾਹੋਗੇ? ਦੇਖੋ, ਹਰਭਜਨ ਨੇ, ਤੁਹਾਨੂੰ ਪਤਾ ਵੀ ਟਵੀਟ ਕੀਤਾ ਸੀ ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਜੀ। ਉਹਨਾਂ ਦੀ ਸ਼ਾਇਦ ਉਸ ਤੋਂ ਬਾਅਦ ਫੋਨ ਤੇ ਗੱਲ ਹੋਈ ਹੋਗੀ ਜਾਂ ਮਿਲ ਕੇ ਵੀ ਗੱਲ ਹੋ ਗਈ, ਤੇ ਉਹਨੇ ਕਿਹਾ ਆ ਜਾ ਜੀ। ਅੱਜ ਉਹਨਾਂ ਟਵਿੱਟਰ ਤੇ ਆਪਣਾ ਕਹਿਤਾ ਜੀ ਮੈਂ ਆਪਣੀ ਕ੍ਰਿਕਟ ਛੱਡੀ, ਮੈਂ ਸੰਨਿਆਸ ਲੈ ਲਿਆ ਜੀ। ਚੰਗੇ ਭਲੇ ਖਿਡਾਰੀ ਤੋਂ ਉਹ ਸਿਆਸੀ ਮਦਾਰੀ ਬਣ ਜਾ ਰਹੇ ਹੋ। ਇਹ ਸਿਆਸੀ ਨੂੰ ਮਦਾਰੀ ਸਾਡੇ ਹੈਗੇ ਨਾ, ਸਾਨੂੰ ਡੁਗਡੁਗੀ ਵਿੱਚ ਆ ਕੇ ਨਚਾਉਂਦੇ ਰਹਿੰਦੇ ਆ, ਤੂੰ ਆਹ ਦੇ ਦਿਆਂਗੇ, ਆਹ ਦੇ ਦਿਆਂ। ਕੋਈ ਕਹਿੰਦਾ ਤੁਹਾਨੂੰ ਅਸੀਂ ਆਟਾ ਫਰੀ ਦੇ ਦਿਆਂ, ਕੋਈ ਕਹਿੰਦਾ ਦਾਲ ਫਰੀ ਦੇ ਦਿਆਂ, ਕਿਸੇ ਘਿਓ ਫਰੀ ਦੇ ਦਿਆਂ, ਕਿਸੇ ਚਾਹ ਪੱਤੀ ਫਰੀ ਦੇ ਦਿਆਂਗੇ। ਬਿਲਕੁਲ ਜੀ। ਭਾਈ ਸਾਨੂੰ ਫਰੀ ਦੀ ਲੋੜ ਨਹੀਂ, ਰੁਜ਼ਗਾਰ ਦੇ ਦਿਓ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇ ਦਿਓ। ਪਿੱਟ ਪਿੱਟ ਕੇ ਤੁਹਾਨੂੰ ਕਹਿੰਦੇ ਅਸੀਂ ਰੁਜ਼ਗਾਰ ਦੇ ਦਿਓ, ਬਕਾਇਦਾ ਤੌਰ ਤੇ ਐਜੂਕੇਸ਼ਨ ਦੇ ਦਿਓ, ਸਿਹਤ ਸਹੂਲਤਾਂ ਦੇ ਦਿਓ, ਬਾਕੀ ਕੁਛ ਨਹੀਂ ਚਾਹੀਦਾ। ਬਿਲਕੁਲ ਸਹੀ ਜੀ। ਆਪੇ ਬੱਚੇ ਕਮਾਈ ਕਰਨਗੇ, ਆਪੇ ਸਭ ਨੂੰ ਖਰੀਦ ਲੈਣਗੇ ਸਾਡੇ। ਅੱਜ ਦੀ ਡੇਟ ਦੇ ਵਿੱਚ ਹਰਿਆਣਾ ਸਾਡੇ ਤੋਂ ਪਿੱਛੋਂ ਬਣਿਆ ਤੇ ਕਿੰਨਾ ਅੱਗੇ ਲੰਘਿਆ। ਬਾਦਲ ਸਾਹਿਬ ਦੀ ਸਰਕਾਰ ਸੀ, ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ, ਹਰਿਆਣੇ ਨੇ ਆਪਣੀ ਇੰਡਸਟਰੀ ਤੇ 58,000 ਕਰੋੜ ਰੁਪਇਆ ਖਰਚ ਕੀਤਾ ਸੀ। ਕਿੰਨਾ ਕੀਤਾ ਸੀ? 4200 ਕਰੋੜ ਜੀ। ਇਸ ਕਰਕੇ ਸਾਡੇ ਰੁਜ਼ਗਾਰ ਨਹੀਂ ਹੈਗਾ, ਸਾਡੇ ਐਜੂਕੇਸ਼ਨ ਨਹੀਂ ਹੈਗੀ, ਸਾਡੀ ਸਕੂਲਾਂ ਦਾ ਮੰਦਾ ਹਾਲ ਆ। ਸਾਡੀ ਹਿੰਦੁਸਤਾਨ ਦੀ ਇੱਕ ਯੂਨੀਵਰਸਿਟੀ ਆ, ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। 200 ਯੂਨੀਵਰਸਿਟੀ, ਇੱਕ ਯੂਨੀਵਰਸਿਟੀ ਨਹੀਂ ਹੈਗੀ। ਸਿਹਤ ਸਹੂਲਤਾਂ ਦਾ ਬੁਰਾ ਹਾਲ ਆ ਜੀ। ਮੈਂ ਤੁਹਾਨੂੰ ਪਹਿਲਾਂ ਕਹਤਾ, ਐਜੂਕੇਸ਼ਨ, ਸਿਹਤ ਸਹੂਲਤਾਂ ਤੇ ਰੁਜ਼ਗਾਰ, ਤਿੰਨ ਚੀਜ਼ਾਂ ਦੇ ਦੇ, ਬਾਕੀ ਕੋਈ ਨਹੀਂ, ਬਾਕੀ ਆਪੇ ਪਤਾ ਕਰ ਲਾਂਗੇ। ਬਿਲਕੁਲ ਜੀ, ਸਮੇਂ ਦੀ ਲੋੜ ਆ, ਸਮੇਂ ਦੀ ਲੋੜ ਆ। ਲੇਕਿਨ ਅਸੀਂ ਕਹਿੰਦੇ ਤੈਨੂੰ ਅਸੀਂ ਚਾਹ ਪੱਤੀ ਫਰੀ ਦੇ ਦਿਆਂਗੇ, ਅਸੀਂ ਤਾਂ 35 ਕਿਲੋ ਕਣਕ ਫਰੀ ਦੇ ਦਿਆਂਗੇ, ਅਸੀਂ ਤਾਂ ਘਿਓ ਫਰੀ ਦੇ, ਕਦੀ ਕਿਸੇ ਕਿਹਾ ਤੁਹਾਨੂੰ ਐਜੂਕੇਸ਼ਨ ਫਰੀ ਦੇ ਦਿਆਂਗੇ? ਬਿਲਕੁਲ ਜੀ। ਕਦੀ ਕਿਸੇ ਪਾਰਟੀ ਨੇ ਇੰਨੀ ਗੱਲ ਕਹੀ ਹੈ ਵੀ ਤੁਹਾਡਾ ਇਲਾਜ ਫਰੀ ਹੋਊਗਾ ਜੀ? ਬਿਲਕੁਲ ਸਹੀ ਕਿਹਾ ਜੀ। ਇਹ ਸਾਡੇ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਹੈਗਾ ਜੀ। 1969-70 ਜਦੋਂ ਬਣਿਆ ਸੀ, ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਹਸਪੀਟਲ ਸੀ। ਪੂਰੇ ਨਾਰਥ ਇੰਡੀਆ ਦੇ ਲੋਕ ਆਪਣਾ ਇਲਾਜ ਕਰਾਉਣ ਤੇ ਆਉਂਦੇ ਸੀ ਜੀ। ਅੱਜ ਉਹ ਹਾਲਤ ਜਿਹੜਾ ਉਹ ਹਸਪੀਟਲ ਹੈ ਬਿਲਕੁਲ ਬਰਬਾਦ ਕਰਤਾ ਇਹਨਾਂ। ਇਸ ਕਰਕੇ ਸਾਡੀ ਇਹ ਗੱਲ ਆ ਕਿ ਜਿਹੜੀ ਹੈ ਇਹ ਤੁਸੀਂ ਦੂਸ਼ਣਬਾਜ਼ੀਆਂ ਕਰਿਓ, ਆਪਣੇ ਦੇ ਕਰੋ, ਲੇਕਿਨ ਸਾਨੂੰ ਇਹ ਚੀਜ਼ਾਂ ਜ਼ਰੂਰ ਦੇ ਦਿਓ ਜੋ ਅਸੀਂ ਮੰਗਦੇ ਹਾਂ, ਉਹ ਤੁਸੀਂ ਦਿੰਦੇ ਨਹੀਂ। ਤੁਸੀਂ ਇਹ ਪੁੱਠੀਆਂ ਗੱਲਾਂ ਕਰਦੇ ਹੋ। ਇਸ ਕਰਕੇ ਜਿਹੜਾ ਸਾਡੀ ਮੰਗ ਇਹੋ ਹੀ ਹੈ ਕਿ ਰੁਜ਼ਗਾਰ ਦੇ ਦਿਓ, ਸਿਹਤ ਸਹੂਲਤਾਂ ਦੇ ਦਿਓ, ਐਜੂਕੇਸ਼ਨ ਫਰੀ ਦੇ ਦਿਓ ਜੀ। ਬਿਲਕੁਲ। ਪੱਟੀ ਸਾਹਿਬ, ਜਿਹੜੀ ਅਗਲੀ ਗੱਲ ਆਉਂਦੀ ਹੈ, ਜਥੇਦਾਰ ਦੀ ਅਪੀਲ ਨੂੰ ਬਹਾਨਾ ਬਣਾ ਕੇ ਅਕਾਲੀ ਦਲ ਦੇ ਬੁੱਢੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਦੀ ਘਰ ਵਾਪਸੀ ਹੋ ਗਈ ਹੈ ਕਹਿੰਦੇ, ਤੇ ਉਹਨਾਂ ਦਾ ਬੇਟਾ ਚੋਣ ਲੜੇਗਾ ਖਡੂਰ ਸਾਹਿਬ ਤੋਂ। ਕੀ ਹੈ ਜੀ ਪੂਰਾ ਮਾਮਲਾ, ਕੀ ਕਹਿਣਾ ਚਾਹੋਗੇ? ਇਹਨਾਂ ਲੋਕਾਂ ਨੇ ਅਕਾਲ ਤਖਤ ਦੀ ਅਰਦਾਸ ਨੂੰ ਜਿਹੜਾ ਨਾ ਇੱਕ ਮਜ਼ਾਕ ਬਣਾ ਜੀ। ਸਿਆਸੀ ਆਗੂ ਜਾਂਦੇ, ਅਸੀਂ ਅਰਦਾਸ ਕਰਦੇ ਹਾਂ ਜੀ, ਅਸੀਂ ਦੇਖੋ ਬਕਾਇਦਾ ਤੌਰ ਤੇ ਬਿਲਕੁਲ ਬਾਦਲਾਂ ਦਾ ਕੋਈ ਸਮਝੌਤਾ ਨਹੀਂ ਕਰਾਂਗੇ ਜਿੰਨਾ ਚ ਸਾਨੂੰ ਬਰਗਾੜੀ ਦਾ ਇਨਸਾਫ ਮਿਲ ਜਾਂਦਾ ਜੀ। ਤੇ ਡਾਕਟਰ ਤੁਨ ਸਿੰਘ ਤੇ ਜਿਹੜਾ ਸੀ ਹਫ਼ਤੇ ਬਾਅਦ ਹੀ ਵਾਪਸ ਚਲਾ ਗਿਆ ਸੀਗਾ। ਬਾਕੀ ਇਹ ਬ੍ਰਹਮਪੁਰਾ ਸਾਹਿਬ ਰਹਿ ਗਏ, ਟਕਸਾਲੀ ਕਾਲੀ ਬਣਾ ਲਿਆ ਤੇ ਢੀਂਡਸਾ ਸਾਹਿਬ ਨੇ ਕਿਹਾ ਸੀ ਇਹ ਕਾਹੀ ਕਰ ਗਏ ਜੀ। ਮੁੜ ਕੇ ਬਕਾਇਦਾ ਤੌਰ ਤੇ ਢੀਂਡਸਾ ਸਾਹਿਬ ਨੇ ਆਪਣਾ ਸੰਯੁਕਤ ਅਕਾਲੀ ਬਲਦਰ ਬਣਾਤਾ ਤੇ ਮੁੜ ਕੇ ਇਹ ਮਰਜ ਹੋ ਗਏ ਉਹਦੇ ਚ ਜੀ। ਉਹ ਪ੍ਰਧਾਨ ਤੇ ਇਹ ਸਰਪ੍ਰਸਤ ਬਣ ਗਏ। ਹੁਣ ਗੱਲ ਇੱਥੇ ਅੜੀ ਸੀ ਕਿ ਢੀਂਡਸਾ ਸਾਹਿਬ ਆਂਦੇ ਸੀ ਆਪਣੇ ਕੋਲ ਇੰਨੀ ਸਮਰੱਥਾ ਨਹੀਂ ਕਿ ਆਪਣੇ ਲੈਵਲ ਤੇ ਆਪਾਂ ਵਿਧਾਨ ਸਭਾ ਚੋਣਾਂ ਲੜ ਸਕੀਏ, ਆਪਾਂ ਨੂੰ ਬੀਜੇਪੀ ਨਾਲ ਅਲਾਇੰਸ ਕਰ ਲੈਣਾ ਚਾਹੀਦਾ ਜੀ, ਜਿੱਦਾਂ ਕੈਪਟਨ ਨੇ ਕੀਤਾ। ਇਹ ਕਹਿੰਦੇ ਸੀ ਬਿਲਕੁਲ ਨਹੀਂ, ਬੀਜੇਪੀ ਨਾਲ ਅਲਾਇੰਸ ਨਹੀਂ ਕਰਨਾ, ਜੋ ਮਰਜ਼ੀ ਹੋ ਜਾਏ ਆਪਣੇ ਲੈਵਲ ਤੇ ਲੜੋ ਲਓ ਤੁਸੀਂ। ਜੋ ਇਹਨਾਂ ਦੀ ਸ਼ਕਤੀ ਆ ਉਹ ਸ਼ਕਤੀ ਬੜੀ ਘੱਟ ਆ। ਢੀਂਡਸਾ ਸਾਹਿਬ ਨੂੰ ਤੇ ਲੈ ਕੇ ਬਹਿ ਗਿਆ ਕਰੋਨਾ। ਜੇ ਕਰੋਨਾ ਨਾ ਹੁੰਦਾ ਤੇ ਸ਼ਾਇਦ ਉਹਦੇ ਇਹ ਸੀ ਕਿ ਵੱਡੇ ਵੱਡੇ ਲੀਡਰ ਵੀ ਆ ਜਾਂਦੇ ਤੇ ਗੱਲ ਬਣ ਜਾਂਦੀ। ਤੇ ਜਿਹੜੇ ਬ੍ਰਹਮਪੁਰਾ ਸਾਹਿਬ ਸੀ ਉਹਨਾਂ ਨੇ ਆਪਣੀ ਜਿਹੜੀ ਆ
اخلاق ਨੂੰ ਜਿਹੜਾ ਬੁੱਢੇ ਬਾਰੇ ਕਲੰਕਤ ਸੀ। ਜੀ ਹੁਣ ਜਦੋਂ ਪੁੱਛਦੇ ਨੇ ਜਾ ਕੇ ਮਹਾਰਾਜ ਜੀ ਤੁਸੀਂ ਚਲੇ ਗਏ ਛੱਡ ਤੱਕ ਤੁਸੀਂ ਕਿਹਾ ਸੀ ਵੀ ਜਿੰਨ ਚਿਰ ਬਰਗਾੜੀ ਦਾ ਇਨਸਾਫ ਨਹੀਂ ਮਿਲ ਜਾਂਦਾ, ਅਰਦਾਸ ਕੀਤੀ ਸੀ ਅਕਾਲ ਤਖਤ ਦਾ ਕੀ ਬਣੂਗਾ? ਉਹ ਨਹੀਂ ਜੀ ਛੱਡੋ ਜੀ ਕੋਈ ਗੱਲ ਨਹੀਂ, ਮੈਂ ਗਿਆ ਕਿੱਥੇ, ਮੈਂ ਦਿੱਤੀ ਸੀ, ਮੈਂ ਤਾਂ ਛੁੱਟੀ ਤੇ ਗਿਆ ਸੀ। ਜੀ ਇਹ ਗੱਲਾਂ ਕਰਨ ਵਾਲੀਆਂ ਕੋਈ? ਜਦੋਂ ਮਜੀਠੇ ਬਾਰੇ ਸਵਾਲ ਪੁੱਛਿਆ ਜੀ ਮਜੀਠੇ ਸਾਹਿਬ ਬਾਰੇ ਵੇਖੋ ਜੀ ਪਰਚਾ ਦਿੱਤਾ ਜੀ, ਉਹਦੇ ਤੋਂ ਵੇਖੋ ਜੀ ਤੇ ਕੋਰਟ ਨੇ ਫੈਸਲਾ ਕਰਨਾ ਛੁੱਟੀ ਕੀ ਕਰਨਾ। ਜੀ ਮਤਲਬ ਮੇਰਾ ਕਹਿਣ ਤੋਂ ਭਾਵ ਵੀ ਇਹਨਾਂ ਲੋਕਾਂ ਨੇ ਅਰਦਾਸ ਵੀ ਮਜ਼ਾਕ ਬਣਾ ਲਿਆ ਤੇ ਲੋਕਾਂ ਨੂੰ ਮਜ਼ਾਕ ਬਣਾ ਲਿਆ। ਲੋਕ ਹੁਣ ਬੜੇ ਸਿਆਣੇ ਨੇ, ਬੜੇ ਸੂਝਵਾਨ ਨੇ। ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੋਏਗਾ ਬਾਘਾ ਪੁਰਾਣਾ ਦੇ ਵਿੱਚ ਜੀ ਇੱਕ ਬੰਦਾ ਜਿਹੜਾ ਸੀ ਉਹ ਟੈਕਸੀ ਚਲਾਉਂਦਾ ਸੀ, ਸਕੂਲ ਵੈਨ। ਉਹਨੇ ਇੱਕ ਇਜਲਾਸ ਦੇ ਵਿੱਚ ਬਕਾਇਦਾ ਤੌਰ ਤੇ ਬਾਘਾ ਪੁਰਾਣੇ ਜਿਹੜਾ MLA ਨਾਮ ਉਹਨੂੰ ਭੁੱਲ ਗਿਆ ਮੈਨੂੰ, ਉਹਨੂੰ ਸਵਾਲ ਪੁੱਛਿਆ ਸੀਗਾ ਕਿ ਸਾਡੇ ਸਵਾਲ ਨੂੰ ਜਵਾਬ ਦਿਓ ਤੁਸੀਂ। ਜੀ ਉਦੋਂ ਤੋਂ ਚਲੇ ਗਏ। ਜੀ ਮੁੜ ਕੇ ਉਹਦੇ ਮੁੰਡਿਆਂ ਨੇ ਜਾ ਕੇ ਉਸ ਗਰੀਬ ਆਦਮੀ ਦੀ ਘਰ ਜਾ ਕੇ ਪੂਰੀ ਗਿੱਦੜ ਕੁੱਟ ਕੀਤੀ। ਉਹ ਅੱਜ ਹਸਪੀਟਲ ਐਡਮਿਟ ਤੋਂ ਇਨਸਾਫ ਮੰਗਦਾ ਵੀ ਦੱਸੋ ਮੇਰਾ ਕਸੂਰ ਸੀ, ਮੈਂ ਤਾਂ ਪੁੱਛਿਆ ਵੀ ਤੁਸੀਂ ਆ ਕਮਿਟਮੈਂਟ ਕੀਤੇ, ਵਾਅਦੇ ਕੀਤੇ, ਪੂਰੇ ਕਰ ਦਿਓ। ਬਿਲਕੁਲ ਦਰਸ਼ਨ ਸਿੰਘ ਬਰਾੜ ਦੀ ਗੱਲ ਕਰਦੇ ਹੋ, ਬਾਘਾ ਪੁਰਾਣੇ ਦੇ MLA ਸਾਹਿਬ ਦੀ। ਮੇਰੇ ਖਿਆਲ ਦਰਸ਼ਨ ਸਿੰਘ ਬਰਾੜ ਕੀ ਮੈਂ ਮੈਨੂੰ ਨਾਂ ਨਹੀਂ ਯਾਦ ਹੋਣਾ ਹੁੰਦਾ, ਇਹਦਾ ਨਾਂ ਕੋਈ ਹੈ ਨਹੀਂ, ਲਾਡਲਾ ਕਿ ਬਾਕੀ ਰੱਬ ਦਾ ਕੋਈ ਹੈ ਨਾ ਸੀ ਉਹਨਾਂ ਦਾ। ਜੀ ਚਲੋ ਖੈਰ ਜਿਹੜਾ ਵੀ ਹੋਵੇ, ਉਹ ਜੇ ਗਲਤ ਮੈਂ ਸੋਚਦਾ ਵੀ ਜੇ ਉਹਨੇ ਕੀਤਾ ਹੋਵੇ ਇਹ ਗੱਲਾਂ ਕੀਤੀਆਂ ਹੋਣ ਤਾਂ ਉਹਨੇ ਮਾੜਾ ਕੁਛ ਨਹੀਂ ਕੀਤਾ। ਉਹਨੇ ਕਿਹਾ ਵੀ ਤੁਸੀਂ ਆ ਕਮਿਟਮੈਂਟਾਂ ਕੀਤੀਆਂ ਪੂਰੀਆਂ ਕਰ ਦਿਓ। ਇਸ ਕਰਕੇ ਇਹ ਹਾਲਾਤ ਸਾਡੇ ਬਣ ਗਏ ਤੇ ਬ੍ਰਹਮਪੁਰਾ ਸਾਹਿਬ ਜੋ ਮਰਜ਼ੀ ਤੁਸੀਂ ਕਰ ਲਓ, ਹੁਣ ਤੁਹਾਡੀ ਗੱਡੀ ਜਿਹੜੀ ਆ ਉਹ ਸਟੇਸ਼ਨ ਤੋਂ ਲੰਘ ਚੁੱਕੀ ਆ। ਕੱਲ ਬਾਦਲ ਸਾਹਿਬ ਦੇ ਮੂੰਹ 'ਚ ਤੁਸੀਂ ਪਾਉਂਦੇ ਸੀ ਲੱਡੂ ਤੇ ਤੁਹਾਡੇ ਹੱਥ ਜਿਹੜੇ ਸੀ ਉਹ 90 ਦੀ ਸਪੀਡ ਤੇ ਕੰਮਣ ਡਏ ਸੀਗੇ। ਉਸੇ ਤਰ੍ਹਾਂ ਜਿਹੜੇ ਬਾਦਲ ਸਾਹਿਬ ਦੇ ਹੱਥ ਕੰਮਣ ਡਏ ਸੀ ਉਹਨਾਂ ਦੀ ਆਵਾਜ਼ ਵੀ ਖਟਕਾਉਣ ਲੱਗ ਪਈ। ਹੁਣ ਤੇ ਫਿਰ ਕਹੀ ਹੈ ਕਹੀ ਜਾਂਦੇ ਜੀ ਮੈਨੂੰ ਮੁੱਖ ਮੰਤਰੀ ਫਿਰ ਬਣਾ ਦਿਓ ਜੀ। ਜੀ ਪੱਟੀ ਸਾਹਿਬ ਸਰਸੇ ਦੀ ਜਗ੍ਹਾ ਸ਼੍ਰੋਮਣੀ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਨਾਂ ਜਿਹੜਾ ਦਿੱਲੀ ਕਮੇਟੀ ਕੋਲ ਪੁੱਜਿਆ, ਇਹ ਵਰਤਾਰਾ ਜਿਹੜਾ ਹੈਗਾ ਕਿੱਧਰ ਨੂੰ ਲੈ ਕੇ ਜਾ ਰਿਹਾ ਗੱਲਬਾਤ ਨੂੰ ਜੀ? ਜਦੋਂ 15 ਬੰਦੇ ਇੰਨੀ ਗੱਲ ਕਹਿੰਦੇ ਆ ਜੀ ਵੀ ਲਓ ਜੀ ਇੱਕ ਬੰਦੇ ਨੂੰ ਅਧਿਕਾਰ ਦੇ ਦਿੱਤੇ ਵੀ ਇਹ ਜਿਹੜਾ ਵੀ ਬੰਦਾ ਚੁਣ ਕੇ ਭੇਜਣਾ ਉੱਥੇ ਭੇਜ ਦੇ। ਤੁਸੀਂ ਕਿਸੇ ਬੰਦੇ ਨੂੰ ਹਾਰ ਦਿੰਦੇ ਹੋ ਵੀ ਲੈ ਬਈ ਤੂੰ ਸਭ ਤੋਂ ਸਿਆਣਾ ਘਰ ਦਾ ਬੰਦਾ ਹੈਗਾ, ਤੂੰ ਇਹ ਸੋਚ ਕੇ ਆਪਣੇ ਘਰ ਦਾ ਮੁਖੀਆ ਕਿਹੜਾ ਹੋਣਾ ਜੋ ਆਪਣੇ ਪਰਿਵਾਰ ਤੋਂ ਜਿਹਦੀ ਗੱਲ ਮਰਜ਼ੀ ਹਾਰ ਪਾ ਜੀ, ਉਹਨੂੰ ਫਿਰ ਇਹ ਅਧਿਕਾਰ ਨਹੀਂ ਗਾ ਵੀ ਆਪਣੇ ਗੱਲ ਪਾ ਲਵੇ। ਉਹਨੇ ਵੇਖਣਾ ਜੋ ਕਿਹੜਾ ਤੇ ਗੱਲ ਪਈ ਹੈ। ਲੇਕਿਨ ਧਾਮੀ ਸਾਹਿਬ ਨੂੰ ਅਧਿਕਾਰ ਦੇ ਦਿੱਤੇ ਸੀ ਕਿ ਦਿੱਲੀ ਕਮੇਟੀ ਵਾਸਤੇ ਜਿਹੜੀ ਨੋਮੀਨੇਸ਼ਨ ਉਹ ਤੁਸੀਂ ਜੁੜ ਕੇ ਭੇਜਣੀ, ਤੇ ਉਹਨਾਂ ਨੇ ਆਪਣੇ ਕੋਲ ਹਾਰ ਪਾ ਲਿਆ ਤੇ ਮੇਰਾ ਨਾਂ ਭੇਜ ਦਿਓ ਕੋਈ ਜੀ। ਹੁਣ ਧਾਮੀ ਸਾਹਿਬ ਤੇ ਚਲੇ ਗਏ। ਵੇਖੋ ਤਾਂ ਉਹ ਧਾਮੀ ਨੇ ਮੈਨੂੰ ਸਮਝ ਨਹੀਂ ਆਉਂਦੀ ਬੰਦੇ ਕਿੱਦਾਂ ਦੇ ਲੱਭਦੇ ਨੇ। ਬੰਦਾ ਬੜਾ ਸਿਆਣਾ ਇਮਾਨਦਾਰ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜੀ। ਲੇਕਿਨ ਕਹਿੰਦਾ ਜੀ ਦਿੱਲੀ 'ਚ ਦੰਗੇ ਹੋਏ ਸੀ 84 ਤੇ ਅਸੀਂ ਕਹਿੰਦੇ ਕਤਲੇਆਮ ਸਿੱਖਾਂ ਦਾ ਇੱਕ ਤਰਫਾ ਹੋਏ। ਦੰਗੇ ਹੁੰਦੇ ਜੇ ਦੋ ਪਾਸੇ ਹੋਣ, ਇੱਕ ਤਰਫਾ ਕਤਲੇਆਮ ਸਿੱਖਾਂ ਦਾ ਹੋਇਆ ਸੀ। ਫਿਰ ਕਹਿੰਦਾ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਉਹ ਭਾਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨਹੀਂ, ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਪਾਰਲੀਮੈਂਟ ਹੈ ਸਿੱਖਾਂ ਦੀ, ਮਿੰਨੀ ਪਾਰਲੀਮੈਂਟ ਨਹੀਂ ਹੈਗੀ। ਫਿਰ ਕਹਿੰਦਾ ਜੀ ਲੰਗਰ ਖਾਦਾ, ਕਿਆ ਬਾਤ ਹੈ, ਲੰਗਰ ਛਕਿਆ ਜਾਂਦਾ ਵਾ, ਖਾਦਾ ਨਹੀਂ ਜਾਂਦਾ। ਛਕਣ ਤੇ ਖਾਣ 'ਚ ਬੜਾ ਫਰਕ ਹੈ। ਮੈਨੂੰ ਇੱਕ ਵਾਰੀ ਨਾ ਜੀ ਇੱਕ ਨਿਹੰਗ ਸਿੰਘ ਸੀਗਾ ਤੇ ਮੈਂ ਛੋਟਾ ਸੀਗਾ ਤੇ ਮੈਂ ਕਿਹਾ ਬਾਬਾ ਜੀ ਜਿਹੜੀ ਪਾਣੀ ਪਿਆਓ। ਕਹਿੰਦਾ ਕਿੰਨੀਆਂ ਪੜ੍ਹਿਆ ਕਾਕਾ? ਮੈਂ ਕਿਹਾ ਜੀ ਮੈਂ 9ਵੀਂ 'ਚ ਪੜ੍ਹਦਾ ਤੇ ਐਤਕੀ 10ਵੀਂ 'ਚ ਹੋਊ। ਜਲ ਛਕਣਾ ਸੀ। ਕਹਿੰਦਾ ਪੜਿਆ ਕਹਿੰਦਾ ਤੈਨੂੰ ਪਤਾ ਉਹ ਜਿਹੜੇ ਸਿੰਘ ਉਹ ਛਕਦੇ ਹੁੰਦੇ ਆ, ਖਾਂਦੀਆਂ ਮੱਝਾਂ ਗਾਵਾਂ ਹੁੰਦੀਆਂ। ਬਿਲਕੁਲ ਸਹੀ। ਇਸ ਕਰਕੇ ਉਹ ਪ੍ਰਧਾਨ ਸਾਨੂੰ ਪਤਾ ਹੋਣਾ ਚਾਹੀਦਾ ਵੀ ਖਾਂਦਾ ਕੌਣ ਤੇ ਛਕਦਾ ਕੌਣ ਹੁੰਦਾ ਜੀ। ਪੱਟੀ ਸਾਹਿਬ ਚਮਕੌਰ ਸਾਹਿਬ ਵਿਖੇ ਆਰਜੀ ਦੁਕਾਨ ਲਗਾ ਕੇ ਮਾਲ ਵੇਚਣ ਵਾਲਿਆਂ ਨੂੰ ਉਹਨਾਂ ਤੋਂ ਆਪਣਾ ਟਾਈਮ ਹੋ ਗਿਆ ਬਰਾੜ ਸਾਹਿਬ, ਟਾਈਮ ਹੋ ਗਿਆ ਆਪਣਾ। ਚਲੋ ਕੋਈ ਗੱਲ ਆ ਲਾ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ। ਜੀ 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 600 ਰੁਪਇਆ ਫੁੱਟ ਦਾ ਜਿਹੜੇ ਵਸੂਲਣਾ ਉਹਨਾਂ ਤੋਂ ਕਿਰਾਇਆ, ਸੰਗਤ ਵਿੱਚ ਬੜਾ ਰੋਸ ਹੈ ਚਮਕੌਰ ਸਾਹਿਬ ਤੇ। ਵੇਖੋ ਜੀ ਉੱਥੇ ਸੰਗਤ ਜਾਂਦੀ ਆ ਮੇਲਾ ਲਾਉਣ ਵਾਸਤੇ। ਜੀ ਜੀ। ਅੰਮ੍ਰਿਤਸਰ ਤੋਂ ਵੀ ਲੋਕ ਜਾਂਦੇ ਆ, ਬਕਾਇਦਾ ਤੌਰ ਤੇ ਜਲੰਧਰ ਤੋਂ ਵੀ ਜਾਂਦੇ ਆ, ਲੁਧਿਆਣੇ ਤੋਂ ਵੀ ਜਾਂਦੇ, ਸਾਰੇ ਪੰਜਾਬ ਤੋਂ ਲੋਕ ਹੁੰਦੇ ਉੱਥੇ ਜਾ ਕੇ ਮੰਜਾ ਲਾਉਂਦੇ। ਮੰਜੇ ਦੇ ਉੱਤੇ ਬਾਂਦਾ ਕੋਈ ਆਪਣੀ ਦੁਕਾਨ ਦਾ ਲੈਂਦਾ। ਉਹ ਕਹਿੰਦੇ ਤੁਹਾਡੇ ਕੋਲੋਂ ਅਸੀਂ ਮੇਲੇ ਦਾ 600 ਰੁਪਇਆ ਫੁੱਟ ਲੈਣਾ ਕਿਰਾਇਆ। ਇੱਕ ਮੰਜਾ ਜਿਹੜਾ ਵਾ ਉਹਦੇ ਤੇ ਬਕਾਇਦਾ ਤੌਰ ਤੇ 6 ਫੁੱਟ ਆਉਂਦਾ ਤੇ 3600 ਰੁਪਇਆ ਕਿਰਾਇਆ ਬਣਦਾ ਵਾ ਮੰਡੀ ਦੇ ਵਿੱਚ ਜੀ। ਜੇ ਤੁਸੀਂ ਗੁਰਦੁਆਰੇ ਦੇ ਕੋਲ ਲੈਣਾ ਤੇ 7200, ਫਿਰ 1200 ਰੁਪਏ ਫੁੱਟ ਲੱਗਣਾ ਤੁਹਾਡਾ ਜੀ।
ਉਹ ਕਹਿੰਦੇ ਜੀ ਅਸੀਂ 10,000 ਦਾ ਮਾਲ ਰਹੇ, ਵੱਡੀ ਗੱਲ ਅਸੀਂ 20,000 ਕਮਾ ਲਾਂਗੇ, 15,000 ਕਮਾ ਲਾਂਗੇ, ਇਦੋਂ ਤੇ ਕੋਲ ਰਹੇ ਸੀ। ਜੀ ਲੇਕਿਨ ਆਹ ਜਿਹੜੀ ਲੁੱਟ ਪੈਂਦੀ ਫਿਰ ਉਹਨਾਂ ਕਮਾਈ ਕਿੱਥੇ ਜਾਊਗੀ? ਅਸੀਂ ਕਮਾ ਕੇ ਕੀ ਲੈ ਜਾਊਗੇ ਆਪਣੇ ਬੱਚਿਆਂ ਵਾਸਤੇ? ਬਿਲਕੁਲ ਜੀ। ਉਹਨਾਂ ਨੇ ਪੱਤਰਕਾਰਾਂ ਕੋਲ ਆਪਣਾ ਰੋਣਾ ਲਿਆ ਵੀ ਸਾਡੇ ਨਾਲ ਠੇਕੇਦਾਰ ਕਹਿੰਦਾ ਜੀ ਮੈਂ ਤਾਂ ਠੇਕਾ ਭਰਿਆ, ਦੱਸੋ ਮੈਂ ਕੀ ਕਹਿਣਾ। ਜਿਹੜਾ ਉੱਥੋਂ ਦਾ ਐਸਡੀਐਮ ਆ ਉਹਨੇ ਇੰਨੀ ਗੱਲ ਕਹਾਈ ਪਈ ਵੀ ਜਿਹੜੇ ਮੰਡੀ 'ਚ ਬੈਠੇ ਨੇ, ਮੰਡੀ ਜਿਹੜੀ ਉਹ ਸਰਕਾਰ ਦੀ ਜਗ੍ਹਾ ਵਾ, ਉਹਦਾ ਕੋਈ ਪੈਸਾ ਨਹੀਂ ਤੁਸੀਂ ਕਿਵੇਂ ਜਾਣਾ, ਲੇਕਿਨ ਠੇਕੇਦਾਰ ਧੱਕੇ ਨਾਲ ਵਸੂਲ ਰਿਹਾ, ਉਹਨਾਂ ਦਾ ਸਮਾਨ ਚੁੱਕ ਰਿਹਾ ਗਿਆ, ਉਹਨਾਂ ਦੇ ਸਮਾਨ ਚੁੱਕ ਕੇ ਬਾਹਰ ਸੁੱਟ ਰਿਹਾ ਠੇਕੇਦਾਰ ਉੱਤੇ। ਪੁਲਿਸ ਸਾਥ ਦੇ ਰਹੀ ਹੈ, ਐਸੀ ਵੀ ਸਾਥ ਰਹੀ ਹੈ। ਚਮਕੌਰ ਤੋਂ ਕੋਈ 10-15 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਬਾਬਾ ਰਾਮ ਸਿੰਘ ਦਾ ਹੈਗਾ ਜੀ, ਉਹਦਾ ਸਾਲ 'ਚ ਮੇਲਾ ਇੱਕ ਹੁੰਦਾ। ਉਸ ਮੇਲੇ ਦੇ ਸਮੇਂ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ, ਛੋਟੀ ਜਿਹੀ ਪ੍ਰਬੰਧਕ ਕਮੇਟੀ ਆ, ਉਹ ਬਕਾਇਦਾ ਤੌਰ ਤੇ 1.5-2 ਕਿੱਲੇ ਜ਼ਮੀਨ ਜਿਹੜੀ ਆ ਠੇਕੇ ਤੇ ਲੈ ਕੇ ਤੇ ਇਹਨਾਂ ਫੜੀ ਬਣ ਜਾਂਦੀ ਵੀ ਭਾਈ ਤੁਸੀਂ ਕਿਸੇ ਨੂੰ ਕਿਰਾਇਆ ਨਹੀਂ ਦੇਣਾ, ਇੱਥੇ ਫਰੀ ਲਾਓ ਤੁਸੀਂ ਆਪਣੀ ਦੁਕਾਨ। ਉਹ ਤੁਹਾਡੇ ਨਾਲ ਤਾਂ ਲੋਕਲ ਤੇ ਵੱਡੀ ਚੰਗੀ, ਫਿਰ ਅਰਬਾਂ ਖਰਬਾਂ ਦਾ ਕਰਜ਼ਾ ਬਣ ਜਾਂਦਾ। ਗੁਰੂ ਦੀ ਗੋਲਕ ਗਰੀਬ ਦਾ ਮੂੰਹ ਆ। ਬਿਲਕੁਲ ਸਹੀ ਕਹਿ ਇਹ ਰਹੇ। ਸੋਚ ਲਓ ਜੋ ਗੁਰੂ ਸਾਹਿਬ ਨੇ ਕਿਹਾ। ਪਰ ਇਹ ਗੁਰੇ ਦੇ ਆਸ਼ੇ ਵਾਲੇ ਜਿਹੜੇ ਆ ਇਹ ਬਣਨ ਦੇ ਵਿੱਚ ਸਿਆਸੀ ਠੇਕੇਦਾਰ ਸਿਆਸੀ ਲਾਹੇ ਲੈਂਦੇ ਆ। ਜਦੋਂ ਬਰਾੜ ਸਾਹਿਬ ਅਸੀਂ ਸੁੱਚਾ ਸਿੰਘ ਲੰਗਾ ਜਿਹੜਾ ਵਾ ਉਹ ਸਾਡਾ ਮੈਂਬਰ, ਅਸੀਂ ਡੀਸੀ ਵੀ ਆ, ਐਮਐਲਏ ਵੀ ਆ, ਉਹ ਮੰਤਰੀ ਵੀ ਆ ਜੀ, ਉਹਨਾਂ ਫਿਰ ਉਹੀ ਕੰਮ ਕਰੀ ਜੋ ਸਰਕਾਰ ਚ ਕਰਦੇ। ਬੀਬੀ ਜਗੀਰ ਕੌਰ ਜਿਹੜੀ ਉਹ ਮੈਂਬਰ ਵੀ ਆ, ਉਹ ਮੰਤਰੀ ਵੀ ਆ, ਉਹ ਐਮਐਲਏ ਵੀ ਆ, ਉਹਨਾਂ ਤੋਂ ਉਹੀ ਕੰਮ ਕਰਨੇ ਜਿਵੇਂ ਸਰਕਾਰ ਚ ਕਰਦੇ। ਸਰਕਾਰ ਚ ਲੁੱਟ ਖੋਹ ਚੱਲਦੀ ਹੈ, ਕਰ ਸਾਰੇ ਕਰਦੇ, ਕੌਣ ਨਹੀਂ ਕਰਦਾ ਜੀ। ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ, ਮੇਰੀ ਗੱਲ ਨੋਟ ਕਰ ਲਿਓ ਜੀ। ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਬਹੁਤ ਇਮਾਨਦਾਰ, ਉਹਦੇ ਵਰਗਾ ਮੁੱਖ ਮੰਤਰੀ ਬਣਨਾ ਚਾਹੀਦਾ ਜੀ। ਜਿੱਧਰ ਉਹ ਮੁੱਖ ਮੰਤਰੀ ਬਣ ਜਾ, ਉਹਨੇ ਐਮਐਲਏ ਟਿਬਰੀਆਂ ਟੈਡ ਕਰਤੀਆਂ ਤੇ ਐਮਐਲਏ ਸਾਰੇ ਕਿ ਦਿੱਲੀ ਜਾ ਕੇ ਰੋਣਗੇ ਵੀ ਅਸੀਂ ਨਹੀਂ ਜਾਣਾ ਵਾਪਸ, ਕਹਿੰਦਾ ਲਓ ਮੈਨੂੰ ਜੀ। ਕੋਈ ਸਾਨੂੰ ਖਾਣ ਨਹੀਂ ਦਿੰਦਾ। ਉਹਨਾਂ ਨੇ ਖਾਣਾ, ਇਹ ਲੋਕ ਉਹੀ ਖਾਣ ਵਾਲੇ ਅੱਗੇ ਆਉਂਦੇ। ਜਿੱਦਣ ਲੋਕ ਇਮਾਨਦਾਰ ਅੱਗੇ ਆ ਗਏ, ਜਿਹੜੇ ਪੰਥ ਜਿਹੜੇ ਸਾਡੇ ਆਪਣੇ ਸਮਾਜ ਨੂੰ ਸਮਰਪਿਤ ਹੋਣਗੇ, ਉਹਦਾ ਸਾਡਾ ਕੋਈ ਭਲਾ ਹੋ ਜਾਊ, ਉਹਦਾ ਸਾਡਾ ਭਲਾ ਕੋਈ ਨਹੀਂ ਹੋਣਾ। ਹੁਣ ਉਹ ਲੋਕ ਜਿਹੜੇ 10,000 ਦਾ ਮਾਲ ਲਾ ਕੇ ਆਪਣੇ ਮੰਜੇ ਤੇ ਬੈਠੇ, ਉਹ 15,000 ਕਮਾ ਦੇਣਗੇ, 18,000 ਕਮਾ ਦੇਣਗੇ। ਜੇ ਗੁਰਦੁਆਰੇ ਲੱਗੇ ਉਹਦੇ ਤੇ 7200 ਰੁਪਇਆ, ਤੇ ਜੇ ਬਾਹਰ ਮੰਡੀ ਚਲਾਉਂਦੇ 3600 ਦੇਣਗੇ ਕਿਰਾਇਆ ਆਪਣਾ, ਤੇ ਘਰ ਕੀ ਕਰਾਂਗੇ, ਬੱਚੇ ਵਾਸਤੇ ਲੈ ਜਾਣਗੇ। ਬਿਲਕੁਲ ਜੀ। ਇਹਦੇ ਵਾਸਤੇ ਸ਼੍ਰੋਮਣੀ ਕਮੇਟੀ ਨੂੰ ਅਕਲ ਕਰਨੀ ਚਾਹੀਦੀ ਥੋੜੀ ਜਿਹੀ। ਸ਼੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਕਿ ਗਰੀਬਾਂ ਦੀ ਅਸੀਂ ਮਦਦ ਕਿਵੇਂ ਕਰਨੀ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੇ ਵਿੱਚ ਤੇ ਹਸਪਤਾਲਾਂ ਦੇ ਵਿੱਚ ਸਭ ਤੋਂ ਮਹਿੰਗਾ ਇਲਾਜ ਤੇ ਮਹਿੰਗੀ ਐਜੂਕੇਸ਼ਨ। ਇੱਥੇ ਸਾਡੇ ਭਾਈ ਗੁਰਕਪਾਲ ਸਿੰਘ ਵੀ ਹੈਗੇ ਜੀ ਅੰਮ੍ਰਿਤਸਰ ਦੇ ਵਿੱਚ ਜੀ, ਬੜੇ ਤਕੜੇ ਕੀਰਤਨੀ ਹੈ। ਦਬਕਾ ਮਾਰ ਕੇ ਆ ਜਿਹੜੇ ਇਹਨਾਂ ਦੇ ਗ੍ਰੰਥੀ ਗਰੁੱਪ ਦੇ ਅੱਗੇ ਤੂੰ ਪੈਸੇ ਲੈ ਆਉਂਦੇ, ਓਏ ਤੂੰ ਗਲਤ ਕੰਮ ਕਰੋਗੇ, ਦੱਸੋ ਕਿ ਮੈਂ ਗਲਤ ਕੀਤਾ ਕੀ ਹੈ। ਉਹ ਬੰਦਾ ਇੱਕ ਆਪਣਾ ਹਸਪੀਟਲ ਚਲਾਉਂਦਾ ਵਾ, ਆਊਟਡੋਰ ਇੰਡੋਰ ਨੇ ਆਊਟਡੋਰ OPD ਚਲਾ ਰਹੇ ਨੇ। ਉਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਦਵਾਈ ਤੁਹਾਨੂੰ 1000 ਰੁਪਏ ਦੀ ਮਿਲੀ, ਉਹਨੇ 700 ਰੁਪਏ ਦੀ ਜਾਣੀ 30% ਡਿਸਕਾਊਂਟ ਬਕਾਇਦਾ ਲਿਖਿਆ ਹੁੰਦਾ ਕਿ ਇਹ ਦਵਾਈ ਦੀ ਕੀਮਤ ਕਿੰਨੀ ਹੈ, 30% ਡਿਸਕਾਊਂਟ ਹੁੰਦਾ, 30% ਰਕਮ ਦੇ ਦਿੱਤਾ। 10 ਰੁਪਏ ਦੀ ਪਰਚੀ ਤੁਸੀਂ ਜਾ ਕੇ ਆਪਣੇ ਡਾਕਟਰ ਤੋਂ ਚੈੱਕ ਕਰਦੇ। ਡਾਕਟਰ ਮਾੜੇ ਮੋਟੇ ਚੰਗੇ ਡਾਕਟਰ ਵਧੀਆ ਰੱਖਿਓ ਜੀ। ECG ਤੁਸੀਂ ਕੋਈ 250 ਰੁਪਏ ਚ ਆਪਣੀ ECG ਕਰਾ ਲਓ, ਜਾਂ ਕੋਈ ਪ੍ਰੋਬਲਮ ਨਹੀਂ ਹੈ। ਮੇਰਾ ਕਹਿਣ ਤੋਂ ਭਾਵ ਵੀ ਉਹਦੇ ਕੋਲ ਸਿੱਖੋ ਕਿ ਇੱਕ ਛੋਟਾ ਜਿਹਾ ਬੰਦਾ ਵਾ, ਕੀਰਤਨੀਆ ਗੁਰੂ ਘਰ ਦਾ ਹੈਗਾ, ਤੇ ਉਹਨੇ ਆਪਣੇ ਉਹਦੇ ਚ ਪੈਸੇ ਆਪਣੀ ਜਿਹੜੀ ਹੱਕ ਲਾਲ ਦੀ ਕਮਾਈ ਉਹ ਚ ਕੱਢ ਕੇ ਇੱਕ ਹਸਪੀਟਲ ਚਲਾ ਰਿਹਾ ਵਾ, 2-3 ਸਕੂਲ ਕਰਾ ਰਿਹਾ ਜਿੱਥੇ ਅੱਜ ਬਹੁਤ ਥੋੜੀ ਨੋਮੀਨਲ ਫੀਸ ਦਿੰਦੇ ਜੀ। ਬੱਚਿਆਂ ਨੂੰ ਧਾਰਮਿਕ ਐਜੂਕੇਸ਼ਨ ਵੀ ਦਿੰਦੇ ਆ, ਤੇ ਉੱਥੋਂ ਸਿੱਖੋ ਉਪਯੋਗ ਕੀ ਕਰਦੇ। ਤੇ ਤੁਸੀਂ ਸਗੋਂ ਜਾ ਕੇ ਧਮਕੇ ਮਾਰਦੇ ਹੋ, ਤੂੰ ਆਹ ਕਰਤਾ ਹੋਏ ਇਹ ਕਰਤਾ, ਕੋਈ ਤੂੰ ਜਾ ਕੇ ਠੱਗੀ ਠੁੱਗੀ ਮਾਰ ਲੈਂਦੇ ਤੁਸੀਂ। ਇਸੇ ਕਰਕੇ ਮੇਰਾ ਕਹਿਣ ਤੋਂ ਭਾਵ ਆ ਕਿ SGPC ਜਿਹੜੀ ਆ ਉਹ ਸਿਰਫ ਇੱਕ ਵਪਾਰਕ ਅਦਾਰਾ ਬਣ ਗਈ ਆ। ਤੁਹਾਨੂੰ ਪਤਾ ਹੋਏਗਾ ਇੱਥੇ ਗੁਰਦੁਆਰਾ ਸਾਡੇ ਹੈਗਾ ਵਾ ਗੁਰੂ ਹਰਗੋਬਿੰਦ ਸਿੰਘ ਬਹਾਦਰ ਪਿੰਡ ਬਰਾੜ ਗੁਰਦੁਆਰਾ ਵਾ ਜੀ। ਰੂਪ ਸਿੰਘ ਚੀਫ ਸੈਕਟਰੀ ਹੁੰਦਾ ਸੀ। ਉੱਥੇ ਬੰਦੇ ਸੀ ਜ਼ਿਆਦੇ ਜਿਹੜੇ ਭਰਤੀ ਕੀਤੇ ਸੀ ਲੋਕਲ ਕਮੇਟੀ ਨੇ ਜੀ। ਤੇ ਰੂਪ ਇਹਨਾਂ ਦੇ ਕੱਢਤੇ ਪੀਸੀਆ ਬੰਦੇ ਨਹੀਂ ਰੱਖਣੇ। ਉਹ ਬੰਦੇ ਕਹਿੰਦੇ ਸਾਡਾ ਕਸੂਰ ਕੀ, ਸਾਨੂੰ ਪਹਿਲੀ ਕਮੇਟੀ 'ਚ ਭਰਤੀ ਕੀਤਾ, ਤੁਸੀਂ ਰੱਖਦੇ ਕੋਈ ਸਾਨੂੰ। ਉਹ ਕਹਿੰਦੇ ਸਾਨੂੰ ਜਿੰਨੀਆਂ ਤਨਖਾਹਾਂ ਦੇਣੀ ਉੱਥੇ ਇਨਕਮ ਨਹੀਂ ਇੰਨੀ ਹੈਗੀ ਜੀ। ਤੇ ਉਦੋਂ ਲੋਕਾਂ ਨੇ ਇਤਰਾਜ਼ ਕੀਤਾ ਸੀ ਇਹ ਹਟਵਾਣੀ ਦੀ ਦੁਕਾਨ ਹੈ। ਸ਼੍ਰੋਮਣੀ ਕਮੇਟੀ ਦੇ ਤੁਸੀਂ ਜਾਣਦੇ ਹੋ ਗੋਲ ਖੋਲ੍ਹਦੇ ਪੈਸੇ ਕਿੱਥੇ ਦਫ਼ਤਰ ਲੈ ਕੇ ਆਉਣੇ, ਇੱਥੇ ਜਮ੍ਹਾਂ ਕਰੋ, ਤਨਖਾਹ ਇੱਥੋਂ ਦਿਓ, ਉਹਨਾਂ ਨੂੰ ਤੁਸੀਂ ਦਿੰਦੇ, ਉਹਨਾਂ ਕੋਲ ਕੰਮ ਲਾਓ।
ਇਸੇ ਕਰਕੇ ਸ਼੍ਰੋਮਣੀ ਕਮੇਟੀ ਇੱਕ ਮੈਂ ਸਮਝਦਾ ਕਾਰਪੋਰੇਟ ਅਦਾਰਾ ਬਣ ਚੁੱਕੀ ਹੈ, ਹੋਰ ਕੁਝ ਨਹੀਂ ਜੀ। ਜੀ ਜਸਬੀਰ ਸਿੰਘ ਭੱਟੀ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟੀਕਾ ਟਿੱਪਣੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।